ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਕੇਸੀ ਸਿੰਘ। ਭਾਰਤ ਦੀ ਵੱਖ-ਵੱਖ ਦੇਸ਼ਾਂ ਵਿੱਚ ਪ੍ਰਤੀਨਿਧਤਾ ਕਰ ਚੁੱਕੇ ਬਤੌਰ ਸਫੀਰ ਸਰਦਾਰ ਕੇਸੀ ਸਿੰਘ ਸਿਆਸੀ ਪਰਿਸਥਿਤੀਆਂ ਦਾ ਮੁਲਾਂਕਣ ਬੜਾ ਸਟੀਕ ਕਰਦੇ ਨੇ। ਕਿਸਾਨ ਅੰਦੋਲਨ ਸਿਖਰ ਵੱਲ ਹੈ ਔਰ ਬਹੁਤ ਸਾਰਾ ਘਟਨਾਕ੍ਰਮ ਐਸਾ ਹੈ ਜਿਹਨੂੰ ਸਮਝਣ ਲਈ ਬਰੀਕ ਸਮਝ ਦੀ ਲੋੜ ਹੈ। ਸਰਦਾਰ ਕੇਸੀ ਸਿੰਘ ਤੋਂ ਸਮਝਣ ਦਾ ਯਤਨ ਕਰਦੇ ਆ ਕਿ ਪ੍ਰਧਾਨ ਮੰਤਰੀ ਰਾਜ ਸਭਾ 'ਚ ਜਦੋਂ ਬੋਲਦੇ ਆ ਤੇ ਉਹਨਾਂ ਦੇ ਬੋਲਣ ਦੇ ਅਰਥ ਕੀ ਨੇ, ਜੋ ਬੋਲਦੇ ਨੇ ਲਫ਼ਜ਼ਾਂ ਤੋਂ ਔਰ ਨੀਅਤ ਤੋਂ ਉਹਨੂੰ ਕਿਵੇਂ ਲਈਏ। ਦੂਜੇ ਬੰਨੇ ਹਰਿਆਣੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਿਸਾਨ ਪੰਚਾਇਤ ਹੋ ਰਹੀ ਹੈ, ਮਹਾ ਪੰਚਾਇਤ ਹੋ ਰਹੀ ਹੈ। ਯੂਪੀ ਦੇ ਵਿੱਚ ਵੱਡੇ ਇਕੱਠ ਹੋ ਰਹੇ ਆ। ਪੰਜਾਬ ਦੇ ਵਿੱਚ ਅੰਦੋਲਨ ਇੱਕ ਤਰ੍ਹਾਂ ਨਾਲ ਖੜਾ ਹੁੰਦਾ ਹੈ, ਫਿਰ ਇਹ ਪੂਰੇ ਉੱਤਰੀ ਭਾਰਤ ਵਿੱਚ ਫੈਲਦਾ। ਇਹਦੇ ਕੀ ਅਰਥ ਹੈ? ਅੱਜ ਦੇ ਦਿਨ ਦੇ ਵਿੱਚ ਗਵਰਨਮੈਂਟ यूपी और हरियाणे ਨੂੰ ਲੈ ਕੇ ਕਿਸ ਤਰ੍ਹਾਂ ਦੀ ਸੰਵੇਦਨਸ਼ੀਲਤਾ ਦਿਖਾ ਰਹੀ ਹੋਊਗੀ, ਅੰਦਰ ਕੀ ਘਟਨਾਕ੍ਰਮ ਚੱਲਦੇ ਹੋਣਗੇ ਗਵਰਨਮੈਂਟ ਦੇ ਅੰਦਰ, ਕਿਉਂਕਿ ਯੂਪੀ ਦੇ ਵਿੱਚ ਇਲੈਕਸ਼ਨ ਹੋਣ ਵਾਲੀ ਆ, ਹਰਿਆਣੇ ਦੇ ਵਿੱਚ ਬਜਟ ਸਮਾਗਮ ਜਿਹੜਾ ਉਹਨਾਂ ਦਾ ਬਜਟ ਸੈਸ਼ਨ ਹੈ ਉਹ ਆਉਣ ਵਾਲਾ ਹੈ। ਸਰਦਾਰ ਸਾਹਿਬ ਜੀ ਆਇਆਂ। ਬਹੁਤ ਖੁਸ਼ੀ ਹੈ ਜੀ। ਸਰਦਾਰ ਸਾਹਿਬ, ਮੈਨੂੰ ਪਹਿਲਾਂ ਤਾਂ ਇਹ ਸਮਝਾਇਓ ਕਿ ਜੋ ਪਾਰਲੀਮੈਂਟ ਦੇ ਅੰਦਰ ਕਿਹਾ ਜਾਂਦਾ ਉਹਦੇ ਅਰਥ ਕਿਵੇਂ ਲਈਏ। ਅੱਜ ਪ੍ਰਧਾਨ ਮੰਤਰੀ ਭਾਵੁਕ ਹੋ ਗਏ। ਬੀਤੇ ਕੱਲ ਉਹਨਾਂ ਨੇ ਸਿੱਖਾਂ ਨੂੰ ਲੈ ਕੇ ਬੜੀ ਭਾਵਪੂਰਤ ਟਿੱਪਣੀਆਂ ਕੀਤੀਆਂ ਪੰਜਾਬ ਨੂੰ ਲੈ ਕੇ, ਔਰ ਜੋ ਬਾਰਡਰ ਤੇ ਬੈਠੇ ਕਿਸਾਨਾਂ ਨਾਲ ਸ਼ੋਅ ਕੀਤਾ ਜਾ ਰਿਹਾ ਐਟੀਟਿਊਡ ਔਰ ਜੋ ਪਾਰਲੀਮੈਂਟ 'ਚ ਕੀਤਾ ਜਾ ਰਿਹਾ, ਇਹ ਸਾਰੇ ਸੰਦਰਭ ਨੂੰ ਜੇ ਤੁਹਾਡੇ ਲਫ਼ਜ਼ਾਂ ਦੇ ਵਿੱਚ ਸਮਝਣਾ ਹੋਵੇ ਤੇ ਕਿਵੇਂ ਸਮਝੀਏ? ਦੇਖੋ, ਉਹ ਅੰਗਰੇਜ਼ੀ 'ਚ ਕਹਿੰਦੇ ਆ ਜਾਂ ਪੰਜਾਬੀ ਉਰਦੂ 'ਚ ਵੀ ਕਹਿੰਦੇ ਆ, ਦੇਰ ਆਏ ਦੁਰਸਤ ਆਏ। ਚਲੋ, ਪ੍ਰਧਾਨ ਮੰਤਰੀ ਬੋਲੇ ਤਾਂ ਸਹੀ। ਹੁਣ ਜਦ ਸਿੱਖਾਂ ਨੂੰ ਸ਼ੁਰੂ 'ਚ ਆਤੰਕਵਾਦੀ ਤੇ ਕਈ ਤਰ੍ਹਾਂ ਦੇ ਪ੍ਰਚਾਰ ਹੋਏ, ਉਦੋਂ ਤੱਕ ਪ੍ਰਧਾਨ ਮੰਤਰੀ ਬੋਲੇ ਨਹੀਂ। ਸੋ ਇਸ ਕਰਕੇ ਉਦੋਂ ਤਾਂ ਇਹ ਲੱਗਦਾ ਸੀਗਾ ਇਹ ਪ੍ਰਧਾਨ ਮੰਤਰੀ ਦੀ ਪੁਰਾਣੀ ਨੀਤੀ ਹੈਗੀ ਹੈ, ਉਹਨਾਂ ਦਾ ਪੁਰਾਣਾ ਤਰੀਕਾ ਹੈ ਕਿ ਆਪਣੇ ਥੱਲੇ ਕੁੱਤੇ ਭਜਾ ਦਿਓ, ਉਹ ਪਿੱਛੇ ਬੈਠੇ ਰਹਿੰਦੇ ਆ, ਉਹ ਸਹੇ ਦੇ ਮਗਰ ਲੱਗੇ ਰਹਿੰਦੇ ਆ। ਇਹ ਬੋਲੇ ਹੋ ਕੇ ਬੈਠੇ ਰਹੋ, ਜੇ ਤਾਂ ਸਿਹਾ ਫੜ ਲਿਆ ਤਾਂ ਠੀਕ ਹੈ, ਜੇ ਨਹੀਂ ਫੜਿਆ ਗਿਆ ਤਾਂ ਫਿਰ ਬਾਅਦ 'ਚ ਤੁਸੀਂ ਉਹਦੇ ਬਾਅਦ ਪ੍ਰਚਾਰ ਕਰੋ। ਤੇ ਇਹ ਗੱਲ ਇਹਨਾਂ ਦੀ ਠੀਕ ਨਹੀਂ, ਕਿਉਂਕਿ ਇਹ ਪ੍ਰਧਾਨ ਮੰਤਰੀ ਹੁੰਦੇ ਆ ਜਦ ਇਹੀ ਜਿਹੀ ਗੱਲ ਸ਼ੁਰੂ ਹੁੰਦੀ ਹੈ, ਜਦ ਸਭ ਨੇ ਕਿਹਾ ਕਿ ਇਹ ਸਿੱਖਾਂ ਦਾ ਮੁੱਦਾ ਨਹੀਂ ਹੈ, ਖਾਲਿਸਤਾਨੀਆਂ ਦਾ ਮੁੱਦਾ ਨਹੀਂ ਹੈ, ਇਹਨੂੰ ਇਸ ਤਰੀਕੇ 'ਚ ਨਾ ਇਹਨੂੰ ਮੋੜ ਨਾ ਦਿਓ, ਕਿਉਂਕਿ ਇਹ ਮੋੜ ਦਾ ਸਾਨੂੰ ਪਤਾ ਹੈ ਕਿੰਨਾ ਨੁਕਸਾਨ ਪੰਜਾਬ ਨੂੰ ਹੋਇਆ ਹੈ 1980 'ਚ, ਤੇ ਉਹਦੇ ਬਾਅਦ ਕਿੰਨਾ ਦੇਸ਼ ਨੂੰ ਨੁਕਸਾਨ ਹੋਇਆ। ਤੇ ਇਹ ਕੋਈ ਸਿਆਣਪ ਦੀ ਪਾਲਿਸੀ ਨਹੀਂ ਹੈ। ਲੇਕਿਨ ਬੀਜੇਪੀ ਜਦ ਜਾਂ ਪ੍ਰਧਾਨ ਮੰਤਰੀ ਪਾਲਿਸੀ ਲੈਂਦੇ ਆ, ਉਦੋਂ ਕੋਈ ਦੂਰ ਦੀ ਗੱਲ ਨਹੀਂ ਸੋਚਦੇ, ਉਦੋਂ ਨੇੜੇ ਦੀ ਗੱਲ ਸੋਚਦੇ ਆ। ਔਰ ਉਹਨਾਂ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਇਹ ਰਹਿੰਦੀ ਹੈ ਕਿ ਕਿਵੇਂ ਬੰਦਿਆਂ ਨੂੰ ਪਾੜ ਕੇ ਤੋੜ ਕੇ, ਕਿਵੇਂ ਆਪਸ 'ਚ ਲੜਾ ਕੇ ਇਹਨਾਂ 'ਚ ਮੈਂ ਆਪਣਾ ਪ੍ਰਚਾਰ ਅੱਗੇ ਵਧਾ ਸਕਾਂ। ਹੁਣ ਇਹ ਚਲੋ ਸ਼ੁਕਰ ਹੈ ਅਖੀਰ 'ਚ ਆਏ, ਦੇਰ ਆਏ ਦੁਰਸਤ ਆਏ। ਮੈਂ ਵੈਲਕਮ ਕਰਦਾ ਕਿ ਉਹਨਾਂ ਨੇ ਅਖੀਰ 'ਚ ਇਹ ਗੱਲ ਕਹੀ ਹੈ। ਪਰ ਇਹ ਜਿਹੜਾ ਹੁਣ ਇਸ ਵੇਲੇ ਜਿਹੜਾ ਦੌਰ ਚੱਲ ਰਿਹਾ ਹੈ, ਉਹਦੇ 'ਚ ਦੇਖੋ ਇੱਕ ਇਤਰਾਜ਼ ਦੀ ਗੱਲ ਜਿਹੜੀ ਉਹਨਾਂ ਨੇ ਦੁਬਾਰਾ ਅਲਫਾਜ਼ ਜਿਹੜੇ ਯੂਜ਼ ਕੀਤੇ ਨੇ, ਅੰਦੋਲਨ ਦੇ ਬਾਰੇ, ਜਿਹੜੇ ਅੰਦੋਲਨ ਜੀਵੀ, ਉਹਦਾ ਕੀ ਮਤਲਬ ਹੈ? ਅੰਦੋਲਨ ਜੀਵੀ ਦਾ ਕੀ ਮਤਲਬ ਹੋਇਆ? ਉਹਦੇ ਤੇ ਕਿਸਾਨਾਂ ਦਾ ਰਿਐਕਸ਼ਨ ਆਇਆ। ਉਹਨਾਂ ਕਿਹਾ ਹਾਂ ਅਸੀਂ ਅੰਦੋਲਨ ਜੀਵੀ ਹੈ। ਯਸ਼ਵੰਤ ਸਿਨਹਾ ਜੀ, ਪੁਰਾਣੇ ਇਹਨਾਂ ਦੇ ਲੀਡਰ ਨੇ, ਫਾਈਨੈਂਸ ਮਿਨਿਸਟਰ, ਐਕਸਟਰਨਲ ਅਫੇਅਰ, ਹੁਣੇ ਟਵੀਟ ਕੀਤਾ ਉਹਨਾਂ ਨੇ, ਮੈਂ ਅੰਦੋਲਨ ਜੀਵੀ ਹਾਂ। ਮੈਂ ਵੀ ਹੁਣੇ ਟਵੀਟ ਕੀਤਾ, ਮੈਂ ਕਿਹਾ ਇਹਨੂੰ ਆਪਾਂ ਟ੍ਰੈਂਡ ਕਰੀਏ, ਅਸੀਂ ਸਾਰੇ ਕਹੀਏ ਮੀ ਟੂ, ਮੈਂ ਵੀ ਅੰਦੋਲਨ ਜੀਵੀ ਹਾਂ। ਜੇ ਅੰਦੋਲਨ ਨਾ ਹੁੰਦਾ ਤਾਂ ਭਾਰਤ ਕਿਵੇਂ ਆਜ਼ਾਦ ਹੁੰਦਾ ਅੰਗਰੇਜ਼ਾਂ ਤੋਂ? ਤੋ ਇਸ ਕਰਕੇ ਇਹ ਕਹਿਣਾ ਕਿ ਅੰਦੋਲਨ ਬੜੀ ਮਾੜੀ ਗੱਲ ਹੈ, ਜਦ ਗਾਂਧੀ ਜੀ ਸਾਰੇ ਬੰਦਿਆਂ ਤੋਂ ਲਾ ਕੇ ਅੰਦੋਲਨ ਨਾਲ ਚੱਲੇ ਨੇ। ਫਿਰ ਜੈ ਪ੍ਰਕਾਸ਼ ਨਾਰਾਇਣ ਦਾ, ਜਿੱਥੋਂ ਕਿ ਬੀਜੇਪੀ ਦੀ ਪੈਦਾਇਸ਼ ਹੁੰਦੀ ਹੈ, ਜੇ ਐਮਰਜੈਂਸੀ ਨਾ ਲੱਗਦੀ ਤਾਂ ਅੱਜ ਬੀਜੇਪੀ ਜਿੱਥੇ ਪਹੁੰਚੀ ਹੈ ਇੱਥੇ ਨਹੀਂ ਪਹੁੰਚ ਸਕਦੀ ਸੀ। ਜੇ ਤੁਸੀਂ ਦੇਖੋ ਉਹਦੇ ਬਾਅਦ ਬੀਜੇਪੀ ਦਾ ਜਿਹੜਾ ਰਾਈਜ਼ ਹੈ, ਉਹ ਐਮਰਜੈਂਸੀ ਦੀ ਲੜਾਈ ਦੇ ਬਾਅਦ ਪਹਿਲਾਂ ਤਾਂ ਇਹ ਸਾਰੀ ਆਪੋਜੀਸ਼ਨ ਪਾਰਟੀਆਂ 'ਚ ਰਲ ਗਏ, ਫਿਰ ਇਹ ਬਾਹਰ ਨਿਕਲੇ ਆਏ, ਫਿਰ ਉਹ ਨਿਕਲ ਕੇ ਇਹਨਾਂ ਨੇ ਆਪਣੀ ਉਹ ਆਜ਼ਾਦੀ ਦੀ ਲੜਾਈ ਐਮਰਜੈਂਸੀ ਵਾਲੀ ਬਣਾ ਲਈ ਕਾਂਗਰਸ ਦੇ ਖਿਲਾਫ। ਤੋ ਇਸ ਕਰਕੇ ਇਹਨਾਂ ਨੂੰ, ਪ੍ਰਧਾਨ ਮੰਤਰੀ ਨੂੰ ਇਹ ਕਹਿਣਾ ਬਿਲਕੁਲ ਗਲਤ ਸੀਗਾ ਕਿ ਅੰਦੋਲਨ ਜੀਵੀ ਹੈ ਜਿਹੜੇ, ਇਹ ਕੋਈ ਮਾੜੀ ਗੱਲ ਹੈ ਅੰਦੋਲਨ। ਹਾਂ, ਅੰਦੋਲਨ ਨੂੰ ਇਸਤੇਮਾਲ ਕਰਕੇ ਜੋ ਲਾਲ ਕਿਲੇ ਤੇ ਕੀਤਾ ਗਿਆ, ਜੋ ਟਰੈਕਟਰਾਂ ਦੇ ਨਾਲ ਪੁਲਿਸੀਆਂ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ, ਉਹ ਗੱਲ ਗਲਤ ਹੈ।
ਕਿਉਂਕਿ ਅੰਦੋਲਨ ਜੇ ਉਸ ਦਿਸ਼ਾ 'ਚ ਜਾਏਗਾ ਫਿਰ ਅੰਦੋਲਨ ਬਦਨਾਮ ਹੋ ਜਾਏਗਾ ਔਰ ਅੰਦਰੋਂ ਫਿਰ ਉਹ ਸਰਕਾਰ ਲਈ ਸੌਖਾ ਹੋ ਜਾਏਗਾ ਅੰਦੋਲਨ ਨੂੰ ਕਿਵੇਂ ਰੋਕਣਾ। ਹੁਣ ਦੇਖੋ ਉਦੋਂ ਚੌੜੀ ਚਾਰਾ ਜਿਹੜਾ ਉਹ ਪੁਰਾਣਾ ਯੂਪੀ ਦੇ ਵਿੱਚ ਹੋਇਆ, ਤੁਹਾਨੂੰ ਯਾਦ ਹੈ, ਜਿੱਥੇ ਮਹਾਤਮਾ ਗਾਂਧੀ ਦਾ ਨਾਨ ਵਾਇਲੈਂਟ ਨਾਨ ਕੋਆਪਰੇਸ਼ਨ ਮੂਵਮੈਂਟ ਹਿੰਦੁਸਤਾਨ 'ਚ ਬਹੁਤ ਸਪੀਡ ਫੜ ਗਈ ਸੀਗੀ। ਉੱਥੇ ਪੁਲਿਸੀਏ ਕੁਝ ਭੱਜ ਕੇ ਜਾ ਕੇ ਪੁਲਿਸ ਸਟੇਸ਼ਨ ਦੇ ਅੰਦਰ ਗਏ ਤੇ ਕਰਾਊਡ ਨੇ ਉਹਨੂੰ ਅੱਗ ਲਗਾਤੀ ਤੇ ਕੋਈ 20 ਪੁਲਿਸੀਏ ਮਰ ਗਏ। ਉਦੋਂ ਇਹਨਾਂ ਨੇ ਫੰਕਸ਼ਨ ਕੀਤਾ ਹੈ ਉਸ ਤੇ। ਉਹ ਫੰਕਸ਼ਨ ਦੇ ਉੱਤੇ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਕਿ ਦੇਖੋ ਜੀ ਇੱਥੇ ਬਹੁਤ ਜ਼ਿਆਦਾ ਬਲੀਦਾਨ ਸੀ ਲੋਕਾਂ ਦਾ। ਹੁਣ ਕੀ ਸਮਝਿਆ ਜਾਵੇ, ਜਿਹੜੇ ਪੁਲਿਸੀਏ ਵਿਚਾਰੇ, ਗਲਤ ਗੱਲ ਹੋਈ, ਪੁਲਿਸੀਏ ਮਰ ਗਏ, ਲੇਕਿਨ ਉਹ ਪੁਲਿਸੀਏ ਤਾਂ ਬ੍ਰਿਟਿਸ਼ ਸਰਕਾਰ ਦੇ ਸੀ, ਉਹ ਸਰਕਾਰ ਦੇ ਵੱਲੋਂ ਉੱਥੇ ਖੜੇ ਸੀ। ਜਿਹੜੀ ਪਬਲਿਕ ਅੰਦੋਲਨ ਕਰ ਰਹੀ ਸੀ ਤਾਂ ਦੋ ਤਿੰਨ ਬੰਦੇ ਮਰੇ ਔਰ ਗਾਂਧੀ ਜੀ ਨੇ ਉਹਦੇ ਬਾਅਦ ਅੰਦੋਲਨ ਵਾਪਸ ਲੈ ਲਿਆ। ਉਹਨਾਂ ਨੇ ਕਿਹਾ ਇਹ ਅੰਦੋਲਨ ਇਸ ਤਰੀਕੇ ਨਾਲ ਨਹੀਂ ਚੱਲੇਗਾ, ਆਪਾਂ ਅੰਗਰੇਜ਼ਾਂ ਦੇ ਹੱਥ 'ਚ ਖਿਲ ਜਾਾਂਗੇ। ਜੇ ਆਪਾਂ ਤਾਕਤ ਦਾ ਇਸਤੇਮਾਲ ਕਰਨ ਦੀ ਕੰਪੀਟੀਸ਼ਨ ਅੰਗਰੇਜ਼ਾਂ ਨਾਲ ਕੀਤੀ ਤੇ ਉਹਨਾਂ ਦਾ ਰਾਜ ਹੈ, ਉਹਨਾਂ ਕੋਲ ਫੌਜ ਹੈ, ਉਹਨਾਂ ਕੋਲ ਪੁਲਿਸ ਹੈ। ਤੁਸੀਂ ਕਾਨੂੰਨ ਆਪਣੇ ਹੱਥ 'ਚ ਲੈ ਲਓਗੇ ਤਾਂ ਜਿਹਦੇ ਕੋਲ ਫੌਜ ਤੇ ਪੁਲਿਸ ਹੈ ਉਹ ਜਿੱਤ ਜਾਏਗਾ, ਤੁਸੀਂ ਹਾਰ ਜਾਓਗੇ। ਸੋ ਇਸ ਕਰਕੇ ਗਾਂਧੀ ਜੀ ਨੇ ਉਹ ਵਾਪਸ ਲੈ ਲਿਆ ਅੰਦੋਲਨ। ਹੁਣ ਉਹ ਪ੍ਰਧਾਨ ਮੰਤਰੀ ਨੇ ਬੜਾ ਉਦੋਂ ਬਹੁਤ ਵੱਡਾ ਉੱਥੇ ਲੈਕਚਰ ਦਿੱਤਾ। ਉਹ ਕਿਸੇ ਦੇ ਸਮਝ ਨਹੀਂ ਆਇਆ ਕਿ ਇਹਦਾ ਕੀ ਤੁਕ ਸੀ ਇਹਦੀ, ਕਿ ਉਹ ਇਹ ਕਹਿ ਰਹੇ ਸੀ ਕਿ ਗਾਂਧੀ ਜੀ ਦੀ ਤਰ੍ਹਾਂ ਕਿਸਾਨ ਆਪਣਾ ਅੰਦੋਲਨ ਵਾਪਸ ਲੈ ਲੈਣ, ਪਰ ਕਿਸਾਨ ਤਾਂ ਇਹ ਕਹਿ ਰਿਹਾ ਕਿ 90% ਤਾਂ ਸਾਡੇ ਬੰਦੇ ਗਏ ਨਹੀਂ ਇੱਥੇ ਲਾਲ ਕਿਲੇ। ਜਿਹੜੇ ਇੱਕ ਦੋ ਧੜੇ ਗਏ ਆ ਤੁਸੀਂ ਉਹਨਾਂ ਨੂੰ ਫੜ ਲਓ, ਇਹਨਾਂ ਨੂੰ ਬਾਅਦ ਚ ਕਿਸਾਨਾਂ ਨੇ ਖੁਦ ਹੀ ਕੱਢ ਦਿੱਤਾ 2 ਧੜਿਆਂ ਨੂੰ। ਤਾਂ ਇਸ ਕਰਕੇ ਜਿਹੜੀ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਨੂੰ ਬਦਨਾਮ ਕਰ ਦਈਏ ਕਿਸੇ ਤਰੀਕੇ ਨਾਲ, ਉਹ ਨਾ ਸਫਲ ਹੋ ਗਈ। ਹੁਣ ਅੱਜ ਇਸ ਜਗ੍ਹਾ ਅਸੀਂ ਖੜੇ ਹਾਂ ਕਿ ਜਿਹੜਾ ਅੰਦੋਲਨ ਦੇ ਇਸ ਵੇਲੇ ਲੀਡਰੀ ਹੈ ਉਹ ਤਕੈਤ ਭਰਾਵਾਂ ਦੇ ਹੱਥ 'ਚ ਹੈ, ਰਾਕੇਸ਼ ਤੇ ਨਰੇਸ਼। ਹਰਿਆਣੇ 'ਚ ਰੋਜ਼ ਨਵੀਂ ਜਗ੍ਹਾ ਜਾ ਕੇ ਹਰਿਆਣੇ ਦੇ ਵਿੱਚ ਉਹ ਮਹਾ ਪੰਚਾਇਤ ਵੱਡਾ ਉਹ ਮੀਟਿੰਗ ਕਰ ਰਹੇ ਆ, ਬਹੁਤ ਵੱਡੇ, ਬਹੁਤ ਇਕੱਠ ਹੋ ਰਿਹਾ। ਯੂਪੀ ਦੇ ਵਿੱਚ ਕੀ ਹੋਇਆ ਹੈ ਕਿ ਅਜੀਤ ਸਿੰਘ ਹੋਣਾ ਦੀ ਜਿਹੜੀ ਪਾਰਟੀ ਹੈ ਰਾਸ਼ਟਰ ਲੋਕ ਦਲ, ਉਹਨਾਂ ਦਾ ਬੇਟਾ ਜਯੰਤ ਜਿਹੜਾ ਚੌਧਰੀ ਚਰਨ ਸਿੰਘ ਦਾ ਗ੍ਰੈਂਡਸਨ ਹੈ, ਉਹ ਰੋਜ਼ ਰੈਲੀ ਕਰ ਰਿਹਾ। ਅੱਜ ਅਲੀਗੜ੍ਹ 'ਚ ਏਡੀ ਵੱਡੀ ਉਹਦੀ ਰੈਲੀ ਸੀ, ਉਹ ਟਵੀਟ ਕਰਦਾ ਰੈਲੀ ਕਰਕੇ, ਔਰ ਇੱਕ ਦਿਨ ਛੱਡ ਕੇ ਉਹ ਆਗਰਾ ਤੋਂ ਲਾ ਕੇ ਉੱਪਰ ਮੁਜ਼ੱਫਰਪੁਰ ਤੱਕ ਪੂਰਾ ਦਾ ਪੂਰਾ ਯਮਨਾ ਦੀ ਜਿਹੜੀ ਬੈਲਟ ਹੈ ਇਹਦੇ ਨਾਲ ਰੈਲੀਆਂ ਕਰ ਰਹੇ ਆ। ਬਹੁਤ ਕਿਸਾਨ ਆ ਰਹੇ ਆ, ਕਿਸਾਨ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਉਹਦਾ ਭਾਸ਼ਣ ਸੁਣਦੇ ਆ ਔਰ ਉਸ ਕਿਸਾਨਾਂ ਦੇ ਉਤਸ਼ਾਹ ਤੋਂ ਪਤਾ ਲੱਗ ਰਿਹਾ ਕਿ ਉਹ ਜਵਾਬ ਦੇ। ਹੁਣ ਇਹਦੇ 'ਚੋਂ 2 ਚੀਜ਼ਾਂ ਨਿਕਲ ਕੇ ਆਉਂਦੀਆਂ। ਬੀਜੇਪੀ ਤੇ ਕੀ ਪ੍ਰੈਸ਼ਰ ਹੈ, ਇੱਕ ਸਰਕਾਰ ਤੇ ਕੀ ਪ੍ਰੈਸ਼ਰ ਹੁੰਦਾ ਹੈ। ਇੱਕ ਤਾਂ ਇੰਟਰਨੈਸ਼ਨਲ ਪ੍ਰੈਸ਼ਰ ਹੁੰਦਾ ਹੈ ਕਿਉਂਕਿ ਦੁਨੀਆ ਭਰ ਦੇ ਪਹਿਲਾਂ ਵੈਲ ਨੋਨ ਤੁਸੀਂ ਦੇਖਿਆ ਹੀ ਹੋਣਾ, ਜਿਹੜੀ ਇੱਕ ਟਵੀਟ ਆਈ ਸਾਰਿਆਂ ਤੋਂ ਪਹਿਲਾਂ, ਇੰਟਰਨੈਸ਼ਨਲ ਸਿੰਗਰ ਹੈਗੀ ਹੈ ਉਹਦਾ ਆਪਣੀ ਰਿਹਾਨਾ, ਉਹਦੀ $500 ਮਿਲੀਅਨ ਵਰਥ ਹੈ, $500 ਮਿਲੀਅਨ। ਔਰ ਇਹਨਾਂ ਨੇ ਕਿਹਾ ਜੀ ਨਹੀਂ, ਇਹਨੇ ਪੈਸੇ ਲੈ ਕੇ ਇਹ ਟਵੀਟ ਕਰ ਦਿੱਤੀ। ਹੁਣ ਇਹ ਕੌਣ ਮੰਨੂਗਾ ਕਿ ਉਹ $500 ਮਿਲੀਅਨ ਉਹਦਾ ਵਰਥ ਹੋਵੇ, ਉਹ ਪੈਸੇ ਲੈ ਕੇ ਟਵੀਟ ਕਰੇਗੀ। ਔਰ ਉਹਨੇ ਟਵੀਟ ਕੀ ਕੀਤਾ, ਉਹਨੇ CNN 'ਚ ਇੱਕ ਆਰਟੀਕਲ ਆਇਆ ਜਿਹ 'ਚ ਦਿਖਾਇਆ ਕਿ ਇੰਨੇ ਵੱਡੇ ਸੀਮੈਂਟ ਔਰ ਲੋਹੇ ਦੇ ਬੈਰੀਕੇਡ ਬਣਾਈ ਜਾ ਰਹੇ ਨੇ, ਵਿੱਚ ਮੇਖਾਂ ਸੜਕਾਂ ਦੇ ਵਿੱਚ ਲਾਈ ਜਾ ਰਹੇ ਨੇ। ਉਹ ਫੋਟੋ CNN ਨੇ ਲਗਾ ਦਿੱਤੀ। ਰਿਹਾਨਾ ਨੇ ਕਿਹਾ ਸਾਨੂੰ ਇਹਦੇ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ, ਇਹਦੇ 'ਚ ਕੀ ਮਾੜੀ ਗੱਲ ਕਹੀ ਉਹਨੇ। ਉਹਦੇ ਪਿੱਛੇ ਅਲੀ ਕਰਕੇ ਉਹਦੇ ਪਿੱਛੇ ਪੈ ਗਏ। ਇੱਥੋਂ ਫਿਲਮ ਸਟਾਰਾਂ ਤੋਂ ਟਵੀਟ ਕਰਾ, ਇੱਥੋਂ ਕ੍ਰਿਕਟਰਾਂ ਤੋਂ ਟਵੀਟ ਕਰਾ। ਉਹਦਾ ਕੀ ਅਸਰ ਹੋਇਆ? ਉਹਦੀ ਆਪਣੀ ਫੋਲੋਇੰਗ 10 ਕਰੋੜ ਬੰਦਾ ਉਹਨੂੰ ਫੋਲੋ ਕਰਦਾ ਹੈ, ਜਿਹੜਾ ਪ੍ਰਧਾਨ ਮੰਤਰੀ ਦੀ ਫੋਲੋਇੰਗ ਨਾਲੋਂ ਡਬਲ ਹੈ। ਸੋ ਇਹਨਾਂ ਤੇ ਅਸਰ ਇਸ ਗੱਲ ਦਾ ਹੋਇਆ ਕਿਉਂਕਿ ਪ੍ਰਧਾਨ ਮੰਤਰੀ ਨੇ ਆਪਣਾ ਇੱਕ ਇਮੇਜ ਬਣਾਇਆ ਹੋਇਆ ਦੇਸ਼ ਦੇ ਅੰਦਰ, ਮੈਂ ਬੜਾ ਤਾਕਤਵਰ ਪ੍ਰਧਾਨ ਮੰਤਰੀ ਹਾਂ, ਦੇਸ਼ ਦੇ ਬਾਹਰ ਮੈਂ ਬਹੁਤ ਵੱਡਾ ਸਟੇਟਸਮੈਨ ਹਾਂ, ਮੈਨੂੰ ਬਹੁਤ ਵੱਡਾ ਇੰਟਰਨੈਸ਼ਨਲ ਲੀਡਰ ਗਿਣਿਆ ਜਾਂਦਾ ਹੈ। ਹੁਣ ਉਸ ਤੇ ਜਦ ਛਿੱਟੇ ਪਏ, ਉਸ ਦਾ ਇਹਨਾਂ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਤਕਲੀਫ ਪਹੁੰਚੀ ਕਿ ਇਹ ਕਿਉਂ ਹੋ ਰਿਹਾ। ਚਲੋ ਅਲੀ ਕਰਕੇ ਉਹਨਾਂ ਦੇ ਪਿੱਛੇ ਪੈ ਗਏ। ਉਹਦੇ ਬਾਅਦ ਮੀਨਾ ਹੈਰਿਸ, ਜਿਹੜੀ ਅਮਰੀਕਾ ਦੀ ਰਾਸ਼ਟਰਪਤੀ ਦੀ ਭਾਂਜੀ ਹੈਗੀ ਹੈ, ਉਪ ਰਾਸ਼ਟਰਪਤੀ ਦੀ, ਉਪ ਰਾਸ਼ਟਰਪਤੀ ਦੀ ਜਿਹੜੀ ਭਾਂਜੀ ਹੈ, ਉਹਨੇ ਟਵੀਟ ਕਰਤਾ। ਹੁਣ ਮੀਨਾ ਹੈਰਿਸ ਦੇ ਪਿੱਛੇ ਪੈ ਗਏ। ਲੇਕਿਨ ਕੱਲ ਜਦ ਪ੍ਰਧਾਨ ਮੰਤਰੀ ਦੀ ਪ੍ਰੈਜ਼ੀਡੈਂਟ ਬਾਈਡਨ ਨਾਲ ਗੱਲ ਹੋਈ ਹੈ, ਇੱਥੇ ਜਿਹੜਾ ਇਹਨਾਂ ਨੇ ਦੱਸਿਆ, ਇਹਨਾਂ ਨੇ ਕਿਹਾ ਜੀ ਸਿਰਫ ਇਹਨਾਂ ਚੀਜ਼ਾਂ ਤੇ ਸਾਡੀ ਗੱਲ ਹੋਈ ਹੈ ਕਿ ਕਾਨੂੰਨ ਮੁਤਾਬਕ ਇੰਟਰਨੈਸ਼ਨਲ ਰਿਲੇਸ਼ਨਸ ਕਿਵੇਂ ਚੱਲਣਗੇ। ਇੱਕ ਇੰਟਰਨੈਸ਼ਨਲ ਆਰਡਰ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ ਹੈ। ਲੇਕਿਨ ਵਾਈਟ ਹਾਊਸ ਤੋਂ ਜਿਹੜੀ ਆਈ ਹੈ, ਉਹਨਾਂ ਨੇ ਜਿਹੜੀ ਸਟੇਟਮੈਂਟ ਇਸ਼ੂ ਕੀਤੀ ਹੈ, ਉਹਦੇ 'ਚ ਬੜਾ ਸਾਫ਼ ਹੈ। ਉਹਨਾਂ ਨੇ ਕਿਹਾ ਉਹ ਵੀ ਚੀਜ਼ਾਂ ਜਿਹੜੀਆਂ ਹਿੰਦੁਸਤਾਨ ਨੇ ਕਹੀਆਂ, ਨਾਲ ਉਹਨਾਂ ਨੇ ਕਿਹਾ ਚੀਨ ਦਾ ਵੀ ਨਾਂ ਲਿਆ, ਨਾਲ ਉਹਨਾਂ ਨੇ ਕਿਹਾ ਕਿ ਡੈਮੋਕ੍ਰੇਸੀ ਜਿਹੜੀ ਹੈਗੀ ਹੈ, ਇਹ ਦੋਨੋਂ ਦੇਸ਼
ਇਹ ਕਾਮਨ ਹੈ, ਦੋਨਾਂ 'ਚ ਸਾਂਝ ਹੈ ਇੱਕ ਡੈਮੋਕ੍ਰੇਸੀ ਦੀ। ਔਰ ਇਸ ਕਰਕੇ ਡੈਮੋਕ੍ਰੇਸੀ ਦੇ ਜਿਹੜੇ ਰੂਲ ਨੇ, ਜਿਹੜੇ ਇਹਦੀ ਬੇਸਿਸ ਹੈ, ਉਹਦੇ ਮੁਤਾਬਕ ਸਾਨੂੰ ਚੱਲਣਾ ਪਏਗਾ ਨਾ। ਇਹ ਇਸ਼ਾਰਾ ਬੜਾ ਸਿੱਧਾ ਹੈ ਅਮਰੀਕਾ ਤੋਂ ਕਿ ਤੁਸੀਂ ਆਹ ਧੱਕੇਬਾਜ਼ੀ ਨਹੀਂ ਕਰ ਸਕਦੇ ਜਿਹੜੀ ਤੁਸੀਂ ਕਰ ਰਹੇ ਹੋ, ਕਿ ਜਿਹੜਾ ਬੰਦਾ ਕੋਈ ਬਾਹਰੋਂ ਇਤਰਾਜ਼ ਕਰਦਾ ਕਹੋ ਜੀ ਇਹ ਫੋਰਨ ਹੈਂਡ ਹੈ, ਇਹ ਸਾਡੀ ਦਖਲ ਅੰਦਾਜ਼ੀ ਕਰ ਰਹੇ ਆ ਸਾਡੇ ਵਿੱਚ। ਸੋ ਇਹ ਚੀਜ਼ ਇੱਥੋਂ ਨਹੀਂ ਇਹਨਾਂ ਨੇ ਦੱਸੀ, ਇਹ ਵਾਈਟ ਹਾਊਸ ਦੀ ਸਟੇਟਮੈਂਟ। ਇਹ ਛਪਾਉਣ ਦੇ ਕੀ ਕਾਰਨ ਹੈ ਜੀ? ਗੱਲ ਕੁਝ ਹੋਈ, ਦੱਸੀ ਕੁਝ ਹੋਰ ਜਾ ਰਹੀ ਹੈ, ਇਹਦੇ ਕਾਰਨ ਤੁਸੀਂ ਕੀ ਸਮਝਦੇ ਹੋ? ਉਹ ਕਾਰਨ ਬੜਾ ਸਾਫ਼ ਹੈ, ਕਿਉਂਕਿ ਇਹਦੇ ਚੋਂ ਮਤਲਬ ਨਜ਼ਰ ਆ ਰਿਹਾ ਹੈ ਕਿ ਫਿਰ ਤੁਸੀਂ ਅਮਰੀਕਾ ਦੇ ਪ੍ਰੈਜ਼ੀਡੈਂਟ ਨਾਲ ਲੜੋਗੇ, ਤੁਸੀਂ ਉਹਨਾਂ ਨੂੰ ਗਾਲਾਂ ਕੱਢੋਗੇ ਜਿਵੇਂ ਤੁਸੀਂ ਰਹਾਨਾ ਨੂੰ ਕੱਢੀਆਂ, ਜਾਂ ਤੁਸੀਂ ਮੀਨਾ ਹੈਰਿਸ ਦੇ ਪਿੱਛੇ ਪੈਨੇ ਹੋ। ਤੁਹਾਡੀ ਜਿਹੜੀ ਟ੍ਰੋਲ ਆਰਮੀ ਹੈ ਸੋਸ਼ਲ ਮੀਡੀਆ ਤੇ, ਜਿਹੜੀ ਤੁਸੀਂ ਇੰਨੇ ਹਜ਼ਾਰ ਬੰਦੇ ਇਕੱਠੇ ਕੀਤੇ ਹੈ, ਬੀਜੇਪੀ ਦਾ IT ਸੈੱਲ ਹੈ ਜਿਹੜਾ ਸਿਰਫ ਇਸ ਚੀਜ਼ ਤੇ ਇੰਤਜ਼ਾਰ ਕਰਦਾ ਕੋਈ ਬੰਦਾ ਕੁਝ ਕਹੇ, ਉਹ ਪਿੰਡਾਂ ਵਾਂਗੂ ਪਿੱਛੇ ਪੈ ਜਾਓ ਉਹਦੇ। ਫਿਰ ਤਾਂ ਹੁਣ ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਨਾਲ ਪੰਗਾ ਲਓਗੇ। ਉਹ ਇਹ ਨਹੀਂ ਲੈਣਾ ਚਾਹੁੰਦੇ, ਨਾ ਉਸ ਰਸਤੇ ਤੇ ਜਾਣਾ ਚਾਹੁੰਦੇ ਆ। ਪਰ ਇਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਪ੍ਰੈਸ਼ਰ ਹੈ ਇਹਨਾਂ ਤੇ, ਇਹ ਸਾਨੂੰ ਸਮਝਣਾ ਚਾਹੀਦਾ ਹੈ। ਭਾਵੇਂ ਸਰਕਾਰ ਕਹੇ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ, ਪ੍ਰੈਸ਼ਰ ਦੋਸਤਾਂ ਦਾ ਹੁੰਦਾ ਹੈ, ਪ੍ਰੈਸ਼ਰ ਦੁਸ਼ਮਣਾਂ ਦਾ ਵੀ ਹੁੰਦਾ ਹੈ, ਦੋਸਤਾਨੀ ਦਾ ਵੀ ਪ੍ਰੈਸ਼ਰ ਹੁੰਦਾ ਹੈ। ਇੱਕ ਦੋਸਤਾਨੀ ਦਾ ਪ੍ਰੈਸ਼ਰ ਹੈ, ਉਹ ਕਹਿ ਰਿਹਾ ਜੇ ਅਸੀਂ ਦੋਸਤੀ ਕਰਨੀ ਹੈ ਫਿਰ ਸਾਨੂੰ ਜਿਹੜੇ ਕੁਝ ਅਸੂਲ ਨੇ, ਲੋਕਤਾਂਤਰਿਕ ਤਰੀਕੇ ਦੇ ਅਸੂਲ ਨੇ, ਉਹਦੇ ਮੁਤਾਬਕ ਚੱਲਣਾ ਪਏਗਾ। ਅਸੀਂ ਕੱਲ ਨੂੰ ਮਿਆਂਮਾਰ ਦੇ ਵਿੱਚ ਜਾਂ ਨੇਪਾਲ ਦੇ ਵਿੱਚ ਜਾਂ ਚੀਨ ਦੇ ਵਿੱਚ ਕਿ ਉਹ ਬੰਦਿਆਂ ਨੂੰ ਕਿਉਂ ਫੜ ਰਹੇ ਹੈ, ਉਸ ਤੇ ਕਿਵੇਂ ਇਤਰਾਜ਼ ਕਰ ਸਕਦੇ ਹਾਂ ਜੇ ਅਸੀਂ ਖੁਦ ਹੀ ਉਹੀ ਕੰਮ ਕਰ ਰਹੇ ਹਾਂ। ਸੋ ਇਸ ਕਰਕੇ ਇਹ ਇੱਕ ਪ੍ਰੈਸ਼ਰ ਤਾਂ ਆਇਆ। ਇਹ ਦੂਜਾ ਪ੍ਰੈਸ਼ਰ ਕਿਸਾਨਾਂ ਨੇ, ਤਹਿਕੈਤ ਭਰਾਵਾਂ ਨੇ ਬੜਾ ਅੱਛਾ ਕਿਹਾ ਕਿ ਅਸੀਂ ਦੇਖੋ ਸਾਡੀ ਕੋਈ ਟਾਈਮ ਲਿਮਿਟ ਨਹੀਂ ਹੈ, ਅਸੀਂ ਤਾਂ ਅਕਤੂਬਰ ਤਾਈਂ ਇਹ ਚਲਾਵਾਂਗੇ ਆਪਣਾ। ਸੋ ਇਹ ਜਦ ਤੁਸੀਂ ਕਿਸੇ ਚੀਜ਼ ਨਾਲ, ਕਿਸੇ ਬੰਦੇ ਨਾਲ ਜਿਹਦੇ ਨਾਲ ਥੋੜੀ ਬਣਦੀ ਨਾ ਹੋਵੇ, ਗੱਲਬਾਤ ਕਰਦੇ ਹੋ, ਤਾਂ ਜੇ ਤੁਸੀਂ ਕਹੋ ਪਏ ਭਾਈ ਮੈਂ ਤਾਂ ਸਿਰਫ 1 ਮਹੀਨਾ ਹੀ ਇਹ ਕਰ ਸਕਦਾ, ਤੇ ਦੂਜਾ ਬੰਦਾ 1 ਮਹੀਨਾ ਵੇਟ ਕਰ ਲੂਗਾ ਕਿ ਆਪਣੇ ਆਪ ਮੁੜ ਜੂਗਾ ਉਹਦੇ ਬਾਅਦ। ਤਾਂ ਉਹ ਅਕਤੂਬਰ ਤਾਈਂ ਲੈ ਗਏ ਇਹਨੂੰ ਖਿੱਚ ਕੇ। ਅਕਤੂਬਰ ਦਾ ਕੀ ਮਤਲਬ ਹੁੰਦਾ ਹੈ? ਕਿਉਂਕਿ ਅਗਲੇ ਸਾਲ ਮਾਰਚ ਅਪ੍ਰੈਲ ਦੇ ਵਿੱਚ ਯੂਪੀ 'ਚ ਇਲੈਕਸ਼ਨ ਹੈ। ਜੇ ਅਕਤੂਬਰ ਤਾਈਂ ਤੁਸੀਂ ਇਹਨੂੰ ਲੈ ਜਾਂਦੇ ਹੋ, ਜਿਹੜੇ ਇਹਨਾਂ ਨੇ ਤਰੇੜਾਂ ਬੀਜੇਪੀ ਨੇ ਪਾਤੀਆਂ ਸੀ ਮੁਸਲਮਾਨ ਦੇ ਵਿੱਚ, ਜਾਟਾਂ ਦੇ ਅੰਦਰੂਨੀ, ਅਜੀਤ ਸਿੰਘ ਨਾਲ ਨੇ, ਕੁਝ ਤਕੈਤ ਨਾਲ ਨੇ, ਬੀਜੇਪੀ ਨਾਲ ਨੇ, ਉਹ ਸਾਰੀਆਂ ਤਰੇੜਾਂ ਜੁੜ ਗਈਆਂ ਨੇ। ਹੁਣ ਮੁਸਲਮਾਨ ਕੌਣ ਹੈ, ਹਿੰਦੂ ਕੌਣ ਹੈ, ਸਿੱਖ ਕੌਣ ਹੈ, ਇਹ ਨਹੀਂ ਰਿਹਾ। ਇਹ ਇੱਕ ਕਿਸਾਨਾਂ ਦਾ ਮੁੱਦਾ ਹੈ। ਔਰ ਤਕੈਤਾਂ ਨੇ ਇਹਨੂੰ ਸਿਰਫ ਇਹਦੇ ਤੇ ਆਪਣੇ ਰਾਈਸ ਤੇ ਵੀਟ, ਚੌਲ ਤੇ गेहूं ਤੇ ਨਹੀਂ ਛੱਡਿਆ। ਉਹਨਾਂ ਨੇ ਕਿਹਾ ਕਿ ਸ਼ੂਗਰ ਕੇਨ ਵੀ ਹੈ, ਇਹਦੇ ਚ ਗੰਨੇ ਦੀ ਵੀ ਗੱਲ ਕਰੋ, ਹੋਰ ਜਿਹੜੀਆਂ ਕ੍ਰੌਪਸ ਨੇ, ਫਸਲਾਂ ਨੇ, ਉਹਨਾਂ ਦੀ ਵੀ ਗੱਲ ਕਰੋ। ਸਾਰਿਆਂ ਤੇ ਮਿਨੀਮਮ ਸਪੋਰਟ ਪ੍ਰਾਈਸ ਹੋਣੀ ਚਾਹੀਦੀ ਹੈ, ਇਕੱਲੇ ਇੱਕ ਦੋ ਤੇ। ਬੀਜੇਪੀ ਦੀ ਪਾਲਿਸੀ ਇਹ ਸੀ ਪਹਿਲਾਂ ਅਸੀਂ ਸਿਰਫ ਜਿਹੜੀ MSP ਪੰਜਾਬ ਤੇ ਹਰਿਆਣੇ ਨੂੰ ਦਿੰਨੇ ਆ ਉਹਨੂੰ ਹਟਾ ਲਈਏ ਹੌਲੀ ਹੌਲੀ। ਇਹਦੇ ਚ 2 ਹੀ ਸਟੇਟਾਂ ਇਨਵੋਲਡ ਹੈ, ਇੱਕ ਚ ਸਾਡੀ ਸਰਕਾਰ ਹੈ, ਇੱਕ ਚ ਕਾਂਗਰਸ ਦੀ ਸਰਕਾਰ ਹੈ। ਇਹਨਾਂ ਨੂੰ ਪ੍ਰੈਸ਼ਰ ਪਾ ਪੂ ਕੇ ਆਪੇ ਹਟ ਜਾਣਗੇ ਇਹ। ਉਹ ਗੱਲ ਵੱਧ ਕੇ ਚਲੀ ਗਈ ਯੂਪੀ ਚ, ਉੱਥੋਂ ਚਲੀ ਗਈ ਮਹਾਰਾਸ਼ਟਰ ਚ, ਉੱਥੋਂ ਚਲੀ ਗਈ ਹੋਰ ਜਗ੍ਹਾ। ਸੋ ਇਸ ਕਰਕੇ ਇਹ ਗੱਲ ਨੂੰ ਇਹ ਅੱਗੇ ਨਾਲੋਂ ਵੱਧ ਗਈ ਹੈ, ਘਟੀ ਨਹੀਂ ਹੈ। ਦੂਜਾ ਮਸਲਾ ਇਹ ਹੈ ਕਿ ਹਰਿਆਣੇ ਦੇ ਵਿੱਚ, ਕਿਉਂਕਿ ਤਕੈਤ ਜਾ ਕੇ ਹਰਿਆਣੇ ਚ ਕਰ ਰਹੇ ਨੇ ਆਪਣਾ ਜਲਸਾ, ਔਰ ਅਜੀਤ ਸਿੰਘ ਦੀ ਜਿਹੜੀ ਪਾਰਟੀ ਆ ਉਹ ਕਰ ਰਹੀ ਹੈ ਯੂਪੀ ਚ। ਦੋਨੋਂ ਸਟੇਟਾਂ ਚ ਇਹਨਾਂ ਚ ਪ੍ਰੈਸ਼ਰ ਹੈ। ਹੁਣ ਉੱਥੇ ਤੁਸੀਂ ਜੇ ਚੌਥਾਲਾ ਸਾਹਿਬ ਨੂੰ, ਡਿਪਟੀ ਚੀਫ ਮਿਨਿਸਟਰ ਸਾਹਿਬ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਨਾਲ ਕਿੰਨੇ MLA ਨੇ, ਕਿਉਂਕਿ ਹੁੱਡਾ ਸਾਹਿਬ ਨੇ ਇਹ ਕਿਹਾ ਕਿ 5 ਤਾਂ ਸਾਡੇ ਨਾਲ ਆ ਗਏ ਨੇ, ਬਾਕੀ ਵੀ ਆ ਸਕਦੇ ਨੇ। ਕੱਲ ਨੂੰ ਬਜਟ ਦਾ ਸੈਸ਼ਨ ਹਰਿਆਣੇ ਚ ਕਿਵੇਂ ਕਰਾਏਗੀ ਸਰਕਾਰ? ਕਿੰਨਾ ਚਿਰ ਇਹਨੂੰ ਪੋਸਟਪੋਨ? ਇਹ ਬਹੁਤ ਵੱਡਾ ਸਵਾਲ ਹੈ, ਇਹ ਬਹੁਤ ਵੱਡਾ ਸਵਾਲ ਹੈ। ਇਹੀ ਸਵਾਲ ਹੈ ਕਿ ਕੀ ਜਿਹੜਾ ਬਾਹਰੋਂ ਨਜ਼ਰ ਆ ਰਿਹਾ ਕਿ ਗਵਰਨਮੈਂਟ ਹੁਣ ਗੱਲ ਕਰਨ ਨੂੰ ਤਿਆਰ ਨਹੀਂ, ਜੋ ਪ੍ਰਭਾਵ ਸਿਰਜਿਆ ਜਾ ਰਿਹਾ ਸਰਕਾਰ ਵੱਲੋਂ ਕਿ ਕਿਸਾਨ ਸਾਨੂੰ ਫੋਨ ਕਰਨ, ਅਸੀਂ ਇੱਕ ਫੋਨ ਕਾਲ ਦੀ ਦੂਰੀ ਤੇ ਆ। ਸਾਰੇ ਮੰਤਰੀ ਇਹ ਗੱਲ ਵੱਖ-ਵੱਖ ਪਲੇਟਫਾਰਮ ਤੋਂ ਕਹਿ ਰਹੇ ਆ, ਪ੍ਰਧਾਨ ਮੰਤਰੀ ਪਾਰਲੀਮੈਂਟ ਚੋਂ ਕਹਿ ਰਿਹਾ, ਇਹ ਵੱਖ-ਵੱਖ ਥਾਵਾਂ ਤੋਂ ਕਹਿ ਰਿਹਾ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ, ਪਰ ਕਿਸਾਨ ਪਹਿਲ ਕਰਨ। ਤੁਹਾਨੂੰ ਲੱਗਦਾ ਹਾਲਾਤ ਇਹੋ ਜਿਹੇ ਬਣ ਜਾਣਗੇ ਕਿ ਸਰਕਾਰ ਜੋ ਦਿਖਾਵਾ ਕਰ ਰਹੀ ਹੈ ਕਿ ਅਸੀਂ ਪਹਿਲ ਹੁਣ ਨਹੀਂ ਕਰਨੀ, ਕਿਸਾਨ ਪ੍ਰਪੋਜ਼ਲ ਲਿਆਉਣ, ਪ੍ਰਸਤਾਵ ਦੇਣ? ਤੁਹਾਨੂੰ ਲੱਗਦਾ ਕਿ ਹਰਿਆਣੇ ਔਰ ਯੂਪੀ 'ਚ ਸੰਕਟ ਖੜਾ ਹੋਣ ਲੱਗਿਆ ਇਹਨਾਂ ਲਈ ਸਿਆਸੀ? ਇਹਨਾਂ ਨੂੰ ਪਹਿਲ ਕਰਨੀ ਹੀ ਪਊਗੀ। ਜਿਹੜੀ ਇਹ ਬਹੁਤ ਤਿੱਖੀ ਭਾਸ਼ਾ ਬੋਲ ਰਹੇ ਆ, ਜਿਹੜੀ ਇਹ ਗੱਲਬਾਤ ਨਾ ਕਰਨ ਦਾ ਇੱਕ ਸੰਕੇਤ ਦੇ ਰਿਹਾ, ਇਹਨਾਂ ਨੂੰ ਗੱਲਬਾਤ 'ਚ ਆਪ ਅੱਗੇ ਆਉਣਾ ਪਊਗਾ, ਵਿਚੋਲੀਏ ਪਾਉਣੇ ਪੈਣਗੇ। ਤੁਹਾਨੂੰ ਲੱਗਦਾ ਕਿ ਹਰਿਆਣਾ ਇਹਨਾਂ ਦੇ ਹੱਥੋਂ ਜਾ ਸਕਦਾ? ਇਹ ਬਜਟ ਸੈਸ਼ਨ ਇਹਨਾਂ ਲਈ ਵਾਟਰਲੂ ਹੋ ਸਕਦਾ? ਦੇਖੋ, ਜੇ ਨਾ ਹੋਵੇ ਤਾਂ ਹੁਣ ਤਾਂ ਇਹ ਬੁਲਾ ਲੈਂਦੇ ਆਪਣਾ ਸੈਸ਼ਨ ਜੀ। ਔਰ ਇਹ ਜੇ ਤੁਸੀਂ ਦੇਖੋ ਕਿਤੇ ਵੀ ਇਹ ਆਪਣੀ
ਰੈਲੀ ਨਹੀਂ ਕਰ ਸਕ ਰਹੇ, ਨਾ ਬੀਜੇਪੀ ਵਾਲੇ ਔਰ ਨਾ ਹੀ ਜੇਜੇਪੀ ਵਾਲੇ। ਕਿਤੇ ਆਪਣੀ ਰੈਲੀ ਕਰਨ ਜਾਂਦੇ ਆ, ਉੱਥੇ ਕਿਸਾਨ ਅੱਗੇ ਆ ਜਾਂਦੇ ਆ, ਉਹਨਾਂ ਨੂੰ ਚੱਲਣ ਨਹੀਂ ਦਿੰਦੇ। ਤਾਂ ਇਸ ਕਰਕੇ ਹਰਿਆਣੇ ਦੇ ਵਿੱਚ ਤੁਸੀਂ ਸਿਰਫ ਇਹ ਕਹੋਗੇ ਕਿ ਹਰਿਆਣਾ ਨੂੰ ਅਸੀਂ ਉੱਥੋਂ ਦੇ ਜਾਟਾਂ ਨੂੰ ਵੰਡ ਕੇ ਉਹ 3-4 ਜਗ੍ਹਾ ਉਹਨਾਂ ਦੀਆਂ ਵੋਟਾਂ ਚਲੇ ਜਾਵਾਂਗੇ, ਅਸੀਂ ਬਾਕੀ ਜਿਹੜੇ ਤਬਕੇ ਆ ਉਹਨਾਂ ਨੂੰ ਇਕੱਠੇ ਕਰਕੇ ਰਾਜ ਚਲਾਈ ਜਾਵਾਂਗੇ, ਉਹ ਨਹੀਂ ਚੱਲ ਰਿਹਾ। ਸੋ ਇਸ ਕਰਕੇ ਜਦ ਵੀ ਇਹ ਕਰਨਗੇ, ਇਹ ਇਹਨਾਂ ਨੂੰ ਸੋਚਣਾ ਪਏਗਾ, ਕਿਉਂਕਿ ਤਕੈਤ ਦੂਜੇ ਤੀਜੇ ਦਿਨ ਰੈਲੀ ਹੋ ਰਹੀ ਹੈ ਤਕੈਤ ਦੀ। ਉਹ ਆ ਕੇ ਉੱਥੇ ਇੱਕ ਭਰਾ ਉੱਥੇ ਬੈਠੇ ਨੇ ਆਪਣੇ ਯੂਪੀ ਦੇ ਵਿੱਚ, ਜਿੱਥੇ ਇਹਨਾਂ ਨੇ ਧਰਨਾ ਦਿੱਤਾ ਹੋਇਆ, ਔਰ ਦੂਜਾ ਭਰਾ ਕੈਂਪੇਨਿੰਗ ਕਰ ਰਿਹਾ, ਔਰ ਯੂਪੀ ਦੇ ਵਿੱਚ ਜਿਵੇਂ ਕਿਹਾ ਜयंत ਸਿੰਘ ਕਰ ਰਿਹਾ ਕੈਂਪੇਨਿੰਗ। ਸੋ ਦੋਨੋਂ ਪਾਸੇ ਇਹ ਚੀਜ਼ ਇਹਨਾਂ ਨੂੰ, ਯੂਪੀ ਦਾ ਤਾਂ ਕਿਉਂਕਿ ਹਲੇ ਇਹਨਾਂ ਕੋਲ ਸਾਲ ਬਚਿਆ, ਲੇਕਿਨ ਹਰਿਆਣਾ ਦਾ ਤਾਂ ਸਾਲ ਨਹੀਂ ਬਚਿਆ। ਇਹਨਾਂ ਨੂੰ 31 ਮਾਰਚ ਦੇ ਬਾਅਦ ਜੇ ਬਜਟ ਨਹੀਂ ਪਾਸ ਕਰਦੇ ਤਾਂ ਹਰਿਆਣਾ ਗਵਰਨਮੈਂਟ ਕੋਲ ਪੈਸੇ ਨਹੀਂ ਹੋਣੇ, ਕਿਵੇਂ ਚਲਾਣਗੇ ਗਵਰਨਮੈਂਟ। ਸੋ ਇਸ ਕਰਕੇ ਇਹਨਾਂ ਨੂੰ ਇਹ ਮੇਰੇ ਖਿਆਲ ਆਪਣੇ ਜਾਣੇ ਦਿਖਾਉਣ ਲਈ ਆਪਣਾ ਸੀਨਾ ਚੌੜਾ ਕਰ ਰਹੇ ਨੇ, ਲੇਕਿਨ ਇਹਨਾਂ ਨੂੰ ਨੀਚੇ ਉਤਰਨਾ ਹੀ ਪੈਣਾ, ਕਿਉਂਕਿ ਕਿਸਾਨ ਫਟ ਨਹੀਂ ਰਹੇ, ਉਹਨਾਂ ਦੀ ਯੂਨਿਟੀ ਹੋ ਰਹੀ ਹੈ, ਇਕੱਠੇ ਨੇ, ਔਰ ਉਹ ਬੜੀ ਸਿੱਧੀ ਸਪਸ਼ਟ ਗੱਲ ਚ ਕਹਿ ਰਹੇ ਹੈ ਕਿ ਸਾਡੇ ਨਾਲ ਇਹਦੇ ਚ ਕੋਈ ਬਹੁਤ ਹੀ ਕੀਨਾਮੀਨੀ ਨਾ ਕਰੋ, ਤੁਸੀਂ ਸਿੱਧੇ ਆਪਣੇ ਕਹੋ ਅਸੀਂ ਕਾਨੂੰਨ ਵਾਪਸ ਲੈਣੇ ਆ ਔਰ MSP ਅਸੀਂ ਦੇਵਾਂਗੇ। ਇਹ ਪਹਿਲਾਂ ਕਹੋ, ਇਹਦੇ ਚ ਅਸੀਂ ਫੋਨ ਜਾਂ ਪਹਿਲਾਂ ਕਰੋ ਜਾਂ ਪਿੱਛੇ ਕਰੋ ਜਾਂ ਗੱਲਬਾਤ ਕਰੋ। ਉਹ ਕਹਿੰਦੇ ਅਸੀਂ ਕਾਨੂੰਨ ਦੇ ਵਿੱਚ ਨਹੀਂ ਵੜਨਾ ਕਿ ਇਹਦੇ ਚ ਜੇ 4 ਨੰਬਰ ਸੈਕਸ਼ਨ ਚੇਂਜ ਕਰ ਦੋ, 5 ਨੂੰ ਥੋੜਾ ਜਿਹਾ ਹਲਕਾ ਕਰ ਦੋ। ਉਹ ਇਹ ਚਲਾਕੀ ਚ ਵੜਨਾ ਹੀ ਨਹੀਂ ਚਾਹੁੰਦੇ। ਉਹ ਕਹਿੰਦੇ ਇਹ ਵਕੀਲਾਂ ਦੀ ਲੜਾਈ ਨਹੀਂ ਹੈ, ਇਹ ਪੋਲੀਟੀਕਲ ਲੜਾਈ ਹੈ, ਇਹ ਪੋਲੀਟੀਕਲ ਲੜਾਈ ਹੈ। ਇਸ ਕਰਕੇ ਇਹ ਲੜਾਈ ਇਸ ਤਰੀਕੇ ਨਾਲ ਲੜੀ ਜਾਏਗੀ। ਤੁਸੀਂ ਸਪਸ਼ਟ 2 ਕਦਮ ਪਿੱਛੇ ਹਟੋ। ਪਰ ਹੋ ਸਕਦਾ ਹੈ ਕਿ ਮੈਂ ਨਹੀਂ ਇਹ ਸਮਝਦਾ ਕਿ ਗਵਰਨਮੈਂਟ ਨੇ ਕੋਈ ਚੈਨਲ ਖੁੱਲੀ ਨਾ ਰੱਖੀ ਹੋਵੇ, ਕਿਉਂਕਿ ਉਦੋਂ ਜਦ ਨਰੇਸ਼ ਟਕੈਤ ਬੋਲ ਰਹੇ ਸੀਗੇ, ਉਹਨਾਂ ਦੇ ਭਰਾ ਨੇ ਜਿਹੜੇ ਰਾਕੇਸ਼ ਦੇ, ਉਹ ਕਹਿ ਰਹੇ ਸੀਗੇ ਕਿ ਸਾਡੀ ਜੋ ਟੈਲੀਵਿਜ਼ਨ ਤੇ ਇੰਟਰਵਿਊ ਦਿੱਤੀ ਹੈ ਬਾਲੀਅਨ ਵਗੈਰਾ, ਬਾਲੀਅਨ ਦਾ ਤੁਸੀਂ ਨਾਂ ਸੁਣਿਆ, ਉਹਦੇ ਤੇ ਕੇਸ ਦੀ ਵੀ ਉਦੋਂ ਗੱਲ। ਸੋ ਇਸ ਕਰਕੇ ਬਾਲੀਅਨ ਜਿਹੜਾ ਕਾਂਗਰਸ ਦਾ MP ਹੈ, ਉਹ ਕਹਿ ਰਿਹਾ ਸਾਡਾ ਰਿਸ਼ਤੇਦਾਰ ਹੈ, ਸਾਡੀ ਕੋਈ ਆਪਸ ਚ ਤਰੇੜਾ ਨਹੀਂ ਹੈਗੀਆਂ, ਉਹ ਵੀ ਸਾਡੇ ਨਾਲ ਸਹਿਮਤ ਹੈ, ਉਹ ਸਿਰਫ ਬੋਲ ਨਹੀਂ ਸਕਦਾ ਕਿਉਂਕਿ ਬੀਜੇਪੀ ਚ ਹੈ। ਸੋ ਮੇਰੇ ਖਿਆਲ ਯੂਪੀ ਵਾਲੇ ਜਿਹੜੇ ਜਾਟ ਫੈਕਸ਼ਨ ਹੈ, ਉਹਨੇ ਆਪਣੀ ਕੋਈ ਚੈਨਲ ਖੁੱਲੀ ਰੱਖੀ ਹੋਈ ਹੈ, ਉਹ ਗੱਲਬਾਤ ਪਿਛਲੇ ਰਸਤੋਂ ਗੱਲਬਾਤ ਆਪਣੀ ਕਨਵੇ ਕਰਦੇ ਹੋਣੇ ਆ। ਲੇਕਿਨ ਹੁੰਦਾ ਕੀ ਹੈ ਇਹਦੇ ਚ, ਜਦ ਤੁਸੀਂ ਇੱਕ ਅੰਦੋਲਨ ਚਲਾ ਰਹੇ ਹੋ, ਅੰਦੋਲਨ ਵੀ ਆਪਣੀ ਸਪੀਡ ਫੜ ਲੈਂਦਾ ਹੈ। ਫਿਰ ਉਹਦਾ ਅੰਦੋਲਨ ਦਾ ਜਿਹੜਾ ਲੀਡਰ ਹੁੰਦਾ ਹੈ, ਉਹਨੂੰ ਇਹ ਨਹੀਂ ਪਤਾ ਹੁੰਦਾ ਅੰਦੋਲਨ ਨੂੰ ਲੀਡਰ ਅੱਗੇ ਲਿਜਾ ਰਿਹਾ ਜਾਂ ਲੀਡਰ ਨੂੰ ਅੰਦੋਲਨ ਅੱਗੇ ਲਿਜਾ ਰਿਹਾ। ਇਹ ਵੀ ਗੱਲ ਠੀਕ ਹੈ ਜੀ। ਹਾਂ, ਫਿਰ ਅੰਦੋਲਨ ਨੂੰ ਵੀ ਮੁਸ਼ਕਲ ਹੋ ਜਾਂਦਾ ਹੈ। ਕੋਈ ਇਹੀ ਜੀ ਗੱਲ ਨਹੀਂ ਉਹ ਕਰ ਸਕਦਾ ਕਿ ਉਹ ਕੰਪਰੋਮਾਈਜ਼ ਕਰ ਲੇ ਜਾ ਕੇ, ਕਿਉਂਕਿ ਫਿਰ ਉਹਦੀ ਲੀਡਰ ਹੀ ਜਾਂਦੀ ਰਹੇਗੀ। ਸਰ ਇੱਥੇ ਇੱਕ ਸਵਾਲ ਜਿਹੜਾ ਐਡਰੈਸ ਕਰਨ ਵਾਲਾ ਹੈ, ਉਹ ਇਹ ਹੈ ਕਿ ਇਸ ਵੇਲੇ ਜੇ ਗਵਰਨਮੈਂਟ ਨੂੰ ਸਮਝਣਾ ਹੋਵੇ, ਕਿਉਂਕਿ ਤੁਸੀਂ ਤਾਂ ਅੰਦਰ ਰਹੇ ਹੋ, ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਕਿਸ ਤਰ੍ਹਾਂ ਦੀ ਮੂਵ ਲੈਂਦੀ ਹਮੇਸ਼ਾ। ਇਸ ਵੇਲੇ ਗਵਰਨਮੈਂਟ ਨੂੰ ਸਿੱਖ ਪੱਤਾ ਵਾਰਾ ਖਾਂਦਾ ਜਾਂ ਉਹਨਾਂ ਨੂੰ ਟਕੈਤਾਂ ਵਾਲਾ ਪੱਤਾ ਵਾਰਾ ਖਾਂਦਾ? ਕਿਉਂਕਿ ਆਮ ਤੌਰ ਤੇ ਹੀ ਸਵਾਲ ਆ ਜਾਂਦਾ ਕਿ ਕੀ ਕਿਤੇ ਗਵਰਨਮੈਂਟ ਨੇ ਟਕੈਤ ਭਰਾਵਾਂ ਨੂੰ ਡੋਮੀਨੇਟ ਕਰਨ ਲਈ ਸਪੇਸ ਦਿੱਤੀ ਹੈ ਕਿ ਸਿੱਖ ਮੂਵਮੈਂਟ ਨੂੰ ਬਦਲਿਆ ਜਾ ਸਕੇ, ਪੰਜਾਬ ਹਰਿਆਣਾ ਦੀ ਮੂਵਮੈਂਟ ਨੂੰ ਇਧਰ ਟਿਲਟ ਕੀਤਾ ਜਾ ਸਕੇ? ਦੂਜਾ ਜਿਹੜਾ ਸਵਾਲ ਆ ਕਿ ਕੀ ਮੋਦੀ ਸਾਹਿਬ ਜਦੋਂ ਪਾਰਲੀਮੈਂਟ ਦੇ ਵਿੱਚ ਸਿੱਖਾਂ ਨਾਲ ਆਪਣੀ ਭਾਵਨਾਤਮਕ ਸਾਂਝ ਨੂੰ ਔਰ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਨੇ, ਤੇ ਇਹ ਗੱਲ ਅੰਦਰੋਂ ਆ ਰਹੀ ਹੋ ਸਕਦੀ ਹੈ, ਇਹਦਾ ਕੋਈ ਅਸਰ ਵੀ ਹੋ ਸਕਦਾ ਹੈ? ਇਸ ਅੰਦੋਲਨ ਨੂੰ ਗਵਰਨਮੈਂਟ ਟਕੈਤਾਂ ਰਾਹੀਂ ਦੇਖ ਰਹੀ ਹੈ ਹੁਣ ਇਸ ਵੇਲੇ, ਜੋ ਉਹਨਾਂ ਦਾ ਵਿਊ ਪੁਆਇੰਟ, ਜਾਂ ਉਹਨਾਂ ਨੂੰ ਵਾਰਾ ਕੀ ਖਾ ਰਿਹਾ ਹੋਊਗਾ? ਟਕੈਤ ਵਾਰਾ ਖਾ ਰਹੇ ਜਾਂ ਸਿੱਖ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਜਾਂ ਜਿਹਨੇ ਡੋਮੀਨੇਟ ਹੁਣ ਤੱਕ ਕੀਤਾ ਸੀ 32 ਕਿਸਾਨ ਜਥੇਬੰਦੀਆਂ ਨੇ? ਦੇਖੋ, ਮੋਟੀ ਗੱਲ ਹੈ, ਜੇ ਤਕੈਤ ਅਸੀਂ ਇਹ ਮੰਨ ਵੀ ਲਈਏ ਕਿ ਤਕੈਤ ਅੰਦਰੋਂ ਇੱਕ ਚੈਨਲ ਖੁੱਲੀ ਰੱਖ ਰਹੇ ਨੇ ਬੀਜੇਪੀ ਨਾਲ, ਕੱਲ ਨੂੰ ਜੇ ਤਕੈਤ ਇਹ ਵੀ ਕਹਿੰਦੇ ਆ ਜੀ ਚਲੋ ਸਾਨੂੰ ਕੋਈ ਗੰਨੇ ਦੇ ਮੁੱਲ ਤੇ ਇਹ ਦੇ ਦਿੰਦੇ ਹੈ, ਪਰ ਉਸ ਜਗ੍ਹਾ ਜੇ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਕਿ ਯੂਪੀ ਚ ਕੈਂਪੇਨਿੰਗ ਔਰ ਜਲਸੇ ਦੀ ਜਿਹੜੀ ਮੀਟਿੰਗ ਹੈ, ਉਹ ਤਾਂ ਅਜੀਤ ਸਿੰਘ ਦਾ ਲੜਕਾ ਕਰ ਰਿਹਾ। ਸੋ ਜਯੰਤ ਜਿਹੜਾ ਹੈ, ਉਦੋਂ ਜਦ ਆਪਣਾ ਜਿਹੜਾ ਇੱਕ ਸਿੱਖ ਨੌਜਵਾਨ ਮਾਰਿਆ ਗਿਆ ਸੀਗਾ ਰਾਮਪੁਰ ਵਾਲਾ, ਉੱਥੇ ਅਫਸੋਸ ਕਰਨ ਜਦ ਕਾਂਗਰਸ ਦੇ ਨੇਤਾ ਪ੍ਰਿਯੰਕਾ ਗਾਂਧੀ ਔਰ ਰਾਹੁਲ ਗਾਂਧੀ ਗਏ ਹੈ, ਜਯੰਤ ਉੱਥੇ ਸੀਗਾ। ਸੋ ਇਸ ਕਰਕੇ ਜੇ ਤਕੈਤ ਭਰਾ ਕੋਈ ਕੰਪਰੋਮਾਈਜ਼ ਕਰਨਗੇ, ਉਹ ਜਾਟ ਉਹਦੇ ਨਾਲ ਤਾਂ ਨਹੀਂ ਨਾ ਵਾਪਸ ਜਾਣ ਲੱਗੇ। ਨਹੀਂ, ਪਰ ਅਜੀਤ ਸਿੰਘ ਦਾ ਪਰਿਵਾਰ ਇੰਨਾ ਪ੍ਰਭਾਵੀ ਯੂਪੀ ਦੀ ਪੋਲਿਟਿਕਸ ਵਿੱਚ ਜਯੰਤ ਇੰਨਾ ਪ੍ਰਭਾਵੀ ਰਹਿ ਸਕਦਾ ਹੈ ਕਾਂਗਰਸ ਦੇ ਨਾਲ ਰਲ ਕੇ ਚੱਲਣ ਦੇ ਵਿੱਚ, ਜਾਂ ਉੱਥੇ ਚਿਹਰਾ ਬਣਨ ਦੇ ਵਿੱਚ? ਤੁਹਾਨੂੰ ਲੱਗਦਾ ਕਿ ਬੀਜੇਪੀ ਨੂੰ ਕੋਈ ਪਰੇਸ਼ਾਨੀ ਦੇ ਸਕਦਾ ਇਹ ਪਰਿਵਾਰ?
ਦੇਖੋ ਹੁਣ ਤਾਂ ਇਹ ਜਦ ਜਯੰਤ ਨਾਲ ਗੱਲ ਹੁੰਦੀ ਸੀਗੀ, ਮੈਂ ਪੁਰਾਣੀ ਗੱਲ ਦੱਸ ਰਿਹਾ, ਜਦ ਇਲੈਕਸ਼ਨ ਹਾਰ ਗਿਆ, ਕਿਉਂਕਿ ਜਯੰਤ ਨੇ ਮੈਨੂੰ ਚੌਧਰੀ ਚਰਨ ਸਿੰਘ ਟਰਸਟ, ਜਿਹੜਾ ਉਹਨਾਂ ਦਾ ਗ੍ਰੈਂਡਫਾਦਰ ਦਾ ਟਰਸਟ ਹੈ, ਉਹਦੇ 'ਚ ਇਨਵਾਈਟ ਕਰਕੇ ਮੈਨੂੰ ਕਿਹਾ ਜੀ ਤੁਸੀਂ ਸਾਡੇ ਟਰਸਟ 'ਚ ਮੈਂਬਰ ਬਣੋ। ਸੋ ਮੈਂ ਚੌਧਰੀ ਚਰਨ ਸਿੰਘ, ਜਿਹੜਾ ਬਹੁਤ ਪੁਰਾਣਾ ਚੌਧਰੀ ਸਾਹਿਬ ਦੇ ਟਾਈਮ ਦਾ ਟਰਸਟ ਹੈ, ਉਹਦੇ ਟਰਸਟੀ ਹੈ। ਸੋ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਹੈ ਜਯੰਤ ਨਾਲ। ਦੇਖੋ ਜਯੰਤ ਇਹ ਕਹਿੰਦਾ ਸੀਗਾ ਕਿ ਜਦ ਕਮਿਊਨਲ ਰਾਈਟਸ ਹੋਏ ਹੈ, ਮੁਸਲਮਾਨ ਹਿੰਦੂ ਦੀ ਝਗੜਾ ਹੋਇਆ 4 ਸਾਲ ਪਹਿਲਾਂ, 5 ਸਾਲ ਪਹਿਲਾਂ ਯੂਪੀ ਦੀ ਇਲੈਕਸ਼ਨ ਤੋਂ, ਉਹਦੇ ਬਾਅਦ ਹੀ ਇਹ ਕਹਿੰਦਾ ਸੀਗਾ ਕਿ ਜਦ ਜਾ ਕੇ ਅਸੀਂ ਆਪਣੇ ਜਾਟ ਭਰਾਵਾਂ ਨਾਲ ਗੱਲ ਕਰਦੇ ਹਾਂ, ਉਹ ਕਿਸੇ ਹੋਰ ਆ ਜਾਂਦੇ ਨੇ ਮੀਟਿੰਗ ਤੇ, ਲੇਕਿਨ ਉਹਨਾਂ ਦਾ ਮਨ ਨਹੀਂ ਹੁੰਦਾ ਮੀਟਿੰਗ 'ਚ। ਹੁਣ ਜਿਹੜਾ ਉਹਨੂੰ ਰਿਐਕਸ਼ਨ ਮਿਲ ਰਿਹਾ ਹੈ, ਉਹ ਜਾਟ ਵਾਪਸ ਆ ਗਿਆ, ਉਹ ਦੁਬਾਰਾ ਉਸ ਲਾਈਨ ਤੇ ਆ ਗਿਆ ਜਿੱਥੇ ਚਰਨ ਸਿੰਘ ਵੇਲੇ ਜਾਂ ਉਹਦੇ ਫਾਦਰ ਵੇਲੇ ਜਾਟ ਇੱਕ ਧੜ 'ਚ ਇਕੱਠਾ ਹੁੰਦਾ ਸੀਗਾ। ਸੋ ਇਸ ਕਰਕੇ ਉਹਨੂੰ ਦੁਬਾਰਾ ਤੁਸੀਂ ਲਿਜਾ ਨਹੀਂ ਸਕਦੇ, ਕਿਉਂਕਿ ਉਹ ਮੁੱਦੇ ਤੇ ਆਇਆ ਹੈ। ਉਹ ਮੁੱਦੇ ਤੇ ਆਉਣ ਦੇ ਬਾਅਦ ਜੇ ਕੋਈ ਬੰਦਾ ਕੰਪਰੋਮਾਈਜ਼ ਕਰੇਗਾ ਤਾਂ ਯੂਪੀ ਦਾ ਜਾਟ, ਹਰਿਆਣਾ ਦਾ ਜਾਟ, ਪੰਜਾਬ ਦਾ ਜਾਟ ਇੱਕੋ ਜਿਹੇ ਹੈ ਸਾਰੇ, ਫਿਰ ਉਹਨੂੰ ਛੱਡ ਜਾਣਗੇ। ਜਿਹੜਾ ਬੰਦਾ ਕਹੇਗਾ ਨਹੀਂ ਦੇਖੋ ਇਹ ਕੰਪਰੋਮਾਈਜ਼ ਨਹੀਂ ਕਰਦਾ, ਜਿਹੜਾ ਬੰਦਾ ਤਕੜਾ ਖੜਾ ਰਹੂਗਾ ਆਪਣੀਆਂ ਮੰਗਾਂ ਤੇ, ਉਹਦੇ ਨਾਲ ਜੁੜਨਗੇ। ਸੋ ਇਸ ਕਰਕੇ ਮੈਨੂੰ ਲੱਗਦਾ ਤਕੈਤ ਭਰਾਵਾਂ ਨੂੰ ਵੀ ਮੁਸ਼ਕਲ ਹੋਵੇਗੀ। ਮੈਨੂੰ ਸਰਦਾਰ ਜੀ ਇਹ ਵੀ ਜ਼ਰਾ ਕਲੀਅਰ ਕਰਦੇ ਜਾਇਓ, ਕਿਉਂਕਿ ਤੁਹਾਡੀ ਪਕੜ ਬੜੀ ਮਜ਼ਬੂਤ ਹੈ ਇਹਨਾਂ ਖਿੱਤਿਆਂ ਵੱਲ ਵੀ, ਔਰ ਲੀਡਰਸ਼ਿਪ ਨਾਲ ਤੁਹਾਡੇ ਸੰਬੰਧ ਬੜੇ ਸੁਖਾਵੇਂ ਆ, ਕਿ ਜਿਹੜੇ ਜਾਟ ਨੇ ਉਹ ਕਿੰਨੇ ਕੁ ਪ੍ਰਭਾਵਸ਼ਾਲੀ ਨੇ, ਉਹ ਕਿੰਨਾ ਕੁ ਉੱਥੋਂ ਦੀ ਪੋਲਿਟਿਕਸ ਨੂੰ ਪ੍ਰਭਾਵਿਤ ਕਰਦੇ ਆ ਵੋਟ ਬੈਂਕ ਦੇ ਨਜ਼ਰੀਏ ਤੋਂ। ਇਹ ਪ੍ਰਤੀਸ਼ਤਤਾ ਕਿੰਨੀ ਕਹਿ ਕੇ ਜਿਹੜੀ ਬੀਜੇਪੀ ਦੀ ਸੈਂਟਰਲ ਗਵਰਨਮੈਂਟ ਨੂੰ ਵੀ ਡਰਾ ਸਕੇ ਕਿ ਜੇ ਯੂਪੀ ਹੱਥੋਂ ਚਲੇ ਜਾਂਦਾ ਹੈ ਜਾਂ ਯੂਪੀ ਦੇ ਵਿੱਚ ਟਫ ਟੱਕਰ ਮਿਲਦੀ ਹੈ ਤੇ ਸਾਡੇ ਲਈ ਔਖਾ ਹੋਊਗਾ, ਤਾਂ ਕਿ ਕਿਸਾਨ ਅੰਦੋਲਨ ਨੂੰ ਸਹੀ ਪਰਿਪੇਖ ਦੇ ਵਿੱਚ ਉਹ ਐਡਰੈਸ ਕਰਨ। ਅਜੇ ਤੱਕ ਤਾਂ ਜਿਹੜੀ ਵੀ ਗੱਲਬਾਤ ਹੋ ਰਹੀ ਆ ਉਹਨੂੰ ਲਾਈਟਲੀ ਲੈਂਦੇ ਰਹੇ ਆ, ਜਦੋਂ ਇੰਟਰਨੈਸ਼ਨਲ ਪ੍ਰੈਸ਼ਰ ਆਇਆ ਤੇ ਉਦੋਂ ਇਹ ਸੀਰੀਅਸ ਹੋਏ ਨਜ਼ਰ ਆਏ। ਉਸ ਤੋਂ ਪਹਿਲਾਂ ਤਾਂ ਪ੍ਰਧਾਨ ਮੰਤਰੀ ਬੋਲਣਾ ਵੀ ਮੁਨਾਸਬ ਨਹੀਂ ਸਮਝਦੇ। ਸੋ ਇਹ ਜਾਟ ਜਿਹੜੀ ਵੋਟ ਹੈ ਪ੍ਰਤੀਸ਼ਤਤਾ, ਉਹ ਅਸਰ ਅੰਦਾਜ਼ ਹੈ। ਦੇਖੋ ਜਾਟ ਜੇ ਇਕੱਠਾ ਹੋ ਜਾਂਦਾ ਹੈ ਵੈਸਟਰਨ ਯੂਪੀ ਦਾ, ਕੱਲਾ ਫਿਰ ਜਾਟ ਨਹੀਂ ਰਹਿੰਦਾ। ਜੇ ਤੁਸੀਂ ਦੇਖੋ ਜਿਹੜੀ ਇੱਥੇ ਗਾਜ਼ੀਪੁਰ ਵਾਲੇ ਬਾਰਡਰ ਤੇ ਜਿਹੜੇ ਆਏ ਹੋਏ ਆ ਬੰਦੇ, ਉਹਦੇ 'ਚ ਵਰਕਰਸ ਵੀ ਹੈ। ਪੰਜਾਬ ਦੇ ਵੀ ਇਹ ਹੋਇਆ ਕਿ ਕੱਲਾ ਸਿਰਫ ਕਿਸਾਨ ਨਹੀਂ ਹੈ, ਕਿਸਾਨ ਦੇ ਜਿਹਨਾਂ ਨੂੰ ਫਸਲ ਤੇ ਕੰਮ ਕਰਦਾ ਹੈ ਉਹਦੇ ਤੇ ਵੀ ਅਸਰ ਪਿਆ, ਉਹ ਵੀ ਨਾਲ ਹੈ। ਅੱਛਾ, ਦੂਸਰਾ ਜੇ ਮਾਇਆਵਤੀ ਚੁੱਪ ਰਹਿਣਗੇ, ਮਾਇਆਵਤੀ ਦੀ ਵੋਟ ਟੁੱਟ ਜਾਏਗੀ 20-22%, 25% ਜਿਹੜੀ ਵੋਟ ਹੈ, ਕਿਉਂਕਿ ਚੰਦਰ ਸ਼ੇਖਰ ਆਜ਼ਾਦ ਉਹ ਇੱਥੇ ਗਾਜ਼ੀਪੁਰ ਬਾਰਡਰ ਤੇ ਆਇਆ, ਨੌਜਵਾਨ ਲੀਡਰ ਹੈ ਸ਼ਡਿਊਲ ਕਾਸਟ ਦਲਿਤ ਦਾ। ਨਈ ਲੀਡਰਸ਼ਿਪ ਉੱਭਰ ਕੇ ਆ ਜਾਏਗੀ। ਪਰ ਮੈਨੂੰ ਇਹ ਲੱਗ ਰਿਹਾ ਕਿ ਵੈਸਟਰਨ ਯੂਪੀ ਦਾ ਜਿਹੜਾ ਮਾਹੌਲ ਬਣ ਰਿਹਾ ਹੈ, ਉਹਦੇ 'ਚ ਇੱਕ ਤਾਂ ਮੁਸਲਮਾਨ ਜਾਟ ਤੇ ਹਿੰਦੂ ਜਾਟ ਦੇ ਵਿੱਚ ਜਿਹੜੀਆਂ ਤਰੇੜਾਂ ਆ ਗਈਆਂ ਸੀ ਉਹ ਘਟ ਗਈਆਂ ਜੀ। ਔਰ ਇਹ ਜੇ ਇਹਨਾਂ ਦਾ ਫਾਸਲਾ ਘਟਦਾ ਰਿਹਾ ਔਰ ਇਹ ਦੁਬਾਰਾ ਇਕੱਠੇ ਹੋ ਗਏ, ਸੋ ਫਿਰ ਤੁਸੀਂ ਗਿਣ ਰਹੇ ਹੋ ਕਿ ਮੁਸਲਿਮ ਵੋਟ ਵੀ ਉਧਰ ਹੀ ਚੱਲੇਗੀ, ਜਾਟ ਵੋਟ ਵੀ ਉਧਰ ਚੱਲੇਗੀ, ਔਰ ਕੁਝ ਦਲਿਤ ਵੋਟ ਵੀ ਇਹਨਾਂ ਦੇ ਨਾਲ ਆ ਜਾਏਗੀ। ਔਰ ਜੇ ਤੁਸੀਂ ਤਿਕੋਣਾ ਉੱਥੇ ਚੁਕੌਣੀ ਲੜਾਈ ਹੋ ਰਹੀ ਹੋਵੇ ਕਿ ਮਾਇਆਵਤੀ ਨੇ ਵੀ ਖੜਾ ਕੀਤਾ, ਸਮਾਜਵਾਦੀ ਦੀਆਂ ਜਿਹੜੀਆਂ ਵੋਟਾਂ ਉਹ ਲਖਨਊ ਤੇ ਉਸ ਏਰੀਏ 'ਚ ਨੇ ਜੀ, ਯੂਪੀ ਦੇ ਮੱਧ 'ਚ ਅੱਧ 'ਚ ਜਾ ਕੇ, ਜਾਂ ਉਧਰ ਪੂਰਬ ਵੱਲ, ਇਸ ਏਰੀਏ 'ਚ ਇਹਨਾਂ ਦੀ ਵੋਟ ਨਹੀਂ ਹੈ। ਥੋੜੀ ਮਾਇਆਵਤੀ ਦੀ ਵੋਟ ਹੈ, ਲੇਕਿਨ ਉਹ ਮਾਇਆਵਤੀ ਦੀ ਵੋਟ ਟੁੱਟ ਸਕਦੀ ਹੈ। ਨੌਜਵਾਨ ਲੀਡਰਸ਼ਿਪ ਜਿਹੜੀ ਹੈ ਉਹ ਸ਼ਿਫਟ ਕਰ ਸਕਦੀ ਹੈ, ਕਿਉਂਕਿ ਬੀਜੇਪੀ ਨੇ ਬਾਰੀ-ਬਾਰੀ ਸਭ ਨੂੰ ਕੁੱਟਿਆ। ਤੋ ਇਸ ਕਰਕੇ ਉਹ ਹੁਣ ਸਾਰੇ ਜਾਣੇ ਜੇ ਇਕੱਠੇ ਹੋ ਜਾਣ, ਜਿਹੜੇ ਤੁਹਾਡੇ ਵਰਖਲਾਫ ਕੇ ਤੁਸੀਂ ਕੀਤੇ ਨੇ, ਆਫਟਰ ਆਲ ਯੂਪੀ 'ਚ ਵੋਟ ਬੀਜੇਪੀ ਨੂੰ 60% ਤਾਂ ਨਹੀਂ ਨਾ ਪਈ ਜੀ। ਇਹ 4 ਜਗ੍ਹਾ ਫਟੀ ਹੋਈ ਸੀ ਆਪੋਜੀਸ਼ਨ, ਤਾਂ ਜਾ ਕੇ ਇਹਨਾਂ ਨੇ ਸਵੀਪ ਕੀਤਾ। ਤੋ ਇਸ ਕਰਕੇ ਜੇ ਉਹ ਇਕੱਠੀ ਹੋ ਜਾਂਦੀ ਹੈ ਜੱਟ ਵੋਟ, ਉਹਦੇ ਆਲੇ ਦੁਆਲੇ ਦੂਜੀ ਵੋਟ ਵੀ ਇਕੱਠੀ ਹੋ ਜਾਏਗੀ। ਔਰ ਇਹ ਚੀਜ਼ ਮੇਰੇ ਖਿਆਲ ਤਕੈਤ ਵੀ ਸਮਝ ਰਹੇ ਨੇ, ਕਿਉਂਕਿ ਉਹ ਇਹ ਜਾਣਦੇ ਨੇ ਕੱਲ ਨੂੰ ਜੇ ਲੀਡਰੀ ਚਾਹੀਦੀ ਹੈ, ਤੁਹਾਨੂੰ ਹਿੰਦੁਸਤਾਨ ਦੀ ਲੀਡਰੀ ਚਾਹੀਦੀ ਹੈ, ਯੂਪੀ ਦੀ ਚਾਹੀਦੀ ਹੈ, ਜੇ ਤੁਸੀਂ ਆਪਣੇ ਏਰੀਏ 'ਚ ਇਕੱਠੇ ਨਹੀਂ ਹੈਗੇ, ਤਾਂ ਇਸ ਕਰਕੇ ਮੈਨੂੰ ਲੱਗਦਾ ਤਕੈਤ ਭਰਾ ਕੋਈ ਇਹੋ ਜਿਹਾ ਫੈਸਲਾ ਨਹੀਂ ਕਰਨਗੇ ਜਿਹਦੇ ਨਾਲ ਕਿ ਜਿਹੜੀ ਉਹਨਾਂ ਨੇ ਹੁਣ ਦੁਬਾਰਾ ਆਪਣੀ ਲੀਡਰੀ ਬਣਾ ਲਈ ਹੈ ਉਹਨੂੰ ਗਵਾ ਬੈਠਣ ਜੀ। ਇੱਕ ਜਿਹੜਾ ਆਮ ਸਵਾਲ ਪੁੱਛਿਆ ਜਾ ਰਿਹਾ ਕਿ ਜਿਹੜੀ 26 ਜਨਵਰੀ ਤੋਂ ਪਹਿਲਾਂ ਦੀ ਪੰਜਾਬ ਨਾਲ ਸੰਬੰਧਿਤ ਲੀਡਰਸ਼ਿਪ ਸੀ, ਜਿੰਨੀ ਉਹ ਇਕਮੁੱਠ ਸੀ ਔਰ ਜਿੰਨੀ ਪ੍ਰਭਾਵਸ਼ਾਲੀ ਸੀ, ਜਿੰਨੀ ਉਹਨੇ ਪ੍ਰੈਸ਼ਰ ਕ੍ਰੀਏਟ ਕੀਤਾ ਹੋਇਆ ਸੀ, ਉਹ ਘਟਨਾਕ੍ਰਮ ਤੋਂ ਬਾਅਦ, ਉਹ ਘਟਨਾਵਾਂ ਤੋਂ ਬਾਅਦ ਉਹ ਖਿੰਡਰ ਵੀ ਗਈ ਔਰ ਉਹਦੀ ਜਿਹੜੀ ਪਕੜ ਸੀ ਉਹ ਵੀ ਘਟ ਗਈ। ਅਚਨਚੇਤ ਟਕੈਤ ਦਾ ਉਭਾਰ ਹੋ ਗਿਆ। ਹੁਣ ਜਦੋਂ ਇਹ ਆਪਣੇ ਆਪ ਨੂੰ ਮੁੜ ਕੇ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਵਾਲੇ ਪਾਸਿਓਂ ਜਿਹੜੀ ਅੰਦੋਲਨ ਦੀ ਇੱਕ ਸਟਰੈਂਥ ਸੀ ਉਹ ਅੱਗੇ ਵੱਧ ਸਕੂਗੀ,
ਜਾਂ ਕਿਉਂਕਿ ਜਦੋਂ ਜਦੋਂ ਲੰਬੇ ਹੁੰਦੇ ਅੰਦੋਲਨ ਉਹਦਾ ਅਸਰ ਥੋੜਾ ਥੋੜਾ ਕਿਤੇ ਲੋਕਾਂ ਦੀ ਹਾਜ਼ਰੀ ਦੇ ਨਜ਼ਰੀਓਂ ਘਟਣ ਲੱਗਦਾ ਹੈ ਜਾਂ ਵਧਣ ਲੱਗਦਾ ਹੈ? ਇਹ ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ, ਕਿਉਂਕਿ ਤੁਸੀਂ ਇਤਿਹਾਸ ਦੇ ਵਿੱਚ ਜੇਪੀ ਅੰਦੋਲਨ ਤੋਂ ਲੈ ਕੇ ਚੌਧਰੀ ਮਹਿੰਦਰ ਸਿੰਘ ਟਕੈਤ ਦੇ ਅੰਦੋਲਨਾਂ ਤੋਂ ਲੈ ਕੇ ਉਹ ਚੀਜ਼ਾਂ ਨੂੰ ਨਿਹਾਰਿਆ ਤੇ ਦੇਖਿਆ। ਅਗਲੇ ਦਿਨਾਂ 'ਚ ਇਸ ਅੰਦੋਲਨ ਨੂੰ ਪੰਜਾਬ ਦੇ ਨਜ਼ਰੀਓਂ ਕਿਹੋ ਜਿਹੇ ਦ੍ਰਿਸ਼ ਵਿੱਚ ਦੇਖਦੇ ਹੋ? ਦੇਖੋ, ਪੰਜਾਬ, ਮੈਂ ਕੋਈ ਇਹ ਮਾੜਾ ਨਹੀਂ ਗਿਣਦਾ ਕਿ ਪੰਜਾਬ ਇਸ ਵੇਲੇ ਜਿਹੜਾ ਇਹਦਾ ਅੰਦੋਲਨ ਦਾ ਚਿਹਰਾ ਹੈ ਉਹ ਪੰਜਾਬ ਨਹੀਂ ਰਿਹਾ। ਉਹ ਅੱਛੀ ਗੱਲ ਹੈ, ਕਿਉਂਕਿ ਚਿਹਰਾ ਜਦ ਤਾਈਂ ਪੰਜਾਬ ਸੀ ਉਦੋਂ ਤਾਈਂ ਬੀਜੇਪੀ ਕੋਸ਼ਿਸ਼ ਕਰ ਰਹੀ ਸੀ ਇਹਨੂੰ ਖਾਲਿਸਤਾਨੀ ਬਣਾਈਏ, ਇਹਨੂੰ ਸਿੱਖ ਮੁੱਦਾ ਬਣਾਈਏ। ਉਹ ਸਾਡੇ ਲਈ ਠੀਕ ਨਹੀਂ ਸੀ ਪੰਜਾਬ 'ਚ, ਕਿਉਂਕਿ ਹਰਿਆਣੇ 'ਚ ਕੋਈ ਚਿਹਰਾ ਸੀ ਨਹੀਂ, ਕਿਉਂਕਿ ਚੌਥਾਲੇ ਤਾਂ ਸਰਕਾਰ 'ਚ ਵੜੇ ਹੋਏ ਹੈ। ਅੱਛਾ, ਇੱਕ ਜਿਹੜਾ ਉਹਨਾਂ ਦਾ ਚਾਚਾ ਹੈਗਾ ਉਹ ਹੁਣ ਛੱਡ ਕੇ ਆਇਆ, ਉਹਦੇ ਨਾਲ ਬਹੁਤੀ ਸਪੋਰਟ ਨਹੀਂ ਹੈ। ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਹੁੱਡਾ ਵਗੈਰਾ, ਉਹ ਅੱਗੇ ਨਹੀਂ ਸੀ ਆ ਸਕਦੇ, ਉਹਨਾਂ ਨੂੰ ਆਉਣ ਵੀ ਨਹੀਂ ਸੀ ਦਿੰਦੇ, ਕਹਿੰਦੇ ਸੀ ਵੀ ਸਿਆਸੀ ਬੰਦੇ ਪਿੱਛੇ ਹਟੋ। ਤੇ ਜਿਹੜੇ ਚਿਹਰੇ ਸੀ ਉਹ ਸਿਰਫ ਪੰਜਾਬ ਦੇ ਨਜ਼ਰ ਆ ਰਹੇ ਸੀ। ਕਿਸਾਨ ਯੂਨੀਅਨ ਜੀ ਜੀ ਟਕੈਤ ਭਰਾਵਾਂ ਨਾਲ ਕੀ ਹੋਇਆ ਹੈ ਕਿ ਬੀਜੇਪੀ ਲਈ ਹੁਣ ਮੁਸ਼ਕਿਲ ਹੋ ਗਿਆ। ਇਹ ਤਾਂ ਅੱਜ ਪ੍ਰਧਾਨ ਮੰਤਰੀ ਜੀ, ਕੱਲ ਤੁਸੀਂ ਕਹਿ ਰਹੇ ਹੋ ਬੜੇ ਅੱਛੇ ਉਹਨਾਂ ਨੇ ਆਪਣੇ ਵਿਚਾਰ ਪਰਖੇ ਨੇ ਸਿੱਖਾਂ ਦੇ ਬਾਰੇ, ਜਿਹੜੇ ਪਹਿਲਾਂ ਤਾਂ ਉਹ ਛੁਪੇ ਰਹੇ ਨੇ ਵਿਚਾਰ, ਕਿਉਂਕਿ ਉਹ ਉਹਨਾਂ ਨੇ ਵੀ ਦੇਖਿਆ ਕਿ ਇਹ ਚੱਲ ਨਹੀਂ ਰਿਹਾ, ਇਹ ਪ੍ਰਚਾਰ ਹੁਣ ਸਿੱਖਾਂ ਦੇ ਬਾਰੇ ਨਹੀਂ ਚੱਲ ਰਿਹਾ। ਔਰ ਕੱਲ ਤਾਂ ਹੁਣ ਉਹ ਦੀਪ ਸਿੱਧੂ ਨੂੰ ਫਾੜੀ ਲਿਆ ਇਹਨਾਂ ਨੇ। ਹੋ ਸਕਦਾ ਹੈ ਉਹਦੇ ਚੋਂ ਹੁਣ ਨਵੀਂ ਪੁਲਿਸ ਕੁਝ ਲੀਕ ਕਰੇਗੀ, ਉਹਨੇ ਆ ਕਿਹਾ ਮੈਂ ਇਹਦੇ ਨਾਲ ਸੀ, ਮੈਂ ਉਹਦੇ ਨਾਲ ਸੀ। ਪੁਲਿਸ ਦੀ ਜੋ ਆਦਤ ਹੈ, ਅਸੀਂ ਇਨਕੁਆਇਰੀ ਘੱਟ ਹੋਏਗੀ ਤੇ ਖਬਰਾਂ ਲੀਕ ਜ਼ਿਆਦਾ ਹੋਣਗੀਆਂ, ਸਿਆਸਤ ਜ਼ਿਆਦਾ ਹੋਊਗੀ। ਜੀ ਹਾਂ, ਉਸ ਤੇ ਸਿਆਸਤ ਜ਼ਿਆਦਾ ਹੋਏਗੀ। ਲੇਕਿਨ ਉਹ ਜੋ ਮਰਜ਼ੀ ਕਰੀ ਜਾਣ, ਇਹ ਜਿਹੜੀ ਹੁਣ ਜਿਹੜਾ ਅੰਦੋਲਨ ਹੈ ਇਹ ਆਪਣੇ ਯੂਪੀ ਦੇ ਜਾਟ ਭਰਾਵਾਂ ਦੇ ਹੱਥ 'ਚ ਹੈ ਇਸ ਵੇਲੇ, ਦੋਨੋਂ ਧੜਿਆਂ ਦੇ, ਟਕੈਤ ਧੜੇ ਦੇ ਤੇ ਅਜੀਤ ਸਿੰਘ ਵਾਲੇ ਧੜੇ ਦੇ। ਔਰ ਮੈਂ ਸਮਝਦਾ ਕਿ ਇਹਦੇ 'ਚ ਕੋਈ ਨੁਕਸਾਨ ਨਹੀਂ ਹੈ, ਕਿਉਂਕਿ ਅਸੀਂ ਉਹਨਾਂ ਦੇ ਨਾਲ ਰਲ ਕੇ ਚੱਲਾਂਗੇ। ਪਰ ਇੱਕ ਚੀਜ਼ ਕਰ ਰਹੇ ਆ, ਤੁਸੀਂ ਉਦੋਂ ਦੇਖਿਆ ਹੋਣਾ ਹੈ, ਜਿਹੜੀ ਹਰਿਆਣੇ 'ਚ ਵੀ ਰੈਲੀ ਹੋਈ ਹੈ, ਰਾਕੇਸ਼ ਟਕੈਤ BKU ਦੇ ਲੀਡਰ, ਉਹਨਾਂ ਨੂੰ ਨਾਲ ਬਿਠਾਇਆ ਉਹਨੇ, ਆਪਣੇ ਨਾਲ ਬਿਠਾ ਰਿਹਾ। ਅੱਛਾ, ਉਹਨੇ ਆਪਣੀ ਫੋਟੋ ਵੀ ਖਿਚਾਈ ਹੈ ਸਾਫਾ ਬਨ ਕੇ ਗਾਜ਼ੀਪੁਰ ਬਾਰਡਰ ਤੇ। तो इस करके टकैत समझ रहे हैं कि सिख भरावां नूं नाल रखना है। और उन्हें जिहड़ी इंटरव्यू भी इन्हां दे भरा ने दित्ती है, वो बड़ी इंटरस्टिंग है। वो कहंदा कि जद असीं 100-150 रह गए सीगे और एक खत्म होण लग्या सी 26 नूं अंदोलन, इसे जद ये बदमाश इकट्ठे होके आए, वो इशारा ये दे रहा है कि ये कुट्टन मारन आए सी सिखां नूं, इस करके असीं अड़ गए उस जगह। असीं कहा असीं ये नहीं होण देना, तो इस करके वो अड़ के बैठ गया। जब वो रोने का फिर वो गया तो जिथों किसान दोबारा इकट्ठा होया, तो इस करके ये अपनी तकैद की भी लीडरी फैल के मुसलमान दे उपर, सिख दे उपर वो अपना फेरा वधा रहे ने। तो वो जो फेरा वधा रहे, की हर्ज की गल है? असीं तो यूपी च राज नहीं कर सकते सिख जाके, इस तो पंजाब च कर सकते हैं ना, या कुछ हिस्सा पा सकते हैं हरियाणे दे विच। तो इस करके सारियां फोर्सेस इकट्ठे होणियां, ये बीजेपी नूं नुकसानदेह है, लेकिन सिखां नूं नुकसानदेह नहीं है। बिल्कुल ठीक है। और ये खास तौर पर पंजाब वर्गा छोटा खिता जिथों 13 मैंबर पार्लीमेंट लोक सभा च जाते हैं, जिहदी बहुत ही अहमियत ना कदे कांग्रेस नूं रही, ना बीजेपी वर्गी जिहड़ी केंद्रीकरण दी राजनीति करदी है, उन्हां पार्टियां नूं शायद इहदी वुकत ज्यादा नहीं रही। लेकिन जेकर सरदार साहब इस खिते नूं तुसीं भूगोलिक नज़रिए तो देखदे हो, ते इहदी जिहड़ी इकोनॉमी भी पहलां बड़ी अच्छी रही है। पंजाब दुनिया भर दे विच एक नां थां रखदा है। इस नज़रिए तो गवर्नमेंट ਲਈ ਇਹ ਕੋਈ ਸਪੇਸ ਹੈਗੀ ਆ ਜਿੱਥੇ ਉਹ ਅੱਗੇ ਤੋਂ ਧਿਆਨ ਰੱਖ ਸਕਣ, ਜਾਂ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਕਿ ਟਕਰਾਅ ਪੈਦਾ ਹੋਇਆ ਕਿਉਂਕਿ ਅੰਦੋਲਨ ਪੰਜਾਬ ਚੋਂ ਤੁਰਦਾ ਹੈ। ਖੇਤੀ ਮੰਤਰੀ ਬਾਰ-ਬਾਰ ਕਹੀ ਜਾਂਦੇ ਕਿ ਤੇ ਇੱਕ ਖਿੱਤੇ ਦਾ, ਇੱਕ ਸੂਬੇ ਦਾ, ਪੰਜਾਬ ਦਾ, ਉਹ ਸਿੱਧਾ ਨਾਂ ਹੀ ਲਈ ਜਾਂਦੇ ਆ। ਇਸ ਸਥਿਤੀ ਤੋਂ ਬਾਅਦ ਗਵਰਨਮੈਂਟ ਲਈ ਜਿੰਨੀਆਂ ਇੰਟਰਨੈਸ਼ਨਲ ਪੱਧਰ ਤੇ ਮੁਸ਼ਕਲਾਂ ਖੜੀਆਂ ਹੋਈਆਂ, ਉਸ ਤੋਂ ਬਾਅਦ ਕੇਂਦਰ ਸਰਕਾਰ, ਮੋਦੀ ਸਰਕਾਰ ਦਾ ਪੰਜਾਬ ਸਟੇਟ ਨੂੰ ਲੈ ਕੇ ਨਜ਼ਰੀਆ ਪੱਖਪਾਤੀ ਰਹੂਗਾ। ਆਰਥਿਕ ਪੱਖ ਤੋਂ ਅਸੀਂ ਡਾਮਾਡੋਲ ਹੋਵਾਂਗੇ, ਇੱਥੇ ਕਈ ਤਰ੍ਹਾਂ ਦੇ ਮਨਸੂਬੇ ਹੋਰ ਵੀ ਰਹਿਣਗੇ। ਤੁਹਾਨੂੰ ਲੱਗਦਾ ਹੈ ਕਿ ਹੁਣ ਜਿੱਥੇ ਅਸੀਂ ਖੜੇ ਆ, ਇੱਥੋਂ ਪੰਜਾਬ ਦੀ ਸਥਿਤੀ ਕੀ ਆ ਔਰ ਪੰਜਾਬ ਦੀ ਸਰਕਾਰ ਦੀ ਕੀ ਸਥਿਤੀ ਆ, ਤੇ ਅਗਲੇ ਦਿਨਾਂ ਦੇ ਵਿੱਚ ਇਹ ਕਿੱਧਰ ਨੂੰ ਮੂਵ ਹੋਊਗੀ ਗੱਲ? ਦੇਖੋ, ਖੇਤੀਬਾੜੀ ਦੇ ਵਿੱਚ ਤਬਦੀਲੀ ਲਿਆਣੀ ਚਾਹੀਦੀ ਹੈ, ਇਹਦੀਆਂ ਤਾਂ ਕੋਈ ਦੋ ਰਾਏ ਨਹੀਂ ਹੈ। ਅਸੀਂ ਕਹੀਏ ਕਿ ਅਸੀਂ ਉਹੀ गेहूं ਤੇ ਝੋਨੇ ਦੀ ਇਕਨੋਮੀ ਚਲਾਉਂਦੇ ਰਹੀਏ, ਪਾਣੀ ਥੱਲੇ ਗਿਰਦਾ ਰਹੇ, ਸਾਨੂੰ ਉਹੀ ਚੀਜ਼ ਰਹਿੰਦੀ ਰਹੇ, ਨਹੀਂ ਹੋ ਸਕਦੇ। ਇਸ ਚੀਜ਼ 'ਚ ਕੋਈ ਦੋ ਰਾਏ ਨਹੀਂ ਹੈ। ਉਸ ਹੱਦ ਤੱਕ ਮੈਂ ਕਹਿਣਾ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਮੈਂ ਸਹਿਮਤ ਹਾਂ। ਲੇਕਿਨ ਇਹ ਚੀਜ਼ ਤੁਸੀਂ ਇੱਕ ਕਾਨੂੰਨ ਧੱਕੇ ਨਾਲ ਬਣਾ ਕੇ, ਬਿਨਾਂ ਇਹਦੇ ਵਿੱਚ ਕਦਮ ਦੱਸ ਕੇ ਕਿ ਕਦਮ ਕਿਵੇਂ ਲਵਾਂਗੇ, ਜਿਹੜਾ ਕਿਸਾਨ ਤੋਂ ਅਸੀਂ
ਤਬਦੀਲੀ ਕਰਕੇ ਦੂਜੀਆਂ ਫਸਲਾਂ ਤੇ ਕਿਵੇਂ ਲੈ ਕੇ ਜਾਵਾਂਗੇ, ਤੁਸੀਂ ਉਹਦੇ ਵਿੱਚ ਕਿਸਾਨ ਨੂੰ ਕਿਵੇਂ ਕੰਪਨਸੇਟ ਕਰੋਗੇ, ਸਟੇਟਾਂ ਨੂੰ ਕਿਵੇਂ ਕੰਪਨਸੇਟ ਕਰੋਗੇ। ਤੁਸੀਂ ਇਹ ਤਾਂ ਬੜਾ ਸਿਆਣਾ ਕਹਿਣਾ ਕਿ ਇਹਦੇ ਬਾਅਦ ਜੇ ਅਸੀਂ ਇਹਨੂੰ ਕੈਲੀਫੋਰਨੀਆ ਬਣਾ ਦਈਏ ਤੇ ਜਹਾਜ਼ ਤੇ ਚੜ੍ਹ ਕੇ ਪੰਜਾਬ ਚਲੇ ਜਾਊਗਾ ਤੇ ਕੈਲੀਫੋਰਨੀਆ ਬਣ ਜਾਊਗਾ। ਜਿਹੜਾ ਸਿਆਸਤਦਾਨ ਹੁੰਦਾ ਹੈ ਉਹਨੂੰ ਕਦਮ ਦੱਸਣੇ ਪੈਂਦੇ ਹੈ, ਉਹ ਕਦਮ ਇਸ ਤਰੀਕੇ ਨਾਲ ਸਮਝਾਣੇ ਪੈਂਦੇ ਲੋਕਾਂ ਨੂੰ ਕਿ ਉਹ ਇਹ ਤਾਂ ਬਿਲਕੁਲ ਮੰਨਣ ਵਾਲੀ ਗੱਲ ਹੈ। ਤੁਸੀਂ ਕੋਈ ਤਬਦੀਲੀ ਲਿਆਓਗੇ ਤਾਂ ਦੂਜਾ ਬੰਦਾ ਪਹਿਲਾਂ ਡਰੂਗਾ, ਲੇਕਿਨ ਉਹਦੇ ਡਰ ਨੂੰ ਤੁਸੀਂ ਨੇਰੇ ਚ ਪਾ ਕੇ ਤੁਸੀਂ ਕਹੋ ਨਹੀਂ ਮੈਂ ਤਾਂ ਕਰਨਾ ਹੀ ਕਰਨਾ ਹੈ, ਇਹ ਤਾਂ ਹੋਣਾ ਹੀ ਹੋਣਾ ਹੈ, ਇਹ ਜਿਹੜਾ ਤਰੀਕਾ ਹੈ ਉਹਦੇ ਨਾਲ ਫਿਰ ਤੋਂ ਲੋਕਾਂ ਦੇ ਦਿਮਾਗ 'ਚ ਜਾਂਦਾ ਹੈ ਧੱਕਾ ਇਸ ਲਈ ਕਰ ਰਹੇ ਹੈ ਕਿਉਂਕਿ ਕੁਝ ਇੰਡਸਟਰੀਅਲਿਸਟ ਨੇ ਜਿਹੜੇ ਇਹਦਾ ਫਾਇਦਾ ਉਠਾਉਣਾ ਚਾਹੁੰਦੇ ਆ, ਜੇ ਆਲਰੇਡੀ ਇਹਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਹੈ ਔਰ ਇੱਕਦਮ ਉਧਰ ਨੂੰ ਜਿਹੜਾ ਇਹ ਤਬਦੀਲੀ ਦਾ ਬਹਾਨਾ ਬਣਾ ਕੇ, ਰੈਵੋਲੂਸ਼ਨ ਦਾ ਬਹਾਨਾ ਬਣਾ ਕੇ ਇਹ ਆਪਣੇ ਕੁਝ ਬੰਦਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਆ। ਹਾਂ, ਹੋ ਸਕਦਾ ਹੈ ਉਹਦੇ ਥਰੂ ਹਿੰਦੁਸਤਾਨ ਨੂੰ ਵੀ ਫਾਇਦਾ ਹੋਵੇ, ਲੇਕਿਨ ਅਸੀਂ ਇੱਕ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਦੇ ਵਿੱਚ ਤੁਸੀਂ ਧੱਕੇ ਨਾਲ ਤਬਦੀਲੀ ਨਹੀਂ ਲਿਆ ਸਕਦੇ, ਤੁਸੀਂ ਉਹਨੂੰ ਤਰੀਕੇ ਨਾਲ ਲਿਆਓਗੇ ਤਬਦੀਲੀ, ਲੋਕਾਂ ਨੂੰ ਸਮਝਾਓਗੇ। ਲੋਕ ਜੇ ਇੱਥੋਂ ਚੱਲ ਰਹੇ ਆ ਸੜਕ ਤੇ ਪਾਣੀਪਤ ਹੀ ਤੁਸੀਂ ਉਹਨਾਂ ਨੂੰ ਲਿਜਾਣਾ, ਤੁਸੀਂ ਪਹਿਲਾਂ ਪਾਣੀਪਤ ਪਹੁੰਚ ਕੇ ਤਾਂ ਪਿੱਛੋਂ ਹਾਕਾ ਨਹੀਂ ਨਾ ਮਾਰ ਸਕਦੇ ਜੀ। ਉਹਨਾਂ ਕੋਲ ਵੀ ਤੇਰਾ ਰਿਕਸ਼ਾ ਕਿੱਥੇ ਹੈ, ਉਹ ਬੱਸ ਤੇ ਆਉਣਗੇ, ਸਕੂਟਰ ਤੇ ਚੜ ਕੇ ਆਉਣਗੇ, ਕਿਵੇਂ ਉਹਨਾਂ ਕੋਲ ਪਹੁੰਚੇ ਨਹੀਂ ਪਾਣੀਪਤ, ਕਾਨੂੰਨ ਬਣਾ ਦਿਓ ਪਾਣੀਪਤ ਪਹੁੰਚ ਜਾਓ। ਇਸ ਤਰੀਕੇ ਨਾਲ ਥੋੜੀ ਸਿਆਸਤ ਚੱਲਦੀ ਹੈ, ਇਹ ਤਾਂ ਧੱਕੇਸ਼ਾਹੀ ਹੈ। ਤਾਂ ਇਹ ਧੱਕੇਸ਼ਾਹੀ ਕਿਸਾਨ ਇੱਥੋਂ ਦਾ ਉੱਠ ਗਿਆ ਔਰ ਉਹ ਧੱਕੇਸ਼ਾਹੀ ਜਿਹੜੀ ਮੋਦੀ ਸਰਕਾਰ ਨੂੰ ਆਦਤ ਬਣ ਚੁੱਕੀ ਹੈ ਔਰ ਪਾਰਟਿਕੂਲਰਲੀ ਜਦ ਦੇ ਦੁਬਾਰਾ ਇਲੈਕਟ ਹੋ ਕੇ ਆਏ ਹੈ, ਹੋਰ ਜ਼ਿਆਦਾ ਧੱਕੇਸ਼ਾਹੀ ਔਰ ਆਪਣਾ ਜਿਹੜਾ ਪੂਰਾ ਏਜੰਡਾ ਹੈ ਜਿਹੜਾ ਪੁਰਾਣਾ ਇਹਨਾਂ ਦਾ ਹਰੇਕ ਏਜੰਡਾ ਉਹਨੂੰ ਪੂਰਾ ਕਰਨ ਲੱਗੇ ਹੈ, ਉਹਦੇ ਚ ਅੜਚਨ ਬਣ ਗਿਆ। ਉਹ ਜਿਹੜਾ ਇਹ ਵੰਡ ਕੇ ਹਿੰਦੂ ਨੂੰ ਦੂਜਿਆਂ ਨਾਲੋਂ ਵੰਡ ਕੇ ਚੱਲ ਰਹੇ ਸੀ, ਜਿਹੜਾ ਕਿਸਾਨ ਹੈ ਉਹਨੇ ਸਾਰੇ ਧਰਮ ਦੇ ਬੰਦੇ ਇਕੱਠੇ ਕਰਤੇ, ਸਾਰੇ ਤਬਕੇ ਦੇ ਇਕੱਠੇ ਕਰਤੇ ਔਰ ਇਹ ਇਹਨਾਂ ਨੂੰ ਦਿਖਾ ਦਿੱਤਾ ਕਿ ਤੁਸੀਂ ਧੱਕੇ ਨਾਲ ਹਿੰਦੁਸਤਾਨ ਨਹੀਂ ਚਲਾ ਸਕਦੇ। ਜੇ ਧੱਕੇ ਨਾਲ ਚੱਲਦਾ ਹੁੰਦਾ ਤਾਂ ਮਿਸਿਸ ਗਾਂਧੀ ਐਮਰਜੈਂਸੀ ਕਿਉਂ ਵਾਪਸ ਲੈਂਦੀ? ਬਿਲਕੁਲ ਬਿਲਕੁਲ। ਸਰਦਾਰ ਸਾਹਿਬ, ਇੱਕ ਅੱਜ ਦਿਨ ਦੇ ਵੇਲੇ ਹੀ ਇਹ ਗੱਲ ਰੇਜ ਹੋਈ ਹੈ, ਸਵਾਲ ਉੱਠਿਆ ਮਨੀਸ਼ ਤਿਵਾੜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਤੋਂ, ਉਹਨਾਂ ਦੇ ਹਵਾਲੇ ਨਾਲ ਗੱਲ ਆ ਰਹੀ ਸੀ ਕਿ ਪੰਜਾਬ ਦੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਇੱਕ ਪ੍ਰਾਈਵੇਟ ਬਿੱਲ ਖੇਤੀ ਨਾਲ ਸੰਬੰਧਿਤ ਲਿਆਉਣਗੇ। ਉਹਦੇ ਚ ਸ਼ਾਇਦ ਮੈਂ ਸਟੇਟਮੈਂਟ 'ਚ ਦੇਖਿਆ, ਉਹ ਕਹਿੰਦੇ ਜੀ ਅਸੀਂ ਸਪੀਕਰ ਨਾਲ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਇੱਕ ਪ੍ਰਾਈਵੇਟ ਬਿੱਲ ਮੂਵ ਕਰਾਂਗੇ ਜਿਹੜਾ ਖੇਤੀ ਨਾਲ ਸੰਬੰਧਿਤ ਹੋਊਗਾ। ਇਸ ਤਰ੍ਹਾਂ ਦੇ ਪ੍ਰਾਵਧਾਨ ਹੁੰਦੇ ਆ ਕਿ ਗਵਰਨਮੈਂਟ ਦੇ ਬਿੱਲ ਤੇ ਸਮਾਨਾਂਤਰ ਕੋਈ ਪ੍ਰਾਈਵੇਟ ਬਿੱਲ, ਵੱਖਰੀ ਗੱਲ ਉਹ ਪਾਸ ਹੋਵੇ ਨਾ ਹੋਵੇ ਕਿਉਂਕਿ ਉੱਥੇ ਤੇ ਸਿਰਾਂ ਦਾ ਸਵਾਲ ਹੈ, ਗਿਣਤੀ ਮਿਣਤੀ ਦਾ ਸਵਾਲ ਹੋਊਗਾ, ਲੇਕਿਨ ਜਿਹੜੀ ਗੱਲ ਉਹਨਾਂ ਨੇ ਕਹੀ ਇਹਦੇ ਕੋਈ ਅਰਥ ਹੈਗੇ ਆ। ਪਾਰਲੀਮੈਂਟ ਦੇ ਵਿੱਚ ਰੌਲੇ ਰੱਪੇ ਦੀ ਸੰਭਾਵਨਾ ਹੋ ਸਕਦੀ ਹੈ ਜਾਂ ਗਵਰਨਮੈਂਟ ਕਿਸੇ ਪ੍ਰੈਸ਼ਰ ਤੇ ਆ ਸਕਦੀ ਹੈ ਇਹੋ ਜਿਹੇ ਟੈਕਟਸ ਨਾਲ? ਦੇਖੋ, ਪ੍ਰਾਈਵੇਟ ਬਿੱਲ ਤਾਂ ਕੋਈ ਵੀ ਮੈਂਬਰ ਮੂਵ ਕਰ ਸਕਦਾ ਹੈ, ਜੇ ਇਕੱਠੇ ਹੋ ਕੇ ਮੂਵ ਕਰਦੇ ਕਰ ਸਕਦੇ ਹੈ, ਲੇਕਿਨ ਜੇ ਕਾਂਗਰਸ ਦੇ ਬੰਦੇ ਬਿੱਲ ਮੂਵ ਕਰਨਗੇ ਫਿਰ ਤਾਂ ਜੇ ਮੋਦੀ ਸਾਹਿਬ ਨੇ ਕਰਨਾ ਤਾਂ ਵੀ ਨਹੀਂ ਕਰਨਗੇ। ਤਾਂ ਇਸ ਕਰਕੇ ਇਹ ਸਿਰਫ ਆਪਣਾ ਇਹਦੇ ਚ ਆਪਣੀ ਪੋਲੀਟੀਕਲ ਪੋਜੀਸ਼ਨ ਬਣਾਉਣਾ ਚਾਹੁੰਦੇ ਆ। ਦੇਖੋ ਜੀ, ਅਸੀਂ ਪਾਰਲੀਮੈਂਟ ਦੇ ਵਿੱਚ ਆ ਕੀਤਾ ਕਿਉਂਕਿ ਕਿਸਾਨ ਸੜਕ ਤੇ ਬੈਠਾ ਹੈ, ਇਹ ਕਿਸ ਤਰੀਕੇ ਨਾਲ ਕਿਸਾਨ ਨੂੰ ਸਮਝਾਉਣ ਕਿ ਇਹਦੇ ਚ ਸਾਡੀ ਕੀ ਇਹਦੇ ਚ ਅਸੀਂ ਕੀ ਬਲੀਦਾਨ ਕੀਤਾ, ਸਾਡਾ ਕੀ ਇਹਦੇ ਚ ਕਰਨਾ ਬਣਿਆ। ਤਾਂ ਇਸ ਕਰਕੇ ਪਾਰਲੀਮੈਂਟ ਚੱਲ ਰਹੀ ਹੈ, ਉਹਨਾਂ ਨੇ ਉਹਦਾ ਕੰਮ ਰੋਕਿਆ, ਕਈ ਦਿਨ ਚੱਲਣ ਨਹੀਂ ਦਿੱਤਾ ਤੇ ਇੱਕ ਪੋਜ਼ਿਟਿਵ ਏਜੰਡਾ ਵੀ ਦਿਖਾਉਣਾ ਚਾਹੁੰਦੇ ਆ, ਪਰ ਉਹਦੇ ਚ ਕੋਈ ਹਰਜ ਨਹੀਂ ਕਿਉਂਕਿ ਜੇ ਇੱਕ ਕੰਪੀਟਿੰਗ ਬਿੱਲ ਆ ਜਾਂਦਾ ਹੈ, ਜੇ ਕਿਸਾਨ ਕਹਿਣ ਸਾਨੂੰ ਇਹ ਬਿੱਲ ਪਸੰਦ ਹੈ, ਭਾਵੇਂ ਬੀਜੇਪੀ ਮੰਨੇ ਚਾਹੇ ਨਾ ਮੰਨੇ, ਲੇਕਿਨ ਜੇ ਕਿਸਾਨ ਕਹਿੰਦੇ, ਕਿਉਂਕਿ ਸਰਕਾਰ ਕਹਿੰਦੀ ਹੈ ਜੀ ਬਿੱਲ ਨਹੀਂ ਵਾਪਸ ਹੁੰਦੇ, ਅਸੀਂ ਕਿਵੇਂ ਐਕਟ ਨੂੰ ਵਾਪਸ ਕਰੀਏ। ਜੇ ਇੱਕ ਨਵਾਂ ਬਿੱਲ ਬਣ ਜਾਂਦਾ ਹੈ ਤੇ ਪੁਰਾਣਾ ਬਿੱਲ ਆਪਣੇ ਆਪ ਉਹਦੇ ਚ ਤੁਸੀਂ ਇੱਕ ਲਾਈਨ ਐਡ ਕਰ ਸਕਦੇ ਹੋ, ਇਹ ਬਿੱਲ ਸੁਪਰਸੀਡ ਕਰਦਾ ਉਹਨੂੰ। ਉਹ ਬਿੱਲ ਤਾਂ ਹੀ ਪਾਸ ਹੋਏਗਾ ਜੇ ਪੁਰਾਣਾ ਬਿੱਲ ਨਿਕਲੇਗਾ। ਇੱਕ ਮੁੱਦੇ ਤੇ ਦੋ ਬਿੱਲ ਤਾਂ ਨਹੀਂ ਪਾਸ ਹੋ ਸਕਦੇ, ਤੁਸੀਂ ਉਹਦੇ ਚ ਅਮੈਂਡਮੈਂਟ ਲਿਆ ਸਕਦੇ ਹੋ, ਅਦਰਵਾਈਜ਼ ਦੋ ਬਿੱਲ ਤਾਂ ਪਾਸ ਨਹੀਂ ਹੋ ਸਕਦੇ। ਪਰ ਪਿਛਲੇ ਦਿਨਾਂ ਚ ਸਰਕਾਰ ਵੀ ਜਿਵੇਂ ਤੁਸੀਂ ਆ ਲਾਓ ਜਿਹੜਾ CAA ਜਿਹੜਾ ਇਹਨੇ ਅਮੈਂਡਮੈਂਟ ਬਿੱਲ ਲਿਆਇਆ ਸੀਗਾ, ਮੈਨੂੰ ਲੱਗਦਾ ਇਹ ਨਾ ਕਰ ਰਹੇ ਹੋਣ, ਇਹ ਅਮੈਂਡਮੈਂਟ ਬਿੱਲ ਨਹੀਂ ਲਿਆਉਣਾ ਚਾਹੁੰਦੇ, ਉਹ ਵੀ ਲਿਆ ਸਕਦੇ ਆ। ਜੇ ਕਾਰਨ ਇਹਦੇ ਚ ਆ ਅਮੈਂਡਮੈਂਟ ਬਿੱਲ ਲਿਆ ਰਹੇ ਆ, ਫਿਰ ਇਹਨਾਂ ਨੂੰ ਪਤਾ ਹੈ ਕਿ ਕਿਸਾਨ ਸਾਡੇ ਖਿਲਾਫ ਹੋ ਜਾਣਗੇ। ਅਮੈਂਡਮੈਂਟ ਬਿੱਲ ਦਾ ਮਤਲਬ ਹੋਇਆ ਉਹ ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਆ, ਉਹ ਵਾਪਸ ਨਹੀਂ ਲੈਣੇ, ਉਹਨਾਂ 'ਚ ਤਬਦੀਲੀਆਂ ਲਿਆਣੀਆਂ, ਉਹ ਤਾਂ ਫਿਰ ਕਿਸਾਨ ਇੱਕਦਮ ਨਹੀਂ ਮੰਨਣਗੇ। ਤਾਂ ਇਸ ਕਰਕੇ ਇਹ ਨਵਾਂ ਬਿੱਲ ਇਸ ਲਈ ਲਿਆ ਰਹੇ ਹੈ। ਨਾਰਮਲੀ ਕੀ ਕਰਨਾ ਚਾਹੀਦਾ ਹੈ ਕਿ ਅਮੈਂਡਮੈਂਟ ਬਿੱਲ ਇੰਟਰੋਡਿਊਸ ਕਰਕੇ ਉਹ ਪੁਰਾਣੇ ਬਿੱਲ ਨੂੰ ਇੰਨਾ ਕੰਡਮ ਕਰ ਦੋ, ਜਿਹੜੀ ਚੀਜ਼ ਤੁਹਾਨੂੰ ਉਹਦੇ 'ਚ ਨਹੀਂ ਪਸੰਦ, ਕਿ ਉਹ ਨਾ ਦੇ ਬਰਾਬਰ ਹੋ ਜਾਏ, ਤੁਹਾਡਾ ਹੀ ਬਿੱਲ ਬਣ ਜਾਏਗਾ ਉਹ। ਜੀ ਸਰ, ਇੱਕ ਚੀਜ਼ ਪਿਛਲੇ ਦਿਨਾਂ ਦੇ ਵਿੱਚ ਦੇਖੀ ਗਈ ਹੈ ਕਿ ਜਿਹੜੇ ਪੰਜਾਬ ਗਵਰਨਮੈਂਟ ਨੇ ਆਲ ਪਾਰਟੀ ਮੀਟਿੰਗ ਸੱਦੀ ਸੀਗੀ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਬਾਅਦ ਦੇ ਵਿੱਚ ਸਟੇਟਮੈਂਟ ਸੀ ਉਹਨਾਂ ਦੀ, ਕਿ ਅਸੀਂ ਮੁੜ ਕੇ ਜਿਹੜੇ
ਇੱਕ ਤਾਂ ਬਿੱਲ ਇਹਨਾਂ ਨੇ ਪਹਿਲਾਂ ਵਿਸ਼ੇਸ਼ ਸੈਸ਼ਨ ਸੱਦ ਕੇ ਵਿਧਾਨ ਸਭਾ ਦਾ ਉਹ ਸੈਸ਼ਨ ਸੱਦਿਆ ਸੀ, ਉਹਦੇ ਵਿੱਚ ਪਾਸ ਕਰਤੇ, ਜਿਹੜੇ ਅਜੇ ਤੱਕ ਗਵਰਨਰ ਤੋਂ ਅੱਗੇ ਮੂਵ ਹੋਏ ਕਿ ਨਹੀਂ, ਰਾਸ਼ਟਰਪਤੀ ਨੇ ਸਾਈਨ ਤਾਂ ਕੀ ਕਰਨੇ ਸੀਗੇ। ਉਹ ਕਹਿੰਦੇ ਜੀ ਅਸੀਂ ਦੁਬਾਰਾ ਉਹਨਾਂ ਬਿੱਲਾਂ ਨੂੰ ਲਿਆਵਾਂਗੇ ਤੇ ਸ਼ਾਇਦ ਕੋਈ ਇਸ ਤਰ੍ਹਾਂ ਦੇ ਪ੍ਰਾਵਧਾਨ ਹੁੰਦੇ ਆ ਕਿ ਜੇਕਰ ਉਹ ਬਿੱਲ ਦੁਬਾਰਾ ਗਵਰਨਰ ਕੋ ਜਾਣ ਜਾਂ ਰਾਸ਼ਟਰਪਤੀ ਕੋ ਜਾਣ ਤੇ ਉਹਨਾਂ ਨੂੰ ਮੋੜਨਾ ਸੌਖਾ ਜਾਂ ਉਹਨਾਂ ਨੂੰ ਹੋਲਡ ਤੇ ਰੱਖਣਾ ਔਖਾ ਹੁੰਦਾ ਹੈ। ਇਹ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਵੀ ਕੋਈ ਕਿਸੇ ਸਟੇਟ ਦੇ ਨਜ਼ਰੀਏ ਤੋਂ ਕੋਈ ਬੈਨੀਫੀਸ਼ੀਅਲ ਹੈ ਜੀ ਇਹ ਗੱਲ? ਨਹੀਂ, ਕਨਸਟੀਟਿਊਸ਼ਨ ਦੇ ਵਿੱਚ ਗਵਰਨਰ ਤੇ ਕੋਈ ਇਹੋ ਜਿਹੀ ਨਹੀਂ ਹੈ, ਉਹ ਸਿਰਫ ਰਾਸ਼ਟਰਪਤੀ ਤੇ ਹੈ ਕਿ ਰਾਸ਼ਟਰਪਤੀ ਕੋਲ ਕੋਈ ਬਿੱਲ ਜਾਂਦਾ ਹੈ ਉਹਨੂੰ ਇੱਕ ਵਾਰ ਰਾਸ਼ਟਰਪਤੀ ਵਾਪਸ ਕਰ ਸਕਦਾ ਹੈ, ਲੇਕਿਨ ਜੇ ਸਰਕਾਰ ਉਹਨੂੰ ਦੁਬਾਰਾ ਭੇਜ ਦਿੰਦੀ ਹੈ ਫਿਰ ਰਾਸ਼ਟਰਪਤੀ ਨਹੀਂ ਰੋਕ ਸਕਦਾ। ਪਰ ਗਵਰਨਰ ਦਾ ਇਹੋ ਜਿਹਾ ਕੋਈ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਹੈ। ਉਹ ਲੈ ਕੇ ਰੱਖੀ ਰੱਖੇਗਾ, ਦੂਜਾ ਬਿੱਲ ਆਏਗਾ, ਦੂਜਾ ਬਿੱਲ ਆਊਗਾ, ਦੂਜਾ ਰੱਖੀ ਰੱਖੇਗਾ। ਲੇਕਿਨ ਜੇ ਉਹਦੇ ਕੋਲ ਪਹਿਲਾ ਬਿੱਲ ਹੈ ਉਹ ਕਹੇਗਾ ਪਹਿਲਾ ਬਿੱਲ ਪਿਆ ਤੁਸੀਂ ਦੂਸਰਾ ਕਿਸ ਲਈ ਪਾਸ ਕਰਦੇ ਹੋ, ਜਾਂ ਤਾਂ ਉਹਦੇ 'ਚ ਕੋਈ ਨਵੀਂ ਚੀਜ਼ ਹੋਵੇ ਦੂਜੇ ਬਿੱਲ 'ਚ। ਜੇ ਉਹਨੇ ਪਹਿਲਾ ਬਿੱਲ ਹੀ ਆਪਣੇ ਕੋਲ ਰੱਖੀ ਰੱਖਿਆ ਹੈ, ਜਾਂ ਤਾਂ ਇਹ ਹੁੰਦਾ ਹੋਵੇ ਕਿ ਉਹ ਬਿੱਲ ਲੈਪਸ ਹੋ ਗਿਆ। ਜੇ ਬਿੱਲ ਉਹਨੇ ਰਿਜੈਕਟ ਕਰਤਾ ਫਿਰ ਤਾਂ ਤੁਸੀਂ ਦੁਬਾਰਾ ਪਾਸ ਕਰੋ। ਜੇ ਆਪਣੇ ਕੋਲ ਉਹਨੇ ਰੱਖੀ ਰੱਖਿਆ ਫਿਰ ਦੁਬਾਰਾ ਬਿੱਲ ਪਾਸ ਕਰਨ ਦੀ ਮੈਨੂੰ ਸਮਝ ਨਹੀਂ ਆਉਂਦਾ ਉਹਦੀ ਕੀ ਤੁਕ ਹੈ। ਨਹੀਂ, ਜੇ ਮੰਨ ਲਓ ਜੇਕਰ ਇਹ ਬਿੱਲ ਗਵਰਨਰ ਅੱਗੇ ਨਹੀਂ ਭੇਜ ਰਹੇ ਜਾਂ ਇਹ ਰਾਸ਼ਟਰਪਤੀ ਦੇ ਕੋਲ ਹੀ ਪਿਆ ਹੋਇਆ, ਜੇਕਰ ਕੋਈ ਇਸ ਤਰ੍ਹਾਂ ਦਾ ਪ੍ਰਾਵਧਾਨ ਹੋਵੇਗਾ ਤਾਂ ਫਿਰ ਤੁਹਾਨੂੰ ਲੱਗਦਾ ਕਿ ਸਟੇਟ ਦਾ ਬਿੱਲ ਜੇਕਰ ਪ੍ਰਵਾਨਗੀ ਤੋਂ ਬਾਅਦ ਆ ਜਾਂਦਾ ਔਰ ਲਾਗੂ ਹੋ ਜਾਂਦਾ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਥੋੜੀ ਜਿਹੀ ਰਾਹਤ ਮਿਲ ਸਕਦੀ ਹੈ ਇਸ ਤਰ੍ਹਾਂ ਦੇ ਸਥਿਤੀ ਦੇ ਵਿੱਚ? ਮੈਂ ਨਹੀਂ ਕਹਿੰਦਾ ਕਿ ਬਿੱਲ ਦੇ ਅੰਦਰ ਕੀ ਹੈ, ਲੇਕਿਨ ਜਿਸ ਤਰੀਕੇ ਨਾਲ ਉਦੋਂ ਕਿਸਾਨਾਂ ਨਾਲ ਮੰਤਰੀਆਂ ਦੀ ਔਰ ਮੁੱਖ ਮੰਤਰੀ ਦੀ ਮੀਟਿੰਗ ਹੋਣ ਤੋਂ ਬਾਅਦ ਇਹ ਬਿੱਲ ਪਾਸ ਕੀਤੇ ਗਏ ਆ, ਉਹ ਤੁਹਾਨੂੰ ਲੱਗਦਾ ਹੈ ਕਿ ਇਹ ਗਵਰਨਮੈਂਟ ਭਾਰਤ ਸਰਕਾਰ ਜਿਹੜੀ ਉਹਨੂੰ ਪਾਸ ਜਾਂ ਪ੍ਰਵਾਨ ਕਰ ਸਕਦੀ ਹੈ ਇਸ ਸਥਿਤੀ 'ਚ? ਮੈਨੂੰ ਨਹੀਂ ਸਮਝ ਆਉਂਦਾ ਉਹ ਕੀ ਕਰਨਗੇ, ਪਰ ਇਸ ਵੇਲੇ ਕਿਉਂਕਿ ਮੁੱਦਾ ਵਧਾ ਲਿਆ ਤਾਂ ਕਹਿਤਾਂ ਦੇ ਆਉਣ ਤੋਂ ਬਾਅਦ ਮੁੱਦਾ ਸਿਰਫ ਪੰਜਾਬ ਦਾ ਨਹੀਂ ਹੈ, ਸਿਰਫ ਹਰਿਆਣਾ ਦਾ ਨਹੀਂ ਹੈ, ਇਹਦੇ ਯੂਪੀ ਵੀ ਆ ਗਈ ਹੈ, ਦੂਸਰੀਆਂ ਫਸਲਾਂ ਵੀ ਆ ਗਈਆਂ। ਮੈਨੂੰ ਲੱਗਦਾ ਉਹ ਬਿਹਤਰ ਹੋਏਗਾ ਕਿ ਤੁਸੀਂ ਉਹਨੂੰ ਦੁਬਾਰਾ ਪੰਜਾਬ ਦਾ ਮੁੱਦਾ ਨਾ ਬਣਾਓ, ਪਰ ਕਿਉਂਕਿ ਸਰਕਾਰ ਹੈ ਉੱਥੇ, ਕਿਉਂਕਿ ਆਪੋਜੀਸ਼ਨ 'ਚ ਹੈ। ਇੱਕ ਬੇਨਤੀ ਹੈ ਨਾ ਇਹਦੇ ਵਿੱਚ, ਕਿਉਂਕਿ ਭਾਵੇਂ 26 ਨੂੰ ਜੋ ਕੁਝ ਵੀ ਮਾੜਾ ਚੰਗਾ ਹੋਇਆ, ਜਿਹੜੇ ਲੋਕ ਵੀ ਉਧਰ ਗਏ ਆ ਉਹਨਾਂ ਚੋਂ ਕੁਝ ਇੱਕ ਸੁਚੇਤ ਰੂਪ 'ਚ ਗਏ ਹੋ ਸਕਦੇ ਆ, ਕੁਝ ਲੋਕ ਪਲਾਨ ਕਰਕੇ ਗਏ ਹੋ ਸਕਦੇ ਆ, ਕੁਝ ਲੋਕ ਨੂੰ ਦੋਸ਼ੀ ਕਿਹਾ ਜਾ ਸਕਦਾ ਹੈ, ਲੇਕਿਨ ਬਹੁਤ ਸਾਰੇ ਲੋਕ ਜਦੋਂ ਰਸਤੇ ਖੁੱਲ ਗਏ ਔਰ ਟਰੈਕਟਰ ਟਰਾਲੀਆਂ ਦੇ ਰੂਟਸ ਤਾਂ ਹੀ ਨਹੀਂ ਪਤਾ ਕੌਣ ਕਿੱਧਰ ਨੂੰ ਚਲੇ ਗਿਆ, ਬਹੁਤ ਸਾਰੇ ਲੋਕਾਂ ਤੇ ਪਰਚੇ ਹੋ ਗਏ, ਬੜੇ ਸਾਰੇ ਲੋਕ ਅੰਦਰ ਨੇ, ਬੜੇ ਸਾਰੇ ਲਾਪਤਾ ਨੇ। ਪੰਜਾਬ ਲਈ ਇਹ ਲੜਾਈ ਤਾਂ ਵੱਡੀ ਉਸ ਐਂਗਲ ਤੋਂ ਵੀ ਹੋ ਗਈ, ਬਹੁਤ ਸਾਰੇ ਘਰਾਂ ਦੇ ਵਿੱਚ ਅਜੇ ਵੀ ਰੌਲਾ ਰੱਪਾ ਹੈ, ਬਹੁਤ ਸਾਰੇ ਘਰਾਂ ਦੇ ਵਿੱਚ ਲੋਕ ਪਰੇਸ਼ਾਨੀ 'ਚ ਰਹਿ ਰਹੇ ਆ ਕਿ ਸਾਡੇ ਬੱਚੇ ਦਾ, ਸਾਡੇ ਬਜ਼ੁਰਗ ਦਾ ਕੀ ਬਣਿਆ। ਪੰਜਾਬ ਦੇ ਸਿਰ ਸੱਟ ਤਾਂ ਪੈ ਹੀ ਗਈ। ਇਸ ਸੱਟ ਨੂੰ ਸਮਝਣ ਲਈ ਕਿ ਪੰਜਾਬ ਸਰਕਾਰ ਇਹਦੇ ਵਿੱਚ ਥੋੜਾ ਜਿਹਾ ਦਖਲ ਦੇਵੇ, ਸਟੇਟ ਜਿਹੜੀ ਆ ਉਹ ਸੈਂਟਰ ਦੇ ਨਾਲ ਗੱਲਬਾਤ ਚਲਾਵੇ, ਪ੍ਰਧਾਨ ਮੰਤਰੀ ਦੇ ਪੱਧਰ ਤੇ ਜਾਂ ਗ੍ਰਹਿ ਮੰਤਰੀ ਦੇ ਪੱਧਰ ਤੇ ਮੁੱਖ ਮੰਤਰੀ ਨੂੰ ਗੱਲਬਾਤ ਕਰਨੀ ਚਾਹੀਦੀ ਆ। ਜਿਹੜੇ ਲੋਕ ਜ਼ਿੰਮੇਵਾਰ ਨਹੀਂ ਸੀ, ਜਿਹੜੇ ਲੋਕ ਅਣਭੋਲ ਤਰੀਕੇ ਨਾਲ ਫਸ ਗਿਆ, ਉਹਨਾਂ ਲਈ ਵੀ ਕੋਈ, ਕਿਉਂਕਿ ਸੰਵਿਧਾਨ ਤਾਂ ਸਾਰਿਆਂ ਲਈ ਇੱਕੋ ਜਿਹਾ, ਕਾਨੂੰਨ ਸਾਰਿਆਂ ਲਈ ਇੱਕੋ ਜਿਹਾ, ਅੰਦੋਲਨ ਦੇ ਵਿੱਚੋਂ ਜੇ ਗਲਤੀ ਨਾਲ ਕੋਈ ਗਲਤੀ ਹੋ ਜਾਂਦੀ ਆ, ਜਿਹੜੇ ਲੋਕ ਅਣਭੋਲ ਨੇ, ਮੈਂ ਨਹੀਂ ਕਹਿੰਦਾ ਉਹ ਕੀ ਹੋਇਆ ਕੀ ਨਹੀਂ, ਆਪਾਂ ਉਸ ਬਹਿਸ ਵਿੱਚ ਹੀ ਨਹੀਂ ਪੈਂਦੇ। ਅੱਜ ਦੀਪ ਸਿੱਧੂ ਨੂੰ ਫੜਿਆ ਜਿਵੇਂ ਤੁਸੀਂ ਦੱਸਿਆ ਹੈ, ਉਹ ਅਲੱਗ ਇਸ਼ੂ ਨੇ ਕਿ ਕੱਲ ਨੂੰ ਨਿਕਲ ਕੇ ਕੀ ਆਉਂਦਾ ਹੈ, ਉਹ ਵੱਖਰੀ ਗੱਲ ਹੈ ਕਿ ਕਿਸਾਨਾਂ ਨੇ ਕੁਝ ਹੋਰ ਕਿਹਾ ਸੀ, ਹੋ ਕੁਝ ਹੋਰ ਗਿਆ, ਲੇਕਿਨ ਜਿਹੜੇ ਫਸ ਗਏ ਆ ਉਹਨਾਂ ਲਈ ਹੁਣ ਕੀ ਹੋਵੇ, ਕਿਉਂਕਿ ਸੱਟ ਪੈ ਚੁੱਕੀ ਆ ਪੰਜਾਬ ਦੇ ਗਲ। ਨਹੀਂ, ਉਹ ਗੱਲ ਠੀਕ ਹੈ। ਉਹਦੇ 'ਚ ਪੰਜਾਬ ਸਰਕਾਰ ਨੇ, ਜੋ ਮੈਂ ਪੜ੍ਹਿਆ ਅਖਬਾਰ 'ਚ, ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਵਕੀਲ ਅਸੀਂ ਲਗਾ ਰਹੇ ਹਾਂ, ਅਸੀਂ 40-50 ਵਕੀਲਾਂ ਦੀ ਡਿਊਟੀ ਲਗਾਈ ਹੈ, ਉਹ ਦਿੱਲੀ ਜਾ ਕੇ ਉਹਨਾਂ ਦੇ ਕੇਸ ਲੜਨ। ਕਈ ਰਿਟ ਹੋ ਰਹੀਆਂ ਨੇ ਹਾਈ ਕੋਰਟ ਦੇ ਵਿੱਚ। ਉਹਨਾਂ ਨੇ ਕਿਹਾ ਬੰਦਾ ਲਾਪਤਾ ਹੈ, ਜਿਹੜਾ ਦੱਸਿਆ ਵੀ ਨਹੀਂ ਹੈ। ਦਿੱਲੀ ਪੁਲਿਸ ਨੇ ਕੋਈ ਲਿਸਟ, ਆਪਣੀ ਦਿੱਲੀ ਸਰਕਾਰ ਵੀ ਕਹਿੰਦੀ ਹੈ ਕਿ ਅਸੀਂ ਇੱਕ ਲਿਸਟ ਲਗਾਈ ਹੈ ਜਿਹੜੇ ਬੰਦੇ ਫੜੇ ਹੋਏ ਹੈ। ਨੂੰ ਇਹ ਤਾਂ ਨਹੀਂ ਹੋਣਾ ਚਾਹੀਦਾ ਕਿ ਬੰਦਾ ਬਿਲਕੁਲ ਹੀ ਲਾਪਤਾ ਹੋਵੇ, ਜਾਂ ਤਾਂ ਬੰਦਾ ਘਰ ਵਾਪਸ ਆ ਗਿਆ, ਜਾਂ ਬੰਦੇ ਦਾ ਪਤਾ ਹੋਣਾ ਚਾਹੀਦਾ ਕਿ ਉਹਦੀ ਮ੍ਰਿਤਿੂ ਹੋ ਗਈ, ਜਾਂ ਉਹ ਹਸਪੀਟਲ 'ਚ ਹੈ, ਜਾਂ ਹੋਵੇ ਉਹ ਜੇਲ੍ਹ 'ਚ ਹੈ। ਪੰਜਵੀਂ ਜਗ੍ਹਾ ਤੋਂ ਜਾ ਨਹੀਂ ਸਕਦਾ ਬੰਦਾ। ਤਾਂ ਇਸ ਕਰਕੇ ਇੰਨੇ ਦਿਨ ਨਿਕਲ ਜਾਣ, ਜਿੰਨੇ ਦਿਨ ਨਿਕਲੇ ਹੈ, ਇਹ ਕੋਈ ਸ਼ੋਭਾ ਨਹੀਂ ਦਿੰਦਾ ਨਾ ਭਾਰਤ ਸਰਕਾਰ ਨੂੰ ਨਾ ਦੂਜਿਆਂ ਨੂੰ, ਕਿ ਤੁਹਾਨੂੰ ਪਤਾ ਹੀ ਨਾ, ਦੱਸੋ ਹੀ ਨਾ ਤੁਸੀਂ, ਜਾਂ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਬੰਦੇ ਕਿੱਥੇ ਹੈ। ਸੋ ਇਸ ਕਰਕੇ ਇਹ ਤਾਂ ਗੱਲ ਬਿਲਕੁਲ ਠੀਕ ਹੈ ਕਿ ਜਿਨ੍ਹਾਂ ਦੇ ਬੱਚੇ ਜਾਂ ਲੋਕ ਜਾਂ ਰਿਸ਼ਤੇਦਾਰ ਵਾਪਸ ਨਹੀਂ ਆਏ, ਉਹਨਾਂ ਦੀ ਜਿਹੜੀ ਚਿੰਤਾ ਹੈ ਉਹ ਤਾਂ ਪੰਜਾਬ ਨੇ ਉਹਦਾ ਇਲਾਜ ਕਰਨਾ ਹੈ। ਸੋ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੇ ਵਕੀਲਾਂ ਦਾ ਲਗਾਇਆ ਹੈ, ਪਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਰਿਟ ਵੀ ਕਰਨੀ ਚਾਹੀਦੀ ਹੈ ਜਾ ਕੇ, ਜਿਵੇਂ ਲੋਕ ਖੁਦ ਕਰ ਰਹੇ ਨੇ, ਕਿ ਸਾਨੂੰ ਪੂਰੀ ਲਿਸਟ ਦਿਓ, ਤੁਹਾਡੀ ਡਿਟੈਂਸ਼ਨ 'ਚ ਕਿੰਨੇ ਬੰਦੇ ਤੁਸੀਂ ਫੜੇ ਹੋਏ ਹੈ ਔਰ ਕਿਸ ਕਾਨੂੰਨ ਦੇ ਥੱਲੇ ਫੜੇ ਹੋਏ ਹੈ। ਐਵੇਂ ਟੈਰਰਿਸਟ ਬਣਾ ਕੇ ਉਹਦੇ ਮੁਤਾਬਕ ਤਾਂ ਨਹੀਂ ਫੜੇ ਹੋਏ, ਕੀ ਇਲਜ਼ਾਮ ਲਗਾਇਆ, ਕਿਸ ਬੇਸਿਸ ਤੇ ਫੜੇ ਹੈ।
ਜਿਹੜੇ ਬੰਦੇ ਐਵੇਂ ਉਹਦੇ ਪਿੱਛੇ ਦੂਜੇ ਬੰਦਿਆਂ ਦੇ ਚੱਲ ਰਹੇ ਸੀਗੇ, ਉਹ ਸਾਰਿਆਂ ਤੇ ਕੀ ਤੁਸੀਂ ਦਫਾ ਲਗਾਇਆ? ਇਹ ਚੀਜ਼ ਤਾਂ ਬਿਲਕੁਲ ਪੰਜਾਬ ਨੂੰ ਕਰਨੀ ਚਾਹੀਦੀ ਹੈ ਜਾ ਕੇ, ਔਰ ਪਤਾ ਕਰਨਾ ਚਾਹੀਦਾ ਇਸ ਚੀਜ਼ ਦਾ। ਸਰਦਾਰ ਸਾਹਿਬ, ਤੁਹਾਡਾ ਸਮਾਂ ਬੜਾ ਕੀਮਤੀ ਹੁੰਦਾ, ਲੇਕਿਨ ਇੱਕ ਦੋ ਸਵਾਲ ਐਸੇ ਨੇ ਜਿਹੜੇ ਮੈਨੂੰ ਲੱਗਦਾ ਕਿ ਤੁਸੀਂ ਬਿਹਤਰ ਢੰਗ ਨਾਲ ਸਮਝਦੇ ਹੋਵੋਗੇ। ਇੱਕ, ਇਸ ਸਾਰੇ ਰੌਲੇ ਰੱਪੇ ਦੇ ਵਿੱਚ ਕੱਲ ਤਸਵੀਰ ਸਾਹਮਣੇ ਆਉਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਉਹ ਸਟੈਪ ਵਧਾਉਂਦੇ ਨਜ਼ਰ ਆਉਂਦੇ। ਬੜੇ ਦਿਨ ਬਾਅਦ ਇਸ ਤਰ੍ਹਾਂ ਦੀ ਇੱਕ ਐਕਟੀਵਿਟੀ ਹੋਈ ਹੈ। ਪੰਜਾਬ ਦੀ ਪੋਲਿਟਿਕਸ ਜਿਹੜੀ ਸੱਤਾਧਾਰੀ ਧਿਰ ਹੈ, ਉਹਨੂੰ ਤੁਸੀਂ ਕਿਸਾਨ ਅੰਦੋਲਨ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਦੀ ਇਸ ਤਰ੍ਹਾਂ ਦੀ ਐਂਟਰੀ ਨੂੰ ਕੋਈ ਵਜਨ ਦਿੰਦੇ ਹੋ? ਕੋਈ ਇਹਦੇ ਅਰਥ ਹੈਗੇ ਆ ਜੀ ਤੁਹਾਡੀ ਨਜ਼ਰ ਦੇ ਵਿੱਚ ਕਿ ਕੋਈ ਕਾਂਗਰਸ ਕੋਈ ਇਸ ਤਰ੍ਹਾਂ ਦਾ ਕਦਮ ਉਠਾ ਸਕਦੀ ਹੈ, ਜਾਂ ਉਹਨਾਂ ਦੇ ਅੰਦਰ ਇਹ ਸਮਰੱਥਾ ਬਚੀ ਹਾਈ ਕਮਾਂਡ ਦੇ ਅੰਦਰ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਸਿੱਧੂ ਨੂੰ ਪਾਵਰਫੁਲ ਕਰ ਦੇਣ, ਜਾਂ ਕੋਈ ਇਸ ਤਰ੍ਹਾਂ ਦਾ ਮੁਹਾਵਰਾ? ਦੇਖੋ, ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਜਦ ਇਹ ਅੰਦੋਲਨ ਚੱਲ ਰਿਹਾ ਹੈ, ਪੰਜਾਬ ਸਰਕਾਰ ਇਸ ਚੀਜ਼ ਫਸੀ ਹੋਈ ਹੈ, ਕੋਈ ਜਿਹਦੇ ਨਾਲ ਕੈਪਟਨ ਸਾਹਿਬ ਨਾਰਾਜ਼ ਹੋਣ। ਕੈਪਟਨ ਸਾਹਿਬ ਮੰਨਣਗੇ ਵੀ ਨਹੀਂ ਉਸ ਚੀਜ਼ ਨੂੰ, ਮੈਨੂੰ ਨਹੀਂ ਲੱਗਦਾ। ਦੂਜੀ ਗੱਲ ਰਹੀ ਸਿੱਧੂ ਸਾਹਿਬ ਦੀ, ਉਹਨਾਂ ਦੀ ਮਨ ਦੇ ਵਿੱਚ ਕੀ ਹੈ ਪਰਖਣਾ ਬੜਾ ਮੁਸ਼ਕਿਲ ਹੈ, ਔਰ ਹਾਈ ਕਮਾਂਡ ਵੀ ਕੀ ਸੋਚ ਰਹੀ ਹੈ ਨਹੀਂ ਸੋਚ ਰਹੀ ਹੈ, ਸਿਰਫ ਉਹਨਾਂ ਨੂੰ ਸਮਝਾ ਰਹੀ ਹੈ। ਕਿਉਂਕਿ ਸਿੱਧੂ ਸਾਹਿਬ ਦੀ ਆਪਾਂ ਅੱਗੇ ਵੀ ਗੱਲ ਕੀਤੀ ਹੈ, ਉਹਨਾਂ ਦੇ ਜਿਹੜੇ ਦਰਵਾਜ਼ੇ ਨੇ ਉਹ ਅੱਗੇ ਨਾਲੋਂ ਘਟ ਗਏ। ਹੁਣ ਤੁਸੀਂ ਬੀਜੇਪੀ 'ਚ ਤਾਂ ਬਿਲਕੁਲ ਹੀ ਨਹੀਂ ਜਾ ਸਕਦੇ, ਕਿਉਂਕਿ ਜੇ ਬੀਜੇਪੀ ਜਾਂਦੇ ਹੋ ਤਾਂ ਤੁਹਾਡੀ ਜਿਹੜੀ ਕਿਸਾਨ ਬੇਸ ਹੈ ਉਹ ਤਾਂ ਜ਼ੀਰੋ ਹੋ ਜਾਏਗੀ ਇੱਕਦਮ ਜੀ। ਤਾਂ ਇਸ ਕਰਕੇ ਉਹ ਬੀਜੇਪੀ ਵਾਲਾ ਦਰਵਾਜ਼ਾ ਤੇ ਜਿਹੜਾ ਅੱਗੇ ਹੀ ਅੱਧਾ ਬੰਦ ਸੀਗਾ, ਹੁਣ ਪੂਰਾ ਬੰਦ ਹੋ ਗਿਆ। ਦੂਜੀ ਗੱਲ ਰਹਿੰਦੀ ਆ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੀ ਉਹਨਾਂ ਨੂੰ ਪੂਰੀ ਕਮਾਂਡ ਦੇਣੀ ਨਹੀਂ ਕਿਸੇ ਨੇ। ਜਦ ਤੱਕ ਪੂਰੀ ਕਮਾਂਡ ਨਹੀਂ ਦੇਣੀ, ਸਿੱਧੂ ਸਾਹਿਬ ਜਾਣਗੇ ਨਹੀਂ। ਉਹ ਤਾਂ ਕਮਾਂਡਰ ਇਨ ਚੀਫ ਜਾਣਾ ਚਾਹੁੰਦੇ ਆ, ਉਦੋਂ ਘੱਟ ਪੋਜੀਸ਼ਨ ਉਹਨਾਂ ਨੇ ਲੈਣੀ ਨਹੀਂ। ਤੇ ਫਿਰ ਰਹਿ ਜਾਣੇ ਤੁਸੀਂ ਕਾਂਗਰਸ ਦੇ। ਹੁਣ ਗੱਲ ਇੱਥੇ ਤਾਂ ਰਹਿ ਜਾਂਦੀ ਹੈ ਕਿ ਕੈਪਟਨ ਸਾਹਿਬ ਦੀ ਇੱਜ਼ਤ ਕਿਵੇਂ ਬੇਕਰਾਰ ਰਹੇ ਔਰ ਸਿੱਧੂ ਸਾਹਿਬ ਦੀ ਇੱਜ਼ਤ ਕਿਵੇਂ ਦੁਬਾਰਾ ਬਣਾਈ ਜਾਵੇ। ਉਹਨਾਂ ਦੋਨਾਂ ਦੇ ਵਿੱਚ ਕੀ ਰਸਤਾ ਲੱਭਦੇ ਨੇ? ਦੋ ਤਿੰਨ ਟਿਪੀਕਲ ਰਸਤੇ ਹੁੰਦੇ ਆ। ਇੱਕ ਤਾਂ ਹੁੰਦਾ ਕਿ ਇੱਕ ਬੰਦੇ ਨੂੰ ਵੱਡਾ ਅਹੁਦਾ ਦੇ ਕੇ ਸੈਂਟਰ 'ਚ ਲੈ ਜਾਓ, ਪਾਰਟੀ ਆਰਗੇਨਾਈਜੇਸ਼ਨ 'ਚ ਲੈ ਜਾਓ। ਆਰਗੇਨਾਈਜੇਸ਼ਨ 'ਚ ਤਬਦੀਲੀਆਂ ਹੋਣੀਆਂ ਕਾਂਗਰਸ ਦੀਆਂ, ਇਲੈਕਸ਼ਨਾਂ ਵੀ ਹੋਣੀਆਂ। ਸੋ ਹੋ ਸਕਦਾ ਹੈ ਕਿ ਉਸ ਦੇ ਬਾਰੇ ਕੋਈ ਗੱਲ ਕਰਨ ਗਏ ਹੋਣ ਕਿ ਕਿਸ ਤਰੀਕੇ ਨਾਲ ਅੱਗੇ ਨੂੰ ਇਲੈਕਸ਼ਨ ਲੜਨੀ ਹੈ। ਸਿੱਧੂ ਤੁਹਾਨੂੰ ਯਾਦ ਹੋਊਗਾ ਸਰ ਕਿ ਸਿੱਧੂ ਜਦੋਂ ਬੀਜੇਪੀ ਛੱਡਦੇ ਆ ਤੇ ਉਹ ਇੱਕੋ ਗੱਲ ਤੇ ਛੱਡਦੇ ਆ ਕਿ ਮੈਂ ਸਿਰਫ ਪੰਜਾਬ ਤੇ ਪੰਜਾਬ ਦਾ ਹਾਂ। ਜਦੋਂ ਉਹ ਅਰੁਣ ਜੇਟਲੀ ਇਲੈਕਸ਼ਨ ਇੱਥੋਂ ਲੜਦੇ ਆ, ਕਹਿੰਦੇ ਜੀ ਮੈਨੂੰ ਕੁਰੂਕਸ਼ੇਤਰ ਫਿਰ ਦਿੱਲੀ ਤੋਂ ਇਲੈਕਸ਼ਨ ਲੜਨ ਲਈ ਕਿਹਾ ਗਿਆ, ਲੇਕਿਨ ਮੈਂ ਕਿਹਾ ਕਿ ਮੈਂ ਪੰਜਾਬ ਲਈ ਜੀਣਾ ਮਰਨਾ ਹੈ। ਫਿਰ ਉਹ ਰਾਜ ਸਭਾ ਛੱਡ ਦਿੰਦੇ ਆ, ਕਹਿੰਦੇ ਜੀ ਮੈਨੂੰ ਕਿਹਾ ਜਾ ਰਿਹਾ ਸੀ ਕਿ ਤੂੰ ਪੰਜਾਬ ਤੋਂ ਦੂਰ ਰਹਿ, ਤੈਨੂੰ ਵਜ਼ੀਰ ਵੀ ਬਣਾ ਦਿੰਦੇ ਆ, ਲੇਕਿਨ ਲੋ ਮੈਂ ਇਹ ਵੀ ਛੱਡਤਾ। ਹੁਣ ਉਹ ਜਦੋਂ ਉਹਨੂੰ ਸੈਂਟਰਲ ਕੋਈ ਪੋਜੀਸ਼ਨ ਮਿਲੂਗੀ, ਉਹਨਾਂ ਨੂੰ ਕਿਹਾ ਜਾਊਗਾ ਕਿ ਤੁਸੀਂ ਕੇਂਦਰ ਦੀ ਰਾਜਨੀਤੀ 'ਚ ਆ ਜਾਓ, ਉਹਨਾਂ ਦੀ ਆਪਣੀ ਸਥਿਤੀ ਬਹੁਤ ਹੀ ਜ਼ਿਆਦਾ ਹਾਸੋਹੀਣੀ ਬਣ ਜਾਊਗੀ। ਨਵਜੋਤ ਸਿੰਘ ਸਿੱਧੂ ਲਈ ਰਸਤੇ ਖਤਮ, ਬਾਕੀ ਜਿਵੇਂ ਤੁਸੀਂ ਦੱਸਿਆ। ਲੇਕਿਨ ਜੇ ਕੱਲੀ ਕਾਂਗਰਸ ਬਚੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਜਿਸ ਤਰ੍ਹਾਂ ਦਾ ਉਹਨਾਂ ਦਾ ਇੱਕ ਲੰਚ ਹੋਇਆ ਸੀ, ਜੇ ਚੀਜ਼ਾਂ ਉੱਥੇ ਸੈਟਲ ਹੋ ਜਾਂਦੀਆਂ ਤੁਹਾਨੂੰ ਲੱਗਦਾ ਉੱਥੇ ਜ਼ਿਆਦਾ ਬਿਹਤਰ ਸੀ? ਜੇ ਦਿੱਲੀੋਂ ਸੈਟਲ ਹੋਣਗੀਆਂ ਤੇ ਅਮਰਿੰਦਰ ਸਿੰਘ ਜੀ ਦਾ ਟੇਢੇ ਹੋਣਾ ਮੈਨੂੰ ਲੱਗਦਾ ਉਹ ਬੜਾ ਵਾਜਬ ਸਵਾਲ ਹੈ। ਸੋ ਅਗਲੇ ਦਿਨਾਂ 'ਚ ਕਾਂਗਰਸ ਦੇ ਅੰਦਰ ਪੰਜਾਬ 'ਚ ਘਮਾਸਾਨ ਹੋ ਸਕਦਾ ਹੈ, ਤੁਹਾਨੂੰ ਲੱਗਦਾ? ਨਹੀਂ, ਮੇਰਾ ਨਹੀਂ ਖਿਆਲ ਹਾਈ ਕਮਾਂਡ ਕੋਈ ਫੈਸਲਾ ਲਏਗੀ ਕੈਪਟਨ ਸਾਹਿਬ ਨੂੰ ਪੁੱਛੇ ਬਿਨਾ। ਇਸ ਵਕਤ ਜਦ ਇਹੋ ਜਿਹਾ ਜੰਗ ਛਿੜਿਆ ਹੋਇਆ ਅੰਦੋਲਨ ਦਾ, ਉਹ ਕਿਉਂ ਇੱਕ ਨਵਾਂ ਫਰੰਟ ਖੋਲਣਗੇ ਇਹਦੇ 'ਚ? ਮੈਨੂੰ ਨਹੀਂ ਲੱਗਦਾ। ਬਾਕੀ ਕੁਝ ਪਤਾ ਨਹੀਂ ਹੁੰਦਾ, ਪੋਲਿਟਿਕਸ ਦੇ ਵਿੱਚ ਕੁਝ ਵੀ ਹੋ ਸਕਦਾ। ਪਰ ਜੋ ਸਮਝਣ ਚ ਆਉਂਦਾ ਕਿ ਇਸ ਵੇਲੇ ਜਦ ਸੈਂਟਰ ਬੈਕਫੁੱਟ ਤੇ ਹੈ, ਤੁਸੀਂ ਇਸ ਵੇਲੇ ਕਿਸਾਨ ਅੱਗੇ ਫਰੰਟ ਤੇ ਲੱਗੇ ਹੋਏ ਨੇ ਲੜਨ ਉਹਨਾਂ ਦੇ ਨਾਲ, ਤੁਸੀਂ ਆਪਣਾ ਪਿਛਲੀ ਲੜਾਈ ਕਿਉਂ ਖੋਲੋਗੇ ਔਰ ਡਿਸਟਰੈਕਸ਼ਨ ਕ੍ਰੀਏਟ ਕਰੋਗੇ? ਕਿਸਾਨ ਵੀ ਕਹਿਣਗੇ ਕਿ ਇਹ ਕੋਈ ਮੁੱਦਾ ਇਸ ਵੇਲੇ ਉਠਾਉਣ ਵਾਲਾ ਹੈ। ਸਿੱਧੂ ਸਾਹਿਬ ਨੂੰ ਮਿਨਿਸਟਰੀ ਮਿਲੇ ਨਾ ਮਿਲੇ, ਇਹ ਕਿਸਾਨਾਂ ਦੇ ਮੁਤਾਬਕ ਕੋਈ ਏਡਾ ਅਹਿਮ ਮੁੱਦਾ ਨਹੀਂ ਹੈ ਜਿਹਦੇ ਪਿੱਛੇ ਕਿ ਇੱਕ ਨਵਾਂ ਫਰੰਟ ਖੋਲਿਆ ਜਾਵੇ। ਸੋ ਉਹਦੇ 'ਚ ਮੈਨੂੰ ਲੱਗਦਾ ਸਿੱਧੂ ਸਾਹਿਬ ਦਾ ਵੀ ਕਿਸਾਨਾਂ ਦੇ ਵਿੱਚ ਵੀ ਇਮੇਜ ਥੱਲੇ ਜਾਏਗੀ। ਮੇਰਾ ਨਹੀਂ ਖਿਆਲ ਕਿ ਇਸ ਚੀਜ਼ 'ਚ ਬਹੁਤੀ ਸਿਆਣਪ ਹੋਊਗੀ। ਇਸ ਕਰਕੇ ਮੈਨੂੰ ਨਹੀਂ ਲੱਗਦਾ ਹਾਈ ਕਮਾਂਡ ਜਾਂ ਕੈਪਟਨ ਸਾਹਿਬ ਜਾਂ ਨਵਜੋਤ ਸਿੱਧੂ ਵੀ ਕੋਈ ਇਹੋ ਜਿਹਾ ਕਦਮ ਉਠਾਉਣਗੇ ਜਿਹਦੇ 'ਚ ਇਸ ਵੇਲੇ ਤੁਸੀਂ ਇੱਕ ਨਵੇਂ ਪਾਸੇ ਡਿਸਟਰੈਕਸ਼ਨ ਕ੍ਰੀਏਟ ਕਰੋ ਕਿਸਾਨਾਂ ਦੇ ਮੁੱਦੇ ਤੋਂ। ਸਰ, ਮੈਂ ਅੱਜ ਸਵੇਰੇ ਵੀ ਇੱਕ ਡਿਬੇਟ 'ਚ ਇਹ ਸਵਾਲ ਪੁੱਛਿਆ ਸੀਗਾ ਔਰ ਮੈਨੂੰ ਤੁਹਾਡੇ ਕੋਲੋਂ ਵੀ ਉਹੀ ਸਵਾਲ ਰਿਪੀਟ ਕਰਨਾ ਹੈ ਕਿ ਜਦੋਂ ਤੁਸੀਂ ਬਰੀਕੀ ਨਾਲ ਇਸ ਪੂਰੇ ਅੰਦੋਲਨ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਦੇਖਿਆ ਤੇ ਉੱਥੇ ਕਈ ਤਰ੍ਹਾਂ ਦੇ ਸੁਭਾਅ ਵਾਲੇ ਲੋਕ ਤੁਸੀਂ ਦੇਖੇ ਹੋਣਗੇ, ਜਿਨ੍ਹਾਂ ਦੇ ਵਿੱਚ ਸੇਵਾ 'ਚ ਲੱਗੇ ਲੋਕ ਵੀ ਆ, ਜਿਹਦੇ ਵਿੱਚ ਕਿਤਾਬਾਂ ਦੇ ਨਜ਼ਰੀਏ ਤੋਂ ਲੋਕ ਵੀ ਆ, ਲਿਖਣ ਵਾਲੇ ਵੀ ਆ ਤੇ ਕਿਤਾਬਾਂ ਦੇ ਲੰਗਰਾਂ ਵਾਲੇ ਵੀ ਨੇ।
ਉੱਥੋਂ ਅਖਬਾਰ ਵੀ ਨਿਕਲੇ ਤੇ ਉੱਥੋਂ ਬਹੁਤ ਸਾਰੇ ਲੋਕ ਲਾਈਵ ਹੋ ਰਹੇ ਆ, ਉੱਥੇ ਵਕੀਲ ਵੀ ਨੇ ਤੇ ਉੱਥੇ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਬੈਠੇ ਨੇ, ਜਿਨ੍ਹਾਂ 'ਚ ਖੱਬੇ ਸੱਜੇ ਸਾਰੇ ਹੀ ਨੇ ਜੀ। ਤੁਹਾਨੂੰ ਬਰੀਕੀ ਨਾਲ ਦੇਖਿਆ ਉੱਥੋਂ ਪੰਜਾਬ ਲਈ ਕੋਈ ਨਵੀਂ ਲੀਡਰਸ਼ਿਪ ਉਂਗਰਦੀ ਨਜ਼ਰ ਆਈ? ਤੁਹਾਨੂੰ ਲੱਗਿਆ ਕਿ ਉੱਥੋਂ, ਮੈਂ ਨਹੀਂ ਕਹਿੰਦਾ ਕਿ ਜਿਹੜੀਆਂ 32 ਕਿਸਾਨ ਜਥੇਬੰਦੀਆਂ ਉਹਨਾਂ ਨੂੰ ਤੁਸੀਂ ਉਸ ਨਜ਼ਰੀਏ ਤੋਂ ਗੱਲ ਕਰੋ, ਉਹਨਾਂ ਨੂੰ ਛੱਡ ਲਈਏ, ਅਦਰਵਾਈਜ਼ ਪੰਜਾਬ ਦੇ ਵਿੱਚੋਂ ਬਹੁਤ ਸਾਰਾ ਪੋਟੈਂਸ਼ੀਅਲ, ਬਹੁਤ ਸਾਰੇ ਐਕਟਿਵਿਸਟ, ਬਹੁਤ ਸਾਰੇ ਸਰਗਰਮ ਲੋਕ ਉੱਥੇ ਗਏ ਨੇ, ਇਸ ਸਾਰੇ ਸੀਨ ਚੋਂ ਤੁਹਾਨੂੰ ਲੱਗਿਆ ਕਿ ਪੰਜਾਬ ਦੇ ਕੋਲ ਟੈਲੈਂਟਡ ਲੋਕਾਂ ਦੀ ਜਿਹੜੀ ਭਰਪਾਈ ਕਰਨ ਵਾਲੀ ਸਥਿਤੀ ਸੀ, ਉਹ ਇੱਥੋਂ ਕੁਝ ਲੋਕ ਨਿਕਲਦੇ ਨਜ਼ਰ ਆਉਣਗੇ? ਤੁਹਾਨੂੰ ਇੱਥੋਂ ਕੁਝ ਚਿਹਰੇ ਮਿਲ ਸਕਦੇ ਅਗਲੇ ਸਮੇਂ ਲਈ? ਦੇਖੋ, ਅੰਦੋਲਨ ਦੇ ਵਿੱਚ ਜੇ ਤੁਸੀਂ ਜਦ ਤਾਈਂ ਅੱਗੇ ਨਹੀਂ, ਜਦ ਤਾਈਂ ਤੁਹਾਡੀ ਇਹ ਨਹੀਂ ਦੇਖਿਆ ਜਾਂਦਾ ਕਿ ਅੰਦੋਲਨ 'ਚ ਤੁਹਾਡੀ ਕੀ ਕੰਟਰੀਬਿਊਸ਼ਨ ਹੈ ਜੀ। ਗੁਮਨਾਮ ਕੰਟਰੀਬਿਊਸ਼ਨ ਬਹੁਤ ਬੰਦਿਆਂ ਦੀ ਹੈ, ਲੇਕਿਨ ਉਹਦੇ ਨਾਲ ਲੀਡਰੀ ਨਹੀਂ ਮਿਲਦੀ। ਦੀਪ ਸਿੱਧੂ ਲੀਡਰ ਬਣਨ ਦੇ ਜੋਸ਼ 'ਚ ਜਾ ਕੇ ਲਾਲ ਕਿਲੇ ਦੇ ਉੱਤੇ ਚੜ ਗਿਆ। ਬਿਲਕੁਲ, ਇੱਕ ਤਰੀਕੇ ਨਾਲ ਉਹਨੂੰ ਲੀਡਰੀ ਤਾਂ ਮਿਲ ਗਈ ਉਸ ਵੇਲੇ, ਲੇਕਿਨ ਉਹ ਲੀਡਰੀ ਦਾ ਉਹਨੇ ਉਸ ਲੀਡਰੀ ਨੂੰ ਲੈਂਦੇ ਲੈਂਦੇ ਉਹਨੇ ਇੰਨੇ ਕਾਨੂੰਨਾਂ ਦੀ ਉਲੰਘਣਾ ਕਰਤੀ। ਹਲੇ ਕੀ ਪਤਾ ਅੱਜ ਤੋਂ 5 ਸਾਲ ਬਾਅਦ ਦੀਪ ਸਿੱਧੂ ਉਹਦਾ ਫਾਇਦਾ ਉਠਾਵੇ, ਲੇਕਿਨ ਅੱਜ ਤਾਂ ਉਹ ਜੇਲ੍ਹ 'ਚ ਬੈਠਾ ਹੈ। ਅੱਛਾ, ਜੇ ਗਿਣੇ ਜਾਣਗੇ ਲੀਡਰ ਕੌਣ ਸੀ, ਲੋਕਾਂ ਦੇ ਦਿਮਾਗ 'ਚ ਤਾਂ ਇਹੀ ਆਏਗਾ ਕਿ ਇਹੀ ਸੀਗਾ। ਉਲਟਾ ਸੈਂਟਰ ਉਹਨੂੰ ਫੜ ਕੇ ਜਿੰਨਾ ਉਹਨੂੰ ਜੇਲ੍ਹਾਂ ਦੇ ਅੰਦਰ ਦੇਗੀ, ਉਹਨਾਂ ਉਹ ਲੀਡਰ ਬਣੇਗਾ। ਹਿੰਦੁਸਤਾਨ 'ਚ ਅੰਦੋਲਨਾਂ 'ਚ ਲੀਡਰ ਇਸ ਤਰੀਕੇ ਨਾਲ ਬਣਦੇ ਨੇ ਕਿ ਕੁਰਬਾਨੀ ਕਿਹਦੀ ਸੀ। ਸੋ ਕੁਰਬਾਨੀ ਗਲਤ ਹੋਵੇ ਸਹੀ ਹੋਵੇ, ਆਮ ਆਦਮੀ ਜਿਹੜਾ ਉਹ ਤਾਂ ਕੁਰਬਾਨੀ ਦੇਖਦਾ ਹੈ। ਜਿਹੜੇ ਵਿਚਾਰੇ ਉੱਥੇ ਬੈਠੇ ਸੇਵਾ ਕਰੀ ਜਾ ਰਹੇ ਆ, ਉਹ ਉਹਨਾਂ ਦੀ ਕੁਰਬਾਨੀ ਨਜ਼ਰ ਨਹੀਂ ਆ ਰਹੀ, ਔਰ ਉਹਦੇ ਚੋਂ ਲੀਡਰੀ ਕਿਵੇਂ ਨਿਕਲ ਕੇ ਆਏਗੀ ਇਹ ਮੁਸ਼ਕਿਲ ਹੈ, ਕਿਉਂਕਿ ਆਲਰੇਡੀ ਕਈ ਤਰ੍ਹਾਂ ਦੇ ਲੀਡਰ ਪੰਜਾਬ ਦੇ ਵਿੱਚ ਨੇ, ਕਈ ਧੜੇ ਬਣੇ ਹੋਏ ਨੇ, ਕਈ ਪਾਰਟੀਆਂ ਨੇ। ਲੀਡਰ ਉਹ ਬਣ ਸਕਦਾ ਹੈ ਜਿਹੜਾ ਥੱਲੇ ਬੇਸ ਹੋਵੇ, ਉੱਤੇ ਉਹ ਫੌਜ ਲੈ ਕੇ ਅੱਗੇ ਜਿੱਤ ਰਿਹਾ ਹੋਵੇ, ਬੇਸ ਤੇ ਫੌਜ ਕਨੈਕਟ ਹੋ ਜਾਣ ਦੋਨੋਂ, ਫਿਰ ਉਹ ਲੀਡਰ ਬਣ ਗਿਆ। ਲੇਕਿਨ ਇਹ ਜਿਹੜੇ ਬੰਦੇ ਇੱਥੇ ਬੈਠੇ ਨੇ, ਇਹਨਾਂ ਦੀ ਬੇਸ ਨਹੀਂ ਹੈ ਉਨੀ ਵੱਡੀ ਪੰਜਾਬ ਦੇ ਵਿੱਚ। ਸੋ ਇਸ ਕਰਕੇ ਲੀਡਰ ਜਿਹੜੇ ਉੱਭਰ ਕੇ ਆ ਰਹੇ ਨੇ, ਇੱਕ ਤਾਂ RLD ਰਿਵਾਈਵ ਹੋ ਗਈ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਜਯੰਤ, ਉਹਦੀ ਲੀਡਰੀ ਰਿਵਾਈਵ ਹੋ ਗਈ ਯੂਪੀ ਦੇ ਵਿੱਚ, ਕਿਉਂਕਿ ਉਹਨਾਂ ਕੋਲ ਆਲਰੇਡੀ ਇੱਕ ਸਟਰਕਚਰ ਸੀ। ਜਦ ਉਹ ਮਾਹੌਲ ਬਦਲਿਆ, ਉਹਨਾਂ ਨੇ ਉਹ ਟੈਪ ਕਰ ਲਿਆ। ਪੰਜਾਬ ਦੇ ਵਿੱਚ ਬਾਦਲ ਸਾਹਿਬ ਗਏ, ਆ ਕੇ ਤਕੈਤ ਸਾਹਿਬ ਨੂੰ ਮਿਲ ਕੇ ਆਏ, ਲੇਕਿਨ ਉਹ ਕਿਉਂਕਿ ਉਹਨਾਂ ਦੀ ਲੀਡਰੀ ਪਹਿਲਾਂ ਹੀ ਵਿਖਰ ਗਈ ਸੀਗੀ, ਉਹਨੂੰ ਤੁਸੀਂ ਰਿਵਾਈਵ ਨਹੀਂ ਕਰ ਸਕਦੇ ਤਕੈਤ ਕੋਲ ਜਾਣ ਨਾਲ। ਇਵੇਂ ਤਕੈਤ ਜਿਹੜੇ ਦੋਨੋਂ ਨੇ, ਇਹਨੂੰ ਕਿਵੇਂ ਲੀਡਰੀ 'ਚ ਬਦਲਣਾ ਚਾਹੁੰਦੇ ਆ, ਜਾਂ ਉਹ ਪਿੱਛੋਂ ਹੀ ਆਪਣੀ ਇੰਪੋਰਟੈਂਸ ਰੱਖਣਾ ਚਾਹੁੰਦੇ ਆ, ਅੱਗੇ RLD ਰਹੇਗੀ, ਹਲੇ ਸਮਝ ਨਹੀਂ ਹੈ, ਜਾਂ ਕੋਈ ਆਪਣੀ ਪਾਰਟੀ ਬਣਾਉਣਗੇ। ਹਰਿਆਣੇ ਦੇ ਵਿੱਚ ਚੌਤਾਲਾ ਡਿਪਟੀ ਚੀਫ ਮਿਨਿਸਟਰ ਦਾ ਚਾਚਾ ਜਾਂ ਤਾਇਆ, ਜਿਹੜਾ ਦੂਜਾ ਭਰਾ ਹੈ ਅਬੇ, ਉਹ ਛੱਡ ਕੇ ਆ ਗਿਆ, ਲੇਕਿਨ ਉਹਦੀ ਹਲੇ ਲੀਡਰੀ ਨਹੀਂ ਉਭਰੀ। ਲੇਕਿਨ ਹੋ ਸਕਦਾ ਹੈ ਜੇ ਇਹ ਲੱਗਿਆ ਕਿ ਉਹ MLA ਜਿਹੜੇ ਟੁੱਟ ਕੇ ਆ ਰਹੇ ਨੇ, ਕਿ ਉਹ ਜਿਹੜੀ ਜਾਟਾਂ ਦੀ ਵੋਟ ਇਸ ਵੇਲੇ ਸਰਕਾਰ 'ਚ ਬੈਠੇ ਧੜੇ ਨੂੰ ਪਈ ਹੈ, ਉਹ ਦੂਜੇ ਧੜੇ ਨੂੰ ਬਦਲ ਜਾਏਗੀ, ਉਹ ਹਲੇ ਦੇਖਣ ਨੂੰ ਨਹੀਂ ਮਿਲਿਆ। ਸੋ ਇਸ ਕਰਕੇ ਇਹਦੇ 'ਚੋਂ ਮੈਨੂੰ ਲੱਗਦਾ ਜਿਹੜੇ ਆਲਰੇਡੀ ਲੀਡਰ ਸੀਗੇ, ਉਹ ਐਡਵਾਂਟੇਜ ਲੈ ਸਕੇ ਨੇ ਹਲੇ ਤਾਈਂ। ਪੰਜਾਬ 'ਚ ਹਲੇ ਕਿਸੇ ਨੂੰ ਐਡਵਾਂਟੇਜ ਨਹੀਂ ਮਿਲਿਆ। ਪੰਜਾਬ ਦੇ ਵਿੱਚ ਫਾਇਦਾ ਹਲੇ ਸਿਰਫ BKU ਦੇ ਵੱਡੇ ਧੜੇ ਨੂੰ ਹੀ ਹੈ, ਲੇਕਿਨ ਉਹ ਧੜਾ ਤਾਂ ਪੋਲਿਟਿਕਸ 'ਚ ਜਾ ਨਹੀਂ ਸਕਦਾ ਸਾਰੇ ਦੇ ਸਾਰੇ। ਹਾਂ, ਉਹ ਪੋਲੀਟੀਸ਼ੀਅਨਾਂ ਦੂਜਿਆਂ ਨੂੰ ਸਪੋਰਟ ਕਰਕੇ, ਉਹ ਆਪਣੀ ਮਦਦ ਕਰਕੇ ਕਰ ਸਕਦੇ, ਲੇਕਿਨ ਸਾਡੇ 'ਚ ਇਹ ਕਮਜ਼ੋਰੀ ਵੀ ਹੈ ਪੰਜਾਬੀ 'ਚ। ਜੇ 4 ਪੰਜਾਬੀ ਨੇ ਤਾਂ 5 ਲੀਡਰ ਨੇ, ਤਾਂ ਇਸ ਕਰਕੇ ਸਾਡੇ 'ਚੋਂ ਲੀਡਰ ਕੌਣ ਹੋਊਗਾ? ਲੀਡਰੀ ਪਿੱਛੇ ਤਾਂ ਇੱਥੇ ਪ੍ਰੋਬਲਮ ਹੁੰਦਾ ਹੈ। ਸੋ ਇਸ ਕਰਕੇ ਇੱਕ ਦੂਜੇ ਨੂੰ ਅੱਗੇ ਨਹੀਂ ਵਧਣ ਦੇਣਾ ਕਿਸੇ ਨੂੰ। ਹਾਂ, ਲੱਤਾਂ ਖਿੱਚਣ ਦੀ ਪ੍ਰਵਿਰਤੀ ਤਾਂ ਸ਼ੁਰੂ ਤੋਂ ਹੀ ਰਹੀ ਹੈ, ਲੇਕਿਨ ਮੈਂ ਸਰਦਾਰ ਸਾਹਿਬ ਇਹ ਵੀ ਜਾਣਨਾ ਹੈ ਕਿ ਜਦੋਂ ਸੰਗੀਨ ਧਾਰਾਵਾਂ ਲਾ ਕੇ ਬੰਦੇ ਫੜ ਕੇ ਅੰਦਰ ਕਰਤੇ, ਜਦੋਂ ਹੁਣ ਜਿਵੇਂ ਦੀਪ ਸਿੱਧੂ ਹੈ, ਕਿਉਂਕਿ ਇਹਦੇ ਨਾਲੋਂ ਤਾਂ ਕਿਸਾਨ ਜਥੇਬੰਦੀਆਂ ਵੀ ਦੂਰੀ ਬਣਾ ਗਈਆਂ ਸੀ, ਹਾਲਾਂਕਿ ਇਹ ਜਜ਼ਬਾਤ ਦੇ ਵੇਗ 'ਚ ਸੀਗਾ ਜਾਂ ਜਿਵੇਂ ਉੱਤੇ ਦੋਸ਼ ਲੱਗਦੇ ਰਹੇ, ਹੁਣ ਇਹ ਤਾਂ ਭਵਿੱਖ ਦੀ ਕੁੱਖ 'ਚ ਹੈ ਕਿ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਤੇ ਉਸ ਤੋਂ ਬਾਅਦ ਕਿਹੋ ਜਿਹੇ ਤੱਥ ਸਾਹਮਣੇ ਆਉਂਦੇ। ਲੇਕਿਨ ਜਦੋਂ ਨੈਗੋਸੀਏਸ਼ਨ ਦੀ ਟੇਬਲ ਤੇ ਹੋਣਗੀਆਂ ਕਿਸਾਨ ਜਥੇਬੰਦੀਆਂ ਦੇ ਤੇ ਸਰਕਾਰ, ਉਦੋਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸੰਗੀਨ ਧਾਰਾਵਾਂ ਜਿਹੜੀਆਂ, ਜਿਨ੍ਹਾਂ ਦੇ ਵਿੱਚ ਹੁਣ ਮੈਂ ਜੇ ਜ਼ਿਕਰ ਕਰਨ ਲੱਗਾ ਲੰਬਾ ਸਮਾਂ ਹੋ ਜਾਊਗਾ, ਕੀ ਉਹਨਾਂ ਟੇਬਲ ਦੇ ਉੱਤੇ ਉਹ ਕੇਸ ਵਾਪਸ ਹੋਣ ਦੀ ਸੰਭਾਵਨਾ ਵੀ ਹੁੰਦੀ ਆ? ਸਾਰੇ ਦੇ ਸਾਰੇ ਸਮੁੱਚੇ ਕੇਸ ਵਾਪਸ ਹੁੰਦੇ ਆ? ਦੀਪ ਸਿੱਧੂ ਵਰਗੇ ਕੇਸ ਵੀ ਵਿਚਾਰੇ ਜਾਣਗੇ? ਜਦੋਂ ਗੱਲਬਾਤ ਸਿਰੇ ਚੜੂਗੀ, ਕਿਸੇ ਸਮਝੌਤੇ ਤੇ ਪਹੁੰਚੂਗੀ ਗਵਰਨਮੈਂਟ ਔਰ ਕਿਸਾਨਾਂ ਦੇ ਵਿੱਚ, ਫਾਈਨਲ ਰਾਉਂਡ ਦੀ ਗੇੜ ਦੇ ਵਿੱਚ, ਇਹ ਤੁਹਾਨੂੰ ਲੱਗਦਾ ਹੈ
ਰਾਤ ਮਿਲ ਜਾਊਗੀ ਜਿਹੜੇ ਲੋਕ ਫਸ ਗਏ, ਜਿਹੜੇ ਗਏ ਤਾਂ ਅੰਦੋਲਨ ਲਈ ਸੀ ਲੇਕਿਨ ਉਮਰ ਭਰ ਜੇਲ੍ਹਾਂ 'ਚ ਸੜਨ ਲਈ ਚਲੇ ਗਏ, ਜਿੱਥੇ ਦੇਸ਼ ਧਰੋਹ ਦਾ ਜਾਂ ਹੋਰ ਨੇ ਕਈ ਸਾਲ ਤੱਕ ਦੀਆਂ ਸਜ਼ਾਵਾਂ ਦੇ ਪ੍ਰਾਵਧਾਨ ਨੇ। ਸੋ ਤੁਹਾਨੂੰ ਲੱਗਦਾ ਹੈ ਕਿ ਅਗਲੇ ਦਿਨਾਂ 'ਚ ਇਹਨਾਂ ਲੋਕਾਂ ਨੂੰ ਅਸੀਂ ਬਾਇਜ਼ਤ ਬਾਹਰ ਆਉਂਦਿਆਂ ਵੀ ਦੇਖਦੇ ਹਾਂ ਜਾਂ ਇਹਨਾਂ ਦੇ ਜਿਹੜੇ ਕੈਰੀਅਰ ਆ ਉਹ ਵੀ ਦਾਤੇ ਨੇ? ਦੇਖੋ, ਹਮੇਸ਼ਾ ਜੇ ਅਸੀਂ ਪਿਛਵਾਲ ਦੇਖੀਏ ਅੱਗੇ ਕੀ ਹੋਇਆ ਇਤਿਹਾਸ 'ਚ, ਜੇ ਤੁਸੀਂ ਫੈਸਲਾ ਕਰਦੇ ਹੋ ਨਾਰਥ ਈਸਟ ਦੇ ਵਿੱਚ ਵੱਡੇ ਵੱਡੇ ਟੈਰਰਿਸਟ, ਜੰਮੂ ਐਂਡ ਕਸ਼ਮੀਰ ਦੇ ਵਿੱਚ, ਹੋਰ ਜਗ੍ਹਾ ਪੰਜਾਬ ਦੇ ਵਿੱਚ, ਜਦ ਸਟੇਟ ਫੈਸਲਾ ਕਰਨ ਤੇ ਆਉਂਦੀ ਹੈ ਔਰ ਤੁਸੀਂ ਕਿਸੇ ਜਗ੍ਹਾ ਤੇ ਬੈਠ ਕੇ ਕਹਿੰਦੇ ਹੋ ਵੀ ਇਹ ਗੱਲ ਆਪਾਂ ਹੁਣ ਮੁਕਾਈਏ, ਪਰ ਉਸ ਵੇਲੇ ਜ਼ਿਆਦਾ ਬੰਦੇ ਜਿਨ੍ਹਾਂ ਤੇ ਸਿੱਧੇ ਹੀ ਕਾਨੂੰਨ ਨਹੀਂ ਲੱਗ ਰਹੇ, ਕੋਈ ਐਸਾ ਕੰਮ ਨਹੀਂ ਕੀਤਾ ਜਿਹੜਾ ਬਿਲਕੁਲ ਗੈਰ ਕਾਨੂੰਨੀ ਸੀ ਔਰ ਕੈਮਰੇ ਦੇ ਉੱਤੇ ਸੀ, ਤਾਂ ਇਸ ਕਰਕੇ ਉਹ ਤਾਂ ਫਿਰ ਬੰਦਾ ਨਿਕਲ ਹੀ ਸਕਦਾ। ਸੈਡੀਸ਼ਨ ਦਾ ਕੇਸ ਬਣਾਉਣਗੇ। ਹੁਣ ਸੈਡੀਸ਼ਨ ਦਾ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਦ ਤਾਈਂ ਤੁਹਾਡੇ ਕੋਲ ਹਥਿਆਰ ਨਹੀਂ ਹੈਗੇ, ਹੁਣ ਜੇ ਤੁਸੀਂ ਕਹੋ ਇੱਕ ਟਰੈਕਟਰ ਹੀ ਹਥਿਆਰ ਹੈ ਫਿਰ ਤਾਂ ਤੁਸੀਂ ਸੈਡੀਸ਼ਨ ਦਾ ਕੇਸ ਬਣਾ ਲਓ, ਲੇਕਿਨ ਇਹਨਾਂ ਕੋਲ ਕੋਈ ਬੰਦੂਕ ਨਹੀਂ ਸੀ, ਇਹਨਾਂ ਕੋਲ ਕੋਈ, ਉਹ ਕਹਿਣਗੇ ਤਲਵਾਰ ਸੀ, ਤਲਵਾਰ ਤਾਂ ਜਿਹੜਾ ਨਿਹੰਗ ਹੈ ਉਹ ਹੀ ਲੈ ਕੇ ਤੁਰਦਾ ਹੈ ਜੀ। 5-7 ਜਿਹੜੇ ਨਿਹੰਗ ਸੀਗੇ, ਜਿਹੜੇ ਬਾਕੀ ਘੋੜਿਆਂ ਤੇ ਸੀ, ਉਹਨਾਂ ਕੋਲ ਤਾਂ ਉਹੀ ਦਸਤਾਰ ਸੀ ਜਿਹੜੀ ਉਹਨਾਂ ਦੀ ਵੈਸੇ ਹੀ ਹੁੰਦੀ ਹੈ, ਉਹ ਤਾਂ ਸੈਡੀਸ਼ਨ ਦਾ ਕੇਸ ਉਹੀ ਬਣਾ ਲਓ ਤੁਸੀਂ ਉਹਨਾਂ ਤੇ ਜੇ ਬਣਾਉਣਾ ਹੈ। ਤਾਂ ਇਸ ਕਰਕੇ ਇਹੋ ਜਿਹਾ ਸਰਕਾਰ ਨੂੰ ਵੀ ਮੁਸ਼ਕਲ ਹੋਏਗਾ ਕਿ ਕਿਹੜਾ ਕਾਨੂੰਨ ਅਸੀਂ ਲਾਈਏ ਜੇ ਨਾਲ ਅਸੀਂ ਲਗਾ ਸਕੇ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਪਬਲਿਕ ਆਰਡਰ ਦਾ ਕਹੋਗੇ, ਡਿਸਟਰਬੈਂਸ ਕੀਤੀ, ਸੈਡੀਸ਼ਨ ਦਾ ਕੇਸ ਤਾਂ ਬਣਦਾ ਮੁਸ਼ਕਿਲ ਲੱਗਦਾ ਮੈਨੂੰ ਇਸ ਵੇਲੇ। ਭਾਵੇਂ ਉਹ ਤੁਸੀਂ ਉਹਦੇ ਉਹ ਸਾਰਿਆਂ ਤੋਂ ਵੱਡੇ ਜਿਹੜਾ ਸੈਡੀਸ਼ਨ ਦਾ ਤੁਸੀਂ ਉਹਨਾਂ ਤੇ ਲਗਾ ਦਿਓ ਚਾਰਜ, ਲੇਕਿਨ ਜਦ ਫੈਸਲਾ ਹੋਣ ਤੇ ਗੱਲ ਆਏਗੀ ਸਰਕਾਰ ਵੀ ਇਹ ਸਮਝੇਗੀ ਉਦੋਂ, ਔਰ ਇਹ ਧੜੇਬੰਦੀਆਂ ਨੂੰ ਵੀ ਇਹ ਹੋਏਗਾ ਕਿ ਕੋਈ ਬੰਦੇ ਅਸੀਂ ਪਿੱਛੇ ਉੱਥੇ ਛੱਡ ਕੇ ਨਾ ਆਈਏ, ਕਿਉਂਕਿ ਉਹ ਇਹਨਾਂ ਤੇ ਵੀ ਲੱਗੇਗਾ ਕਿ ਗਏ ਤਾਂ ਤੁਹਾਡੇ ਨਾਲ ਹੀ ਸੀ ਫੌਜ। ਹਾਂ, ਤਾਂ ਇਸ ਕਰਕੇ ਜਿਵੇਂ ਉਹ ਅਮਰੀਕਾ ਦੀ ਫੌਜ ਵੀ ਕਹਿੰਦੀ ਹੈ ਮਰੀਨਸ ਲੀਵ ਨੋ ਮੈਨ ਬਿਹਾਈਂਡ, ਜੇ ਤੁਸੀਂ ਲੜਾਈ ਚੋਂ ਫਿਰ ਕੋਈ ਬੰਦਾ ਛੱਡ ਕੇ ਨਹੀਂ ਆ ਸਕਦੇ ਤੁਸੀਂ ਮੈਦਾਨ 'ਚ, ਭਾਵੇਂ ਉਹਨੇ ਗਲਤੀ ਹੋਈ ਕੀਤੀ ਹੈ, ਨਹੀਂ ਤਾਂ ਉਹ ਫਿਰ ਤਰੇੜ ਰਹੇਗੀ ਔਰ ਅੱਗੇ ਨੂੰ ਉਹ ਇਰੀਟੇਸ਼ਨ ਹੁੰਦੀ ਰਹੇਗੀ ਉਸ ਇਸ਼ੂ ਤੇ। ਜੀ, ਆਖਰੀ ਸਵਾਲ ਸਰ, ਤੁਹਾਡੇ ਤਜਰਬੇ ਅਨੁਸਾਰ, ਤੁਹਾਡੇ ਅਨੁਭਵ ਅਨੁਸਾਰ ਜਾਂ ਤੁਹਾਡੇ ਵਿਜ਼ਨ ਦੇ ਨਜ਼ਰੀਏ ਤੋਂ ਕਦੋਂ ਤੱਕ ਕਿਸਾਨ ਤੇ ਸਰਕਾਰ ਟੇਬਲ ਤੇ ਜਾਂਦੇ ਦੇਖਦੇ ਹੋ, ਜਾਂ ਗਵਰਨਮੈਂਟ ਯੂਪੀ ਔਰ ਹਰਿਆਣੇ ਵਾਲੇ ਪ੍ਰੈਸ਼ਰ ਤੇ ਚੱਲਦਿਆਂ ਕਦੋਂ ਤੱਕ ਚਾਹੂਗੀ? ਤੁਹਾਨੂੰ ਲੱਗਦਾ ਹੈ ਕਿ ਵਿਦਨ ਵੀ ਕਦੋਂ ਇਹ ਗੱਲਬਾਤ ਮੁੜ ਕੇ ਸ਼ੁਰੂ ਹੋ ਸਕਦੀ ਹੈ ਤੇ ਗੱਲਬਾਤ ਖਤਮ ਹੁੰਦੀ ਦੇਖਦੇ ਹੋ? ਕਿਉਂਕਿ ਟਕੈਤ ਜਦੋਂ ਅਕਤੂਬਰ ਕਹਿੰਦੇ ਆ ਤੇ ਉਹ ਪ੍ਰੈਸ਼ਰ ਟੈਕਟਸ ਹੀ ਹੁੰਦੇ ਆ, ਉਹਦੀ ਜਿਹੜੀ ਪ੍ਰੈਕਟੀਕੈਲਿਟੀਜ਼ ਨੇ ਜਾਂ ਉਹ ਧਰਾਤਲ ਤੇ ਜਿਹੜੀਆਂ ਗੱਲਾਂ ਨੇ ਉਹ ਮੈਨੂੰ ਲੱਗਦਾ ਹਵਾ ਵਰਗੀਆਂ ਹੀ ਨੇ। ਸੋ ਇਹ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਜਾਂਦਾ ਜਾਂਦਾ। ਦੇਖੋ, ਕਿਸੇ ਨੈਗੋਸ਼ੀਏਸ਼ਨ 'ਚ ਵੀ ਦੋਨੋਂ ਪਾਸੇ ਇਹਨਾਂ ਤੇ ਪ੍ਰੈਸ਼ਰ ਇਹ ਹੋਏਗਾ, ਜਿਹੜੇ ਪੰਜਾਬ ਦੇ ਕਿਸਾਨ ਨੇ ਇਹਨਾਂ ਨੇ ਫਸਲ ਕੱਟਣੀ ਹੋਣੀ ਹੈ, ਹੁਣ ਜਾ ਕੇ ਗੇਹੂੰ ਦੀ ਫਸਲ ਆ ਜਾਏਗੀ, ਅਪ੍ਰੈਲ ਤੋਂ ਕੱਟਣੀ ਸ਼ੁਰੂ ਕਰਨਗੇ। ਯੂਪੀ ਵਾਲੇ ਤਾਂ ਆਲਰੇਡੀ ਗੰਨਾ ਕੱਟਣ ਲੱਗੇ ਹੋਏ ਆ, ਤਾਂ ਹੀ ਉਦੋਂ ਉਹਨਾਂ ਨੇ ਕਿਹਾ ਅਸੀਂ ਚੱਕਾ ਜੈਮ ਉੱਥੇ ਨਹੀਂ ਕੀਤਾ ਕਿਉਂਕਿ ਟਰੈਕਟਰ ਟਰਾਲੀਆਂ ਗੰਨਾ ਲੈ ਕੇ ਜਾ ਰਹੀਆਂ ਸੀਗੀਆਂ। ਬਹਾਨਾ ਤਾਂ ਇਹੀ ਦਿੱਤਾ ਹੈ, ਪਰ ਇਹ ਵੀ ਕਿਹਾ ਗਿਆ ਕਿ ਇਹ ਧੜਿਆਂ ਦੇ ਵਿੱਚ ਕੋਈ ਫਟ ਸੀਗੀ ਇਸ ਚੀਜ਼ ਤੇ। ਸੋ ਸੈਂਟਰ ਦਾ ਕੀ ਹੈ ਟਾਈਮ ਟੇਬਲ? ਸੈਂਟਰ ਦਾ ਇੱਕ ਤਾਂ ਵੈਸਟ ਬੰਗਾਲ ਦੀ ਇਲੈਕਸ਼ਨ ਹੈ, ਉਦੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਕੀ ਇਹਦਾ ਫੈਸਲਾ ਕਰਨਾ ਚਾਹਣਗੇ। ਉਹ ਇਹ ਨਹੀਂ ਚਾਹਣਗੇ ਲੱਗੇ ਕਿ ਇਹ ਕਮਜ਼ੋਰ ਹੋ ਗਏ, ਕਿਉਂਕਿ ਇਹਨਾਂ ਨੇ ਉੱਥੇ ਬਹੁਤ ਜ਼ਿਆਦਾ ਆਪਣੀ ਸਟਰੈਂਥ ਦਿਖਾਉਣੀ ਹੈ ਵੈਸਟ ਬੰਗਾਲ ਦੇ ਵਿੱਚ। ਕੀ ਉਹਦੀ ਇੰਤਜ਼ਾਰ ਕਰਨਗੇ? ਸਪੋਜ਼ ਇਹ ਵੈਸਟ ਬੰਗਾਲ 'ਚ ਮਮਤਾ ਨੂੰ ਹਰਾ ਲੈਂਦੇ ਹੈ, ਉੱਥੇ ਜਿੱਤ ਕੇ ਆ ਜਾਂਦੇ ਹੈ, ਫਿਰ ਇਹ ਕਹਿਣਗੇ ਦੇਖਿਆ ਸਾਡੇ ਨਾਲ ਦੇਸ਼ ਸਾਰਾ ਸਾਡੇ ਨਾਲ ਹੈ। ਕੀ ਇਹ ਸੋਚਣਗੇ ਕਿ ਪਹਿਲਾਂ ਵੈਸਟ ਬੰਗਾਲ ਜਿੱਤ ਲਈਏ, ਉਹਦੇ ਬਾਅਦ ਆ ਕੇ ਕਿਸਾਨ ਦਾ ਥੋੜਾ ਜਿਹਾ ਥੱਲਾ ਭਾਰੀ ਹੋਏਗਾ, ਕੁਝ ਪੰਜਾਬ ਵਾਲੇ ਪੰਜਾਬ ਚਲੇ ਜਾਣਗੇ, ਤਕੈਤ ਜਿਹੜੇ ਹੈ ਇਹ ਵੀ ਥੱਕ ਥੁੱਕ ਜਾਣਗੇ, ਕਿੰਨਾ ਚਿਰ ਚਲਾਣਗੇ? ਇਹ ਸੈਂਟਰ ਦੀ ਸੋਚ ਇਹ ਹੋਏਗੀ। ਕਿਸਾਨਾਂ ਦੀ ਹੁਣ ਕੀ ਸੋਚ ਹੈ ਕਿ ਕੋਈ ਗੱਲ ਨਹੀਂ, ਤਿੰਨ ਹੀ ਫਰੰਟ ਨੇ, ਇੱਥੇ ਕਿੰਨੇ ਬੰਦੇ ਹੈ, ਕੁਝ ਬੰਦੇ ਚਲੇ ਜਾਣਗੇ, ਕੁਝ ਬੰਦੇ ਆ ਜਾਣਗੇ, ਅਸੀਂ ਇਹਨੂੰ ਚੱਲਦੇ ਰੱਖਾਂਗੇ ਅੰਦੋਲਨ ਨੂੰ। ਵੈਸਟ ਬੰਗਾਲ ਦੀ ਇਲੈਕਸ਼ਨ ਨਿਕਲ ਜਾਂਦੀ ਹੈ, ਉਹਦੇ ਬਾਅਦ ਔਰ ਦੂਜਾ ਇਹਨਾਂ ਦਾ ਜੇ ਇਹ ਦਿਖਾ ਸਕਦੇ ਹੈ ਕਿ ਇਹ ਬਜਟ ਪਾਸ ਕਰ ਲੈਣਗੇ ਹਰਿਆਣੇ ਦਾ, ਉਹ ਮੈਂ ਸਮਝਦਾ ਉਦੋਂ ਪਹਿਲਾਂ ਆਏਗਾ, ਮਾਰਚ 31 ਤੋਂ ਪਹਿਲਾਂ ਜੇ ਬਜਟ ਪਾਸ ਕਰ ਲੈਣ, ਫਿਰ ਕਹਿਣਗੇ ਦੇਖੋ ਜੀ ਹਰਿਆਣਾ ਤਾਂ ਇਹਨਾਂ ਦੇ ਨਾਲ ਨਹੀਂ, ਸਾਰੇ ਐਮਐਲਏ ਸਾਡੇ ਨਾਲ ਹੈ, ਸਾਡੀ ਪਾਰਟੀ ਇਕੱਠੀ ਹੈ। ਧੱਕੇ ਨਾਲ ਕਰ ਵੀ ਸਕਦੇ ਹੈ, ਕਿਉਂਕਿ ਇਹ ਜਿਹੜੇ ਇੰਡੀਪੈਂਡੈਂਟ ਹੈ ਉਹ ਤਾਂ ਖਰੀਦੂ ਮਾਲ ਹੈ, ਉਹਨਾਂ ਨੂੰ ਨਾਲ ਲਗਾ ਲੈਣ। 2-4-5 ਜਿਹੜੇ ਜੇਜੇਪੀ ਦੇ ਟੁੱਟਣਗੇ ਵੀ, ਉਹਨਾਂ ਨੂੰ ਕਰਨ ਦੇ ਬਾਵਜੂਦ ਹੋ ਸਕਦਾ ਰੌਲਾ ਪਾ ਕੇ, ਜਿਵੇਂ ਇਹਨਾਂ ਨੇ ਕਾਨੂੰਨ ਪਾਸ ਕੀਤੇ ਫਾਰਮ ਲਾਜ਼, ਕਹਿੰਦੇ ਜੀ ਵਾਇਸ ਵੋਟ ਹੋਗੀ, ਰੌਲਾ ਪਾ ਕੇ ਤੁਸੀਂ ਕਾਨੂੰਨ ਪਾਸ ਕਰ ਲਓ। ਬੀਜੇਪੀ ਨੂੰ ਤਰੀਕਾ ਸਮਝਿਆ ਹੋਇਆ ਕਿਸ ਤਰੀਕੇ ਨਾਲ ਕਰਨਾ ਹੈ, ਲੇਕਿਨ ਜੇ ਠੀਕ ਤਰੀਕੇ ਨਾਲ VOTING ਕਰਕੇ
ਔਰ ਇਹ ਸ਼ੋਅ ਕਰ ਦੇਣ ਕਿ ਠੱਕਰ ਗਵਰਨਮੈਂਟ ਕੋਲ ਮੈਜੋਰਿਟੀ ਹੈ ਹਲੇ ਵੀ, ਜੇਜੇਪੀ ਉਹਨਾਂ ਦੇ ਨਾਲ ਹੈ, ਫਿਰ ਉਹ ਪੱਲਾ ਭਾਰੀ ਹੋ ਜਾਂਦਾ ਥੋੜਾ ਜਿਹਾ ਹਰਿਆਣੇ 'ਚ ਉਹਨਾਂ ਦਾ। ਪਲੱਸ ਜੇ ਵੈਸਟ ਬੰਗਾਲ ਜਿੱਤ ਜਾਂਦੇ, ਜੇ ਵੈਸਟ ਬੰਗਾਲ ਹਾਰ ਜਾਂਦੇ ਆ, ਜੇ ਇਹ ਬਜਟ ਨਹੀਂ ਪਾਸ ਕਰ ਸਕਦੇ, ਫਿਰ ਹਾਲਾਤ ਫਰਕ ਹੋਣਗੇ। ਸੋ ਇਸ ਕਰਕੇ ਅਗਲੇ 2 ਮਹੀਨੇ 'ਚ ਆ ਦੋ ਚੀਜ਼ਾਂ ਤੇ ਨਿਰਭਰ ਹੋਏਗਾ ਕਿ ਸੈਂਟਰਲ ਸਰਕਾਰ ਹੋਰ ਗਰਮ ਹੁੰਦੀ ਹੈ ਜਾਂ ਉਹਦੇ ਇਹ ਸਮਝਦੇ ਆ ਕਿ ਇਹ ਮੁਸ਼ਕਲਾਤ ਹੈ, ਸਾਨੂੰ ਇਹਦਾ ਕੋਈ ਫੈਸਲਾ ਕਰ ਲਈਏ। ਤੁਹਾਡੀ ਗੱਲ ਬੜੀ ਵਜਨਦਾਰ ਹੈ। ਸਾਡੇ ਇੱਕ ਦੋਸਤ, ਵੈਸੇ ਤਾਂ ਬਹੁਤ ਸਾਰੇ ਦੋਸਤ ਜੁੜੇ ਆ, ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਗਿਣਤੀ ਹਜ਼ਾਰਾਂ ਦੇ ਵਿੱਚ ਹੈ, ਲੇਕਿਨ ਕੁਝ ਲੋਕ ਜਿਨ੍ਹਾਂ ਦੀ ਗੱਲ ਕਰਨੀ ਬਣਦੀ ਆ, ਧਾਲੀਵਾਲ ਸਾਹਿਬ ਬਲਰਾਮ ਕਹਿ ਰਹੇ ਨੇ ਕਿ ਸਾਡੇ ਪਿੰਡ ਦਤਾਰੀਏ ਜ਼ਿਲ੍ਹਾ ਮੋਗਾ ਦੇ 11 ਲੜਕੇ ਰਸਤਾ ਭਟਕ ਕੇ ਪਾਸੇ ਚਲੇ ਗਏ ਤੇ ਉਹ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਆ, ਪਰਿਵਾਰ ਬਹੁਤ ਚਿੰਤਾ 'ਚ ਆ। ਉਹ ਕਹਿੰਦੇ ਸਾਡੇ ਪਿੰਡ ਦੇ 2 ਟਰੈਕਟਰ ਵੀ ਜ਼ਬਤ ਕੀਤੇ ਆ, ਔਰ ਨਾਲ ਦੀ ਨਾਲ ਉਹ ਇਹ ਵੀ ਗੱਲ ਕਹਿੰਦੇ ਆ ਜਿਹੜੀ ਤੁਸੀਂ ਕਹੀ ਆ ਕਿ ਰੰਧਾਵਾ ਜੀ ਸਾਡੇ ਲੜਕੇ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਸੱਦੇ ਤੇ ਟਰੈਕਟਰ ਮਾਰਚ ਲਈ ਦਿੱਲੀ ਗਏ ਸਨ, ਜਿਨ੍ਹਾਂ ਉੱਪਰ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਗਏ। ਸਰਦਾਰ ਬਲਰਾਮ ਜੀ, ਤੁਸੀਂ ਠੀਕ ਕਹਿ ਰਹੇ ਹੋ, ਤੁਸੀਂ ਸਾਨੂੰ ਐਡਰੈਸ ਕਰ ਰਹੇ ਹੋ ਗੱਲ ਨੂੰ, ਲੇਕਿਨ ਅਸੀਂ ਵੀ ਤੁਹਾਡੇ ਜਿੰਨੇ ਹੀ ਮਜਬੂਰ ਔਰ ਬੇਵਸ ਲਾਚਾਰ ਆ। ਇਹ ਸਰਦਾਰ ਸਾਹਿਬ ਗੱਲ ਕਹਿ ਚੁੱਕੇ ਆ ਪਹਿਲਾਂ ਹੀ ਕਿ ਜਿਹੜੇ ਲੋਕ ਗਏ ਨੇ ਉਹਨਾਂ ਚੋਂ ਬਹੁਤ ਸਾਰੇ ਲੋਕ ਤਾਂ ਪਿੱਛੇ ਗਏ। ਸਰਦਾਰ ਸਾਹਿਬ ਇਹ ਗੱਲ ਠੀਕ ਹੈ, ਕਹਿ ਰਹੇ ਨੇ ਕਿ ਸੱਦੇ ਤਾਂ ਕਿਸਾਨ ਜਥੇਬੰਦੀਆਂ ਦੇ ਗਏ ਨੇ ਨਾ, ਉਹਨਾਂ ਨੇ ਕਿਹਾ ਸੀ 26 ਨੂੰ ਆਓ, ਹੁਣ ਉੱਥੇ ਉਹ ਮੈਨੇਜ ਨਹੀਂ ਕਰ ਪਾਏ ਔਰ ਇਹ ਸਭ ਵਾਪਰ ਗਿਆ। ਜਿਹੜੇ ਅਣਭੋਲ, ਜਿਹੜੇ ਕਦੇ ਆਪਣੇ ਨੇੜੇ ਦੇ ਸ਼ਹਿਰ ਵੀ ਨਹੀਂ ਸੀ ਗਏ, ਉਹ ਦਿੱਲੀ ਦੇ ਤੰਗ ਬਾਜ਼ਾਰਾਂ 'ਚ ਗਲੀਆਂ ਦੇ ਵਿੱਚ ਫਸ ਗਏ ਤੇ ਜਿੱਥੋਂ ਪੁਲਿਸ ਦੇ ਢਾਏ ਚੜ ਗਏ। ਇਹਦੇ ਉੱਤੇ ਜਾਂਦੇ ਜਾਂਦੇ ਬਸ ਟਿੱਪਣੀ ਦੇ ਦਿਓ, ਫਿਰ ਆਪਾਂ ਖਤਮ ਕਰਦੇ ਹਾਂ। ਨਹੀਂ, ਦੇਖੋ, ਜਦ ਇਹਦਾ ਫੈਸਲਾ ਹੋਊਗਾ, ਇਹਦੇ ਜਿਹੜੇ 1-2 ਚਿਹਰੇ ਅੱਗੇ ਨਜ਼ਰ ਆਏ ਆ, ਦੀਪ ਸਿੱਧੂ ਵਗੈਰਾ, ਉਹਨਾਂ ਦੇ ਭਾਵੇਂ ਤੁਸੀਂ ਇਹ ਜਿਹਾ ਬਹੁਤ ਵੱਡਾ ਦਫਾ ਲਗਾ ਲਓ, ਲੇਕਿਨ ਬਾਕੀ ਜਿਹੜੇ ਲਾਅ ਐਂਡ ਆਰਡਰ 'ਚ ਬੰਦੇ ਫੜੇ ਗਏ ਨੇ, ਉਹਨਾਂ ਨੂੰ ਛੱਡਣਾ ਤਾਂ ਉਹ ਸੈਟਲਮੈਂਟ ਦੇ ਵਿੱਚ ਹੀ ਹੋਊਗਾ। ਤੁਸੀਂ ਸੈਟਲਮੈਂਟ ਕੋਈ ਨਹੀਂ ਕਰ ਸਕਦੇ, ਇਹ ਸਰਕਾਰ ਵੀ ਜਾਣਦੀ ਹੈ, ਸਰਕਾਰ ਛੱਡ ਦੇਗੀ। ਸਰਕਾਰ ਦਾ ਕਿੰਨਾ ਜ਼ੋਰ ਲੱਗਦਾ ਹੈ, ਉਹ ਵੀ ਇਹ ਚਾਹਣਗੇ ਕਿ ਅਮਨ ਚੈਨ ਹੋਵੇ, ਕਿਸਾਨ ਦੀ ਤਸੱਲੀ ਹੋਵੇ ਕਿ ਇਹ ਜਿਹੜੀ ਕੇਂਦਰ ਸਰਕਾਰ ਹੈ ਉਹ ਕਿਸਾਨ ਦੇ ਨਾਲ ਹੈ, ਕਿਸਾਨ ਤੇ ਅਤਿਆਚਾਰ ਨਹੀਂ ਕਰ ਰਹੀ। ਉਹ ਇਹ ਵੀ ਕਿਉਂ ਚਾਹਣਗੇ ਮੋਦੀ ਸਰਕਾਰ, ਇਹ ਸਪੈਸ਼ਲੀ ਇਸ ਕਰਕੇ ਕਿਉਂਕਿ ਯੂਪੀ ਦੀ ਇਲੈਕਸ਼ਨ ਆਣੀ ਹੈ। ਜੇ ਬੰਦੇ ਤੁਸੀਂ ਫੜੀ ਰੱਖੋਗੇ, ਕੱਲ ਨੂੰ ਪੰਜਾਬ ਦੀ ਇਲੈਕਸ਼ਨ ਵੀ ਕੀ 1 ਸਾਲ ਦੂਰ ਹੈ, ਕਿਵੇਂ ਤੁਸੀਂ ਲੜੋਗੇ? ਤੁਸੀਂ ਅਕਾਲੀਆਂ ਨਾਲ ਪਹਿਲਾਂ ਲੜੇ ਹੋਏ ਹੋ, ਤੁਸੀਂ ਕੱਲਿਆਂ ਕਿਹਾ ਜੀ ਅਸੀਂ ਕੱਲਿਆਂ ਇਲੈਕਸ਼ਨ ਲੜਨੀ ਹੈ, ਕਿਵੇਂ ਤੁਸੀਂ ਕੱਲਿਆਂ ਲੜ ਲਓਗੇ? ਵੱਡਾ ਦਿਓਲ ਛੋਟਾ ਦਿਓਲ ਲੜਾ ਕੇ ਲੜ ਲਓਗੇ? ਛੋਟਾ ਦਿਓਲ ਤਾਂ ਉਦੋਂ ਸ਼ੂਟਿੰਗ ਕਰਦਾ ਸੀ ਪਟਿਆਲੇ, ਉਹਦਾ ਟਰੱਕ ਪੈਕਅਪ ਕਰਕੇ ਇਹਨਾਂ ਨੇ ਕਿਹਾ ਭਰਾ ਜੀ ਜਾਓ ਤੁਸੀਂ ਹੁਣ ਇੱਥੇ ਫਿਲਮਾਂ ਨਾ ਸ਼ੂਟ ਕਰੋ, ਇਲੈਕਸ਼ਨ ਦੀ ਤਾਂ ਗੱਲ ਅਲੱਗ ਰਹੇਗੀ। ਤਾਂ ਇਸ ਕਰਕੇ ਉਹ ਵੀ ਸੋਚਣਗੇ, ਦਿਓਲਾਂ ਵਰਗੇ ਦੂਜੇ ਜਿਹੜੇ ਇਹਨਾਂ ਦੇ ਨਾਲ ਨੇ, ਪੰਜਾਬ ਐਡਾ ਸੌਖਾ ਨਹੀਂ ਹੋਏਗਾ ਬੀਜੇਪੀ ਲਈ। ਤਾਂ ਉਹ ਵੀ ਚਾਹਣਗੇ ਕਿ ਮੱਲਮ ਲਗਾਈਏ, ਜਿਹੜੇ ਫੱਟੜ, ਜਿਹੜੇ ਜ਼ਖਮ ਹੋਏ ਨੇ ਇਸ ਵੇਲੇ, ਉਹਨਾਂ ਨੂੰ ਕਿਵੇਂ ਮੱਲਮ ਲਗਾਣੀ ਹੈ। ਹੁਣ ਮੋਦੀ ਸਾਹਿਬ ਇਹ ਲਗਾ ਸਕਦੇ ਹੈ, ਨਹੀਂ ਲਗਾ ਸਕਦੇ। ਮੈਂ ਸਮਝਦਾ ਉਹਨਾਂ ਦੀ ਪ੍ਰਧਾਨ ਮੰਤਰੀ ਇਹ ਪ੍ਰਾਈਮ ਮਿਨਿਸਟਰਸ਼ਿਪ ਦਾ ਇੱਕ ਟੈਸਟ ਹੋਏਗਾ। ਜੀ ਸਰਦਾਰ ਸਾਹਿਬ, ਤੁਸੀਂ ਸਮਾਂ ਕੱਢਿਆ ਔਰ ਤੁਹਾਡੀ ਗੱਲ, ਹਰੇਕ ਗੱਲ ਬਹੁਤ ਵਜ਼ਨਦਾਰ ਹੁੰਦੀ ਹੈ ਔਰ ਇੱਕ ਵੱਖਰੇ ਨੁਕਤੇ ਤੋਂ ਹੁੰਦੀ ਹੈ। ਬਹਿਸਾਂ ਚੱਲਦੀਆਂ, ਲਗਾਤਾਰ ਚੱਲਦੀਆਂ ਰਹਿੰਦੀਆਂ ਨੇ ਔਰ ਇਹ ਖੁੰਡ ਚਰਚਾ ਵੀ ਰਹਿੰਦੀ ਆ, ਇਹ ਪਿੰਡਾਂ ਦੀਆਂ ਸੱਥਾਂ 'ਚ ਵੀ ਆ, ਘਰਾਂ ਦੇ ਵਿੱਚ ਵੀ ਆ, ਔਰ ਜਿੱਥੇ ਕਿਤੇ ਅੱਜ ਕੱਲ੍ਹ ਧਾਰਮਿਕ ਜਾਂ ਪਰਿਵਾਰਕ ਫੰਕਸ਼ਨ ਵੀ ਆ, ਉੱਥੇ ਗੱਲ ਹੀ ਕਿਸਾਨੀ ਦੀ ਚੱਲਦੀ ਆ। ਲੇਕਿਨ ਸਾਨੂੰ ਜਿਹੜੀ ਫੀਡਬੈਕ ਆਉਂਦੀ ਆ ਉਹ ਬੜੀ ਬਿਹਤਰੀਨ ਹੁੰਦੀ ਹੈ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ, ਉਹ ਇੱਕ ਵੱਖਰੇ ਐਂਗਲ ਤੋਂ, ਵੱਖਰੇ ਨੁਕਤਾ ਨਜ਼ਰ ਤੋਂ ਹੁੰਦੀ ਹੈ। ਸੋ ਤੁਸੀਂ ਸਮਾਂ ਕੱਢਦੇ ਹੋ, ਅਸੀਂ ਤੁਹਾਡੇ ਰਿਣੀ ਆ। ਕਾਈਂਡਲੀ ਤੁਸੀਂ ਆਪਣੀ ਕਮਾਲ ਹੈ, ਤੁਸੀਂ ਮੌਕਾ ਦਿੰਦੇ ਹੋ, ਮੈਨੂੰ ਤਾਂ ਮੌਕਾ ਮਿਲਦਾ ਹੈ, ਤੁਹਾਡੇ ਰਾਹੀਂ ਗੱਲਬਾਤ ਕਰ ਸਕਦੇ ਹਾਂ। ਔਰ ਜੇ ਉਹਦੇ ਤੁਹਾਨੂੰ ਕੋਈ ਗੱਲ ਚੰਗੀ ਲੱਗਦੀ ਹੈ, ਉਹਦੇ 'ਚ ਮੈਂ ਹੀ ਵੱਡਾ ਆਪਣੇ ਆਪ ਨੂੰ ਸਨਮਾਨ ਮਹਿਸੂਸ ਕਰਦਾ ਕਿ ਆਪਣੇ ਜਿਹੜੇ ਵਿਚਾਰ ਹੈ ਉਹਨੂੰ ਤੁਹਾਡੇ ਰਾਹੀਂ ਉਹਨਾਂ ਤੇ ਪਹੁੰਚਾ ਸਕੇ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ।